ਜਿਹੜਾ ਸਟੈਂਡਰਡ ਇਸ ਟਾਈਮ ਜਿਹੜੀ ਪੜ੍ਹਾਈ ਆ ਜੀ ਉਹਦੇ ਵਿੱਚ ਤਾਂ ਕੰਮ ਸਾਰਾ ਉਲਟ ਹੋ ਰਿਹਾ। ਫਿਰ ਉਹ ਤੇ ਬੱਚਿਆਂ ਨੂੰ ਕਹਿੰਦੇ ਜੇ ਤੁਹਾਡੇ ਪੇਰੈਂਟਸ ਤੁਹਾਨੂੰ ਝਿੜਕਦੇ ਆ, ਜੇ ਤੁਹਾਡੇ ਪੇਰੈਂਟਸ ਤੁਹਾਨੂੰ ਕਿਸੇ ਗੱਲ ਤੋਂ ਫੋਰਸ ਕਰਦੇ ਆ ਤੇ ਤੁਸੀਂ ਪੁਲਿਸ ਨੂੰ ਕੰਟੈਕਟ ਕਰੋ। ਜੀ ਥੋੜਾ ਜਿਹਾ ਮੈਂ ਇਹਦੇ ਚੀਜ਼ ਤੇ ਥੋੜਾ ਜਿਹਾ ਮੈਂ ਕਲੈਰੀਫਾਈ ਕਰਦਾ। ਮੇਰਾ ਖਿਆਲ 'ਚ ਇੱਕ ਵਾਰੀ ਤੁਸੀਂ ਵੀਰ ਜੀ ਤੁਸੀਂ ਨਾ ਜਿਹੜੀ ਵਿਨੀਪੈਗ ਦੀ ਚਾਈਲਡ ਪ੍ਰੋਟੈਕਸ਼ਨ ਏਜੰਸੀ ਆ, ਜਿਹਨੂੰ ਆਪਾਂ ਚਿਲਡਰਨਸ ਏਡ ਕਹਿੰਦੇ ਆ ਜਨਰਲ ਪਰਿਭਾਸ਼ਾ ਦੇ ਵਿੱਚ, ਉਹਨੂੰ ਤੁਸੀਂ ਲਿਆ ਕੇ ਇੱਥੇ ਕਰੋ, ਉਹ ਕਲੈਰੀਫਾਈ ਕਰ ਦੇਣਗੇ। ਠੀਕ ਹੈ। ਦੇਖੋ ਜਿਹੜੀ ਚਾਈਲਡ ਪ੍ਰੋਟੈਕਸ਼ਨ ਏਜੰਸੀ ਪੂਰੇ ਕੈਨੇਡਾ 'ਚ ਆ, ਉਹ ਕਦੇ ਨਹੀਂ ਚਾਹੁੰਦੀ ਕਿ ਅਸੀਂ ਤੁਹਾਡੇ ਬੱਚੇ ਲੈ ਜਾਣੇ ਆ ਜਾਂ ਤੁਸੀਂ ਤੁਹਾਡੇ ਬੱਚਿਆਂ ਨੂੰ ਇਹ ਅਥਾਰਟੀ ਆ ਕਿ ਤੁਸੀਂ ਉਹਨਾਂ ਨੂੰ ਉਹ ਪੁਲਿਸ ਨੂੰ ਫੋਨ ਕਰਕੇ ਤੇ ਤੁਹਾਨੂੰ ਅਰੈਸਟ ਕਰਾ ਦੇਣ। ਗਲਤ ਕਿ ਉਹ ਇਸ ਚੀਜ਼ ਤੇ ਬਿਲਕੁਲ ਸਖਤ ਖਿਲਾਫ ਆ। ਠੀਕ ਹੈ। ਹੁੰਦਾ ਇਹ ਆ ਕਿ ਇੱਕ ਜਨਰਲੀ ਇਹ ਸਕੂਲਾਂ ਦੇ ਵਿੱਚ ਦੱਸਿਆ ਜਾਂਦਾ ਕਿ ਅਗਰ ਤੁਹਾਨੂੰ ਫਿਜ਼ੀਕਲੀ, ਇਮੋਸ਼ਨਲੀ, ਸੈਕਸ਼ੂਅਲੀ ਅਬਿਊਜ਼ ਕੀਤਾ ਜਾਂਦਾ ਫਿਰ ਤੁਸੀਂ ਕਿਸੇ ਨੂੰ ਜਾ ਕੇ ਦੱਸੋ, ਲੁਕੋ ਕੇ ਨਾ ਰੱਖੋ। ਹੁਣ ਕੁਐਸਚਨ ਇਹ ਹੈਗਾ ਕਿ ਇਹ ਹੈ ਤਾਂ ਚੰਗਾ, ਪਰ ਅਸੀਂ ਤਾਂ ਘਰ ਗੱਲ ਹੀ ਨਹੀਂ ਕੀਤੀ। ਹੁਣ ਮਤਲਬ ਕਿ ਬਰੈਂਪਟਨ ਦੇ ਵਿੱਚ ਇਸ ਵਕਤ 2 ਕੇਸ ਚੱਲਦੇ ਆ ਜਿੱਥੇ ਉਹਨਾਂ ਦੇ ਰਿਲੇਟਿਵਸ ਨੇ ਆਪਣੀਆਂ ਕੁੜੀਆਂ ਨੂੰ ਸੈਕਸ਼ੂਅਲੀ ਅਬਿਊਜ਼ ਕੀਤਾ ਤੇ ਉਹ ਕੁੜੀਆਂ ਨੇ 2 ਸਾਲ ਬਾਅਦ ਦੱਸਿਆ। ਇਹਦਾ ਮਤਲਬ 2 ਸਾਲ ਤਾਂ ਅਬਿਊਜ਼ ਹੋਈਆਂ ਰਹੀਆਂ ਤੇ ਹੁਣ ਉਹਨਾਂ ਨੇ ਜਾ ਕੇ ਦੱਸਿਆ ਤੇ ਹੁਣ ਉਹਨਾਂ ਨੇ ਚਾਰजेस ਲਾਏ ਆ ਪੁਲਿਸ ਨੇ ਤੇ ਹੁਣ ਟ੍ਰਾਇਲ ਚੱਲ ਰਹੇ ਆ। ਓਕੇ, ਸੋ ਇਹਦਾ ਮਤਲਬ ਇਹੋ ਜਿਹੀਆਂ ਪ੍ਰੋਬਲਮਸ ਆਪਣੀ ਕਮਿਊਨਿਟੀ 'ਚ ਵੀ ਹੋ ਰਹੀਆਂ। ਉਹਨਾਂ ਨੂੰ ਰੋਕਣ ਵਾਸਤੇ ਇਹ ਸੀਗਾ, ਪਰ ਇਹਦੀ ਹੁਣ ਕੀ ਦੁਰਵਰਤੋਂ ਹੁੰਦੀ ਆ? ਕੀ ਜਿਹੜਾ ਟੀਨੇਜਰ ਵਿਗੜਿਆ ਹੋਇਆ ਉਹ ਚੱਕ ਕੇ ਪੁਲਿਸ ਨੂੰ ਫੋਨ ਕਰ ਦਿੰਦਾ ਕਿ ਮੇਰੇ ਫਾਦਰ ਨੇ ਮੇਰੇ ਥੱਪੜ ਮਾਰੇ ਆ? ਬਿਲਕੁਲ ਕਰਦੇ ਆ, ਬਿਲਕੁਲ ਮੈਂ ਤੁਹਾਡੇ ਨਾਲ ਇਹ ਐਗਰੀ ਕਰਦਾ। ਪਰ ਉਹਦੇ ਵਿੱਚ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਹੱਥੋਂ ਪਾਈ ਨਹੀਂ ਹੋਣਾ, ਕਿਸੇ ਪੇਰੈਂਟ ਨੇ ਹੱਥੋਂ ਪਾਈ ਨਹੀਂ ਹੋਣਾ। ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਬਹੁਤ ਜ਼ਿਆਦਾ ਡਰੱਗ ਦੇ ਇਨਫਲੂਐਂਸ ਥੱਲੇ ਆ, ਮਾੜੀ ਸੰਗਤ 'ਚ ਪੈ ਗਿਆ, ਫਿਰ ਤੁਸੀਂ ਪਲੀਜ਼ ਪ੍ਰੋਫੈਸ਼ਨਲ ਨਾਲ ਕੰਮ ਕਰੋ, ਕਿਉਂਕਿ ਫਿਰ ਤੁਸੀਂ ਮਾੜੇ ਨਹੀਂ ਬਣਨਾ। ਪ੍ਰੋਫੈਸ਼ਨਲ ਤੁਹਾਨੂੰ ਕਹੂਗਾ ਯੂ ਕੈਨੋਟ ਟਾਕ ਟੂ ਯਰ ਫਾਦਰ ਲਾਈਕ ਦਿਸ। ਤੁਸੀਂ ਨਾ ਕਹੋ ਵੀ ਤੂੰ ਕੌਣ ਹੁੰਦਾ ਮੈਨੂੰ ਇਹ ਗੱਲ ਕਹਿਣ ਵਾਲਾ। ਐ ਨਹੀਂ, ਤੁਸੀਂ ਨਹੀਂ ਮਾੜੇ ਪੈਣਾ। ਤੁਸੀਂ ਪ੍ਰੋਫੈਸ਼ਨਲ ਨੂੰ ਲਾਓ, ਪ੍ਰੋਫੈਸ਼ਨਲ ਤੁਹਾਡੇ ਬਿਹਾਫ ਤੇ ਕਵੇ ਵਾਈ ਆਰ ਯੂ ਟਾਕਿੰਗ ਟੂ ਯਰ ਫਾਦਰ ਲਾਈਕ ਦਿਸ, ਇਟਸ ਅਨਐਕਸੈਪਟੇਬਲ। How did you go? How can you talk to your father like this? Isn't he paying for your house? Isn't he paying for your food? Isn't he paying for your clothes? Isn't he paying for your laptop and computer? Why are you bad mouthing your father? ਇਹ ਕੋਈ ਪ੍ਰੋਫੈਸ਼ਨਲ ਉਹਨੂੰ ਕਵੇ, ਫਿਰ ਉਹਨੂੰ ਪਹਿਲੀ ਵਾਰੀ ਉਹਨੂੰ ਜ਼ਿੰਦਗੀ 'ਚ ਜਵਾਬ ਦੇਣਾ ਪਊ, ਕਿਉਂਕਿ ਫਾਦਰ ਨੂੰ ਤਾਂ ਬੋਲੀ ਜਾਂਦਾ ਸੀਗਾ ਕਿੰਨੇ ਸਾਲਾਂ ਦਾ। ਕਿਸੇ ਫਾਦਰ ਤਾਂ ਵਿਚਾਰਾ ਡਰਦਾ ਮਾਰਾ ਹੀ ਹੋ ਸਕਦਾ ਬਹੁਤ ਚੀਜ਼ਾਂ ਸਹਾਰ ਗਿਆ ਹੋਵੇ, ਪਰ ਪ੍ਰੋਫੈਸ਼ਨਲ ਨੂੰ ਤਾਂ ਕੁਝ ਨਹੀਂ ਨਾ ਉਹ ਕਰ ਸਕਦਾ। ਕੀ ਉਹ ਪੁਲਿਸ ਨੂੰ ਫੋਨ ਕਰੂਗਾ ਕਿ ਮੈਨੂੰ ਪ੍ਰੋਫੈਸ਼ਨਲ ਨੇ ਗਾਲਾਂ ਕੱਢੀਆਂ? ਤੇ ਉਹਨਾਂ ਨੇ ਫੋਨ ਤੇ ਰੱਖ, ਉਹਨਾਂ ਨੇ ਕਹਿਣਾ ਠੀਕ ਆ ਅਸੀਂ ਆਨੇ ਆ, ਅਸੀਂ ਪਹਿਲਾਂ ਤੈਨੂੰ ਫਿਕਸ ਕਰਾਂਗੇ ਵੀ ਤੂੰ ਕਿਵੇਂ ਇੱਕ ਸੋਸ਼ਲ ਵਰਕਰ ਨੂੰ ਕਹੀ ਜਾਂਦਾ, ਔਨ ਵਾਟ ਬੇਸਿਸ ਆਰ ਯੂ ਸੇਇੰਗ ਦਿਸ? ਸੋ ਇਸ ਕਰਕੇ ਕਈ ਵਾਰੀ ਸਾਨੂੰ ਜਿਹੜੀ ਲੈਵਲ ਆਫ ਇੰਟੈਂਸਿਟੀ ਆਫ ਕੌਨਫਲਿਕਟ ਆ ਉਹਨੂੰ ਮੈਨੇਜ ਕਰਨ ਵਾਸਤੇ ਡਿਫਰੈਂਟ ਟੈਕਨੀਕਸ ਲਾਣੀਆਂ ਚਾਹੀਦੀਆਂ। ਆਪਾਂ ਨੂੰ ਸਿੱਧੇ ਕਨਫਰੰਟੇਸ਼ਨ ਨਹੀਂ ਕਰਨੀ ਚਾਹੀਦੀ ਟੀਨੇਜਰ ਨਾਲ, ਕਿਉਂਕਿ ਜੇ ਟੀਨੇਜਰ ਡਰੱਗ ਦੇ ਨਸ਼ੇ 'ਚ ਆ। ਸਾਰੇ ਬੱਚੇ ਜਦੋਂ ਵੱਡੇ ਹੋ ਜਾਂਦੇ ਆ, ਸਕੂਲ ਦੇ ਵਿੱਚ ਜਾਂਦੇ ਆ, ਸਕੂਲਾਂ ਦੇ ਵਿੱਚ ਟਾਈਮ ਸਪੈਂਡ ਕਰਦੇ ਆ। ਜਦੋਂ ਤੁਸੀਂ ਗੱਲ ਕੀਤੀ ਵੀ ਇੱਕ ਬੱਚਾ ਫੋਨ ਲੈਣ ਦੀ ਜਿੱਦ ਕਰਦਾਗਾ ਤੇ ਉਹ ਘਰੇ ਆ ਕੇ ਇਹ ਵੀ ਕਲੇਸ਼ ਪਾਉਂਦਾ ਕਿ ਬਾਕੀ ਸਾਰਿਆਂ ਦੇ ਪੇਰੈਂਟਸ ਤਾਂ ਫਿਰ ਚੰਗੇ ਆ ਕਿਉਂਕਿ ਮੇਰੇ ਨਾਲ ਦੇ 10 ਬੱਚਿਆਂ ਨੂੰ ਤੇ ਫੋਨ ਮਿਲ ਗਿਆਗਾ, ਇਹਦਾ ਮਤਲਬ ਉਹਨਾਂ ਦੇ ਪੇਰੈਂਟਸ ਚੰਗੇ ਆ ਤੇ ਮੇਰੇ ਮਾੜੇ ਹੋ ਗਏ। ਬੱਚੇ ਦੇ ਦਿਮਾਗ ਦੇ ਵਿੱਚ ਇਹ ਵੀ ਤਾਂ ਸਵਾਲ ਆਉਂਦਾ ਨਾ ਜਦੋਂ ਉਸ ਨੂੰ ਤੁਸੀਂ ਕੋਈ ਚੀਜ਼ ਨਹੀਂ ਦਿਵਾਉਂਦੇ। ਕੀ ਕਹਿਣਾ ਮੋਟਾ ਸਾਹਿਬ? ਜੀ, ਆਪਣੇ ਜਿਹੜੀ ਸਾਰਿਆਂ ਨਾਲੋਂ ਡਿਫਿਕਲਟ ਸਪਿਰਿਚੁਅਲ ਗੱਲ ਆ ਉਹ ਇਹ ਹੈਗੀ ਕਿ ਇੱਕ ਇਨਸਾਨ, ਇੱਕ ਮਾਪਾ ਆਪਣੇ ਬੱਚਿਆਂ ਨੂੰ ਕੰਟੈਂਟਮੈਂਟ, ਸੰਤੋਖ ਕਿਵੇਂ ਸੁਣਾ ਸਕਦਾ, ਸਮਝਾ ਸਕਦਾ। ਕਿਹੜੀਆਂ ਐਸੀਆਂ ਪਰਿਭਾਸ਼ਾ ਆਪਾਂ ਬੱਚੇ ਨੂੰ ਛੋਟੇ ਹੁੰਦੇ ਨੂੰ ਦਈਏ ਕਿ ਉਹਨੂੰ ਪਤਾ ਲੱਗੇ ਕਿ ਜ਼ਿੰਦਗੀ ਦੇ ਵਿੱਚ ਸਬਰ ਸੰਤੋਖ ਨਾਂ ਦੀ ਵੀ ਕੋਈ ਚੀਜ਼ ਆ। ਇਹਦੇ ਉੱਤੇ ਆਪਣੇ ਕੰਮ ਨਹੀਂ ਹੁੰਦਾ, ਆਪਣੀ ਖਾਸ ਕਰਕੇ ਸਿੱਖ ਭਾਈਚਾਰੇ ਦੇ ਵਿੱਚ ਆਪਣੇ ਕੰਮ ਨਹੀਂ ਹੁੰਦਾ, ਜਦੋਂ ਕਿ ਸਿੱਖ ਧਰਮ ਦਾ ਕੁਝ ਬੁਨਿਆਦੀ ਅਸੂਲ ਇਹ ਆ ਕਿ ਤੁਹਾਨੂੰ ਸੰਤੋਖ ਰੱਖਣਾ ਚਾਹੀਦਾ ਆਪਣੇ ਜੀਵਨ ਦੇ ਵਿੱਚ। ਹੁਣ ਜੇ ਮੈਂ ਐਜ਼ ਅ ਫਾਦਰ ਆਪਣੇ ਮੁੰਡਿਆਂ ਨੂੰ ਤੇ ਆਪਣੀਆਂ ਕੁੜੀਆਂ ਨੂੰ ਇਹ ਦੱਸਦਾ ਨਹੀਂਗਾ ਵੀ ਤੁਹਾਨੂੰ ਕੰਟੈਂਟਮੈਂਟ ਦੀ ਕੋਈ ਲਾਈਨ ਤਾਂ ਲਾਣੀ ਪਊਗੀ ਨਾ। ਕੀ ਮੇਰੀ ਕੰਟੈਂਟਮੈਂਟ ਦੀ ਲਾਈਨ ਆਈਫੋਨ ਆ? ਕੀ ਮੇਰੀ ਕੰਟੈਂਟਮੈਂਟ ਦੀ ਲਾਈਨ BMW ਆ? ਕੀ ਮੇਰੀ ਕੰਟੈਂਟਮੈਂਟ ਦੀ ਲਾਈਨ ਕਿਹੜੀ ਆ? ਹੁਣ ਜੇ ਮੇਰੇ ਪੇਰੈਂਟਸ ਇਹ ਅਫੋਰਡ ਨਹੀਂ ਕਰਦੇ, ਮੈਂ ਫੇਰ ਵੀ ਨਹੀਂ ਕੰਟੈਂਟਮੈਂਟ ਦੀ ਲਾਈਨ ਲਾਣੀ। ਕਦੋਂ ਮੈਂ ਲਾਉਂਗਾ ਆਖਰ? ਮੇਰਾ ਖਿਆਲ 'ਚ ਜਿਹੜੀ ਡਿਸਕਸ਼ਨ ਆਪਣੇ ਹੋਣੀ ਚਾਹੀਦੀ ਆ, ਪਰ ਜਾਨੀ ਡਿਸਕਸ਼ਨ ਉਹ ਇਹ ਹੋਣੀ ਚਾਹੀਦੀ ਆ ਕਿ ਜਿਹੜੀ ਕੰਟੈਂਟਮੈਂਟ ਆ, ਜਿਹੜੀ ਸਬਰ ਸੰਤੋਖ ਆ, ਆਪਾਂ ਬੱਚਿਆਂ ਨੂੰ ਕਿਵੇਂ ਦਸੀਏ।
ਆਪਾਂ ਨੂੰ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਜਦੋਂ ਆਪਾਂ ਕਿਸੇ ਟੌਏ ਦੀ ਆਇਲ 'ਚ ਜਾਂਦੇ ਆ ਜਿੱਥੇ ਟੌਇਜ਼ ਪਏ ਹੁੰਦੇ ਆ, ਉੱਥੇ ਬੱਚਾ ਕਹਿੰਦਾ ਮੈਂ ਤਾਂ ਆ ਲੈਣਾ, ਤੁਸੀਂ ਕਹਿੰਦੇ ਵੀ ਪੁੱਤ ਇਹ ਹੈਗਾ 10 ਸਾਲ ਦੇ ਬੱਚੇ ਦਾ, ਤੇਰੀ ਉਮਰ ਹਜੇ ਹੈਗੀ ਆ 5 ਸਾਲ, ਹਜੇ ਨਹੀਂ ਤੈਨੂੰ ਮਿਲਣਾ, ਜਦੋਂ ਥੋੜਾ ਜਿਹਾ ਵੱਡਾ ਹੋ ਜਾਏਗਾ ਫਿਰ ਅਸੀਂ ਤੈਨੂੰ ਲੈ ਦਾਂਗੇ, ਤੂੰ ਕੁਝ ਹੋਰ ਚੁਣ ਲਾ ਆਪਣੀ ਏਜ ਦੇ ਹਿਸਾਬ ਨਾਲ। ਉਹ ਕਹਿੰਦਾ ਨਹੀਂ ਮੈਂ ਤਾਂ ਲੈਣਾ ਹੀ ਆ। ਉਹ ਹੁਣ ਰੁੱਸ ਗਿਆ, ਉਹ ਰੁੱਸ ਕੇ ਤੇ ਜੀ ਉਹ ਫਰਸ਼ ਤੇ ਪੈ ਗਿਆ ਤੇ ਮਾਰ ਚੀਕਾਂ ਮਾਰ ਰਿਹਾ, ਇਰਦ ਗਿਰਦ ਭੀੜ ਇਕੱਠੀ ਹੋ ਗਈ ਵੀ ਇਹ ਕਿਹੋ ਜਿਹਾ ਨਿਆਣਾ। ਇਸ ਤਰ੍ਹਾਂ ਦੀਆਂ ਤੁਸੀਂ ਸਰਕਮਸਟੈਂਸਸ ਦੇਖੋਗੇ। ਹੁਣ ਉਸ ਨੂੰ ਆਪਾਂ ਦੋ ਤਰੀਕੇ ਨਾਲ ਸਮਝ ਸਕਦੇ ਹਾਂ। ਇੱਕ ਤਾਂ ਆਪਾਂ ਕਹਿ ਸਕਦੇ ਹਾਂ ਇਹ ਬੱਚਾ ਜਿੱਦੀ ਆ, ਇਹ ਬੱਚਾ ਅੜੀ ਕਰਦਾ, ਇਹਨੂੰ ਲੈ ਦੋ, ਇੱਕ ਸਟੇਟ ਆ ਉਹਦਾ ਰੋਣਾ ਬੰਦ ਹੋ ਜੂ, ਆਪਾਂ ਘਰ ਲਿਆ ਕੇ ਤੇ ਕਰ ਲਓ। ਇੱਕ ਦੂਜੀ ਚੀਜ਼ ਆ ਕਿ ਤੁਸੀਂ ਉਹਦੇ ਨਾਲ ਕੋਲੇ ਜ਼ਮੀਨ ਤੇ ਬਹਿ ਜਾਓ, ਨਾਲੇ ਬਹਿ ਜਾਓ ਉਹਦੇ, ਉਹ ਪਿਆ ਹੋਇਆ ਤੁਸੀਂ ਉਹਦੇ ਨਾਲ ਬਹਿ ਜਾਓ, ਉਹਨੂੰ ਕਹੋ ਵੀ ਓਕੇ ਯੂ ਵਾਂਟ ਟੂ ਕਰਾਈ, ਪਲੀਜ਼ ਗੋ ਹੈਡ ਐਂਡ ਕਰਾਈ ਐਂਡ ਆਮ ਗੋਣਾ ਸਿਟ ਡਾਊਨ ਵਿਦ ਯੂ ਐਂਡ ਇਟਸ ਓਕੇ ਟੂ ਕਰਾਈ। ਹੁਣ ਉਹਨੇ ਰੋਣਾ, ਉਹ 5 ਮਿੰਟ ਰੋ ਸਕਦਾ, ਉਹ 10 ਮਿੰਟ ਰੋ ਸਕਦਾ, ਲੇਕਿਨ ਇੱਕ ਟਾਈਮ ਆਊਗਾ ਜਦੋਂ ਉਹਦਾ ਰੋਣਾ ਬੰਦ ਹੋ ਜਾਊਗਾ ਤੇ ਉਹਦੀ ਆਕੜ ਟੁੱਟ ਜੂ। ਹੁਣ ਉਹਨੂੰ ਆਪਾਂ ਸਮਝਾ ਸਕਦੇ ਹਾਂ, ਹੁਣ ਉਹਦਾ ਮਾਈਂਡ ਠੰਡਾ ਹੋ ਗਿਆ, ਹੁਣ ਉਹਨੂੰ ਕਹਿ ਸਕਦੇ ਹਾਂ ਵੀ ਬੇਟੇ ਮਮ ਡੈਡ ਨੂੰ ਲਿਸਨ ਕਰਨਾ ਤੇਰਾ ਪ੍ਰਾਈਮ ਰਿਸਪੌਂਸਿਬਿਲਟੀ ਆ ਲਾਈਫ ਦੀ। ਪ੍ਰਾਈਮ, ਜਿਵੇਂ ਤੁਸੀਂ ਵੀ ਦੱਸਿਆ ਸੀਗਾ ਕਿ ਆਪਣੇ ਜਿਹੜੇ ਰਿਸ਼ਤੇ ਆ, ਰਿਸ਼ਤਿਆਂ ਦੀ ਇੱਕ ਅਹਿਮੀਅਤ ਆ, ਮਾਪਿਆਂ ਦੀ ਇੱਕ ਅਥਾਰਟੀ ਆ, ਉਹਨੂੰ ਮੰਨਣਾ ਬਹੁਤ ਇੰਪੋਰਟੈਂਟ ਆ। ਜੇ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਗੱਲ ਨਹੀਂ ਕਰਦੇ ਤਾਂ ਬੱਚੇ ਕਿਵੇਂ ਸਮਝਣਗੇ ਕਿ ਮਾਪਾ ਹਰ ਇੱਕ ਗੱਲ ਨੂੰ ਹਾਂ ਥੋੜੀ ਕਰ ਸਕਦਾ। ਕਦੇ ਤਾਂ ਉਹ ਨਾ ਕਰੂਗਾ ਹੀ, ਤੇ ਇਹਦਾ ਮਤਲਬ ਉਹ ਮੇਰਾ ਦੁਸ਼ਮਣ ਹੋ ਗਿਆ। ਪਰ ਆਪਾਂ ਨੇ ਗੱਲ ਹੀ ਨਹੀਂ ਕੀਤੀ ਬੱਚੇ ਨੂੰ, ਤਾਂ ਇਹ ਤਾਂ ਸਮਝਾਇਆ ਹੀ ਨਹੀਂ ਆਪਾਂ ਬੱਚੇ ਨੂੰ। ਤੇ ਆਫ ਕੋਰਸ ਉਹਨੂੰ ਜਦੋਂ ਪਹਿਲੀ ਵਾਰੀ ਨਾ ਹੁੰਦੀ ਉਹਨੂੰ ਲੱਗਦਾ ਯਾਰ ਇਹ ਮੇਰੇ ਕਿਹੋ ਜਿਹੇ ਮਾਪੇ ਆ, ਇਹਨਾਂ ਨੇ ਨਾ ਕਿਵੇਂ ਕਰਤੀ, ਮੈਨੂੰ ਨਾ ਕਿਵੇਂ ਕਰਤੀ ਇਹਨਾਂ ਨੇ। ਪਰ ਉਸ ਤੋਂ ਪਹਿਲਾਂ ਟੋਰਾਂਟੋ ਤੋਂ ਆਏ ਹੋਏ ਸਾਡੇ ਖਾਸ ਮਹਿਮਾਨ ਬਲਦੇਵ ਮੁੱਟਾ ਜੀ ਨਾਲ ਤੁਹਾਡੀ ਗੱਲਬਾਤ ਅਸੀਂ ਕਰਾਉਣ ਜਾ ਰਹੇ ਹਾਂ। ਬਲਦੇਵ ਮੁੱਟਾ ਜੀ, ਵੈਲਕਮ ਟੂ ਦੀ ਪ੍ਰੋਗਰਾਮ। ਥੈਂਕ ਯੂ ਜੀ, ਥੈਂਕ ਯੂ ਬਰਾੜ ਸਾਹਿਬ। ਔਰ ਰੇਡੀਓ ਧਮਾਲ ਦੇ ਉੱਤੇ ਤੁਸੀਂ ਜੁੜੇ ਹੋਏ ਹੋ 92.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ। ਬਲਦੇਵ ਮੁੱਟਾ ਜੀ, ਥੋੜੀ ਜੀ ਤੁਹਾਡੇ ਬਾਰੇ ਸਾਡੇ ਸਰੋਤਿਆਂ ਨੂੰ ਥੋੜੀ ਜਾਣਕਾਰੀ ਦੇ ਦਈਏ ਕਿ ਤੁਸੀਂ ਕਿਵੇਂ ਔਰ ਕਿਸ ਤਰੀਕੇ ਦੇ ਨਾਲ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਉਪਰਾਲਾ ਕਰਕੇ ਸਾਡੀ ਕਮਿਊਨਿਟੀ ਦੇ ਮੈਂਬਰਸ ਨੂੰ ਇੱਕ ਚੇਤਨਾ, ਇੱਕ ਅਵੇਅਰਨੈਸ ਦਿੰਦੇ ਹੋ ਔਰ ਉਹਨਾਂ ਦੀ ਬਹੁਤ ਸਾਰੇ ਐਸੇ ਮਸਲਿਆਂ ਦੇ ਵਿੱਚ ਮਦਦ ਕਰਦੇ ਹੋ। ਸੋ ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ ਬਲਦੇਵ ਮੁੱਟਾ ਜੀ। ਜੀ ਮੈਂ 1968 ਦੇ ਵਿੱਚ 29 ਜੁਲਾਈ 1968 ਦੇ ਵਿੱਚ ਵਿਨੀਪੈਗ ਆਇਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਕੁਝ ਸਾਲ ਇੱਥੇ ਰਹਿਣ ਦੇ ਬਾਅਦ ਫਿਰ ਮੈਂ ਵਾਪਸ ਉੱਥੇ ਟੋਰਾਂਟੋ ਚਲੇ ਗਿਆ। ਉੱਥੇ ਜਾ ਕੇ ਫਿਰ ਜਿਵੇਂ ਕਿ ਹਰ ਇੱਕ ਨਵਾਂ ਇਮੀਗ੍ਰੈਂਟ ਆ ਕੇ ਸਟਰਗਲ ਕਰਦਾ ਆਪਣੇ ਜਾਣੀ ਕਰੀਅਰ ਦੇ ਵਿੱਚ, ਸਾਨੂੰ ਵੀ ਇਹ ਸਟਰਗਲ ਕਰਨੀ ਪਈ। ਲੇਕਿਨ ਮੈਂ ਇਹ ਆਪਣੀ ਪਹਿਲੇ ਜ਼ਿੰਦਗੀ ਦੇ ਦੌਰਾਨ ਇਹ ਦੇਖਦਾ ਸੀਗਾ ਕਿ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਸਿਹਤ ਸੇਵਾਵਾਂ ਦੇ ਵਿੱਚ ਜਿਹੜੇ ਇੱਥੋਂ ਦੇ ਹੈਲਥ ਪ੍ਰੋਫੈਸ਼ਨਲਸ ਆ, ਜਿਹੜੇ ਮਾਹਰ ਆ, ਉਹਨਾਂ ਕੋਲੇ ਜਦੋਂ ਉਹ ਜਾਂਦੇ ਆ ਤਾਂ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਨਾਂ ਨੂੰ ਇਹ ਮੁਸ਼ਕਲ ਆਉਂਦੀ ਆ ਕਿ ਸਾਡੇ ਜਿਹੜੇ ਸੱਭਿਆਚਾਰਕ ਕਦਰਾਂ ਕੀਮਤਾਂ, ਜਿਹੜੀਆਂ ਧਾਰਮਿਕ ਕਦਰਾਂ ਕੀਮਤਾਂ, ਉਹਨਾਂ ਦੀ ਇੱਥੋਂ ਦੇ ਮਾਹਰਾਂ ਨੂੰ ਪਛਾਣ ਨਹੀਂ ਗਈ ਜਾਂ ਸਮਝਣ ਦੇ ਵਿੱਚ ਡਿਫਿਕਲਟੀ ਆਉਂਦੀ ਆ। ਤਾਂ ਉਹਦੇ ਨਾਲ ਜਿਹੜੀਆਂ ਸਮੱਸਿਆਵਾਂ ਖੜੀਆਂ ਹੁੰਦੀਆਂ ਸੀ ਤੇ ਮੇਰੇ ਮਨ ਦੇ ਵਿੱਚ ਸੀਗਾ ਵੀ ਇਹ ਕਿਸ ਤਰੀਕੇ ਨਾਲ ਹੱਲ ਕੀਤੀਆਂ ਜਾਣ। ਹਾਂਜੀ। ਸੋ ਉਸ ਨੂੰ ਫਿਰ ਮੈਂ 1988 ਦੇ ਵਿੱਚ ਮੈਂ ਕਾਲਜ ਗਿਆ, ਮੈਂ ਉੱਥੋਂ ਆਪਣਾ ਡਿਪਲੋਮਾ ਲਿੱਤਾ ਸੋਸ਼ਲ ਵਰਕ ਦੇ ਵਿੱਚ। ਤੇ 1988 ਦੇ ਵਿੱਚ ਅੰਟਾਰੀਓ ਚ ਕਾਲਜ ਗਏ ਜੀ। ਠੀਕ ਹੈ ਜੀ। ਤੇ ਕੀ ਕੋਰਸ ਕੀਤਾ? ਉਦੋਂ ਸੋਸ਼ਲ ਵਰਕ ਦਾ ਕੋਰਸ ਹੁੰਦਾ ਜੀ, 2 ਸਾਲ ਦਾ ਡਿਪਲੋਮਾ ਹੁੰਦਾ। ਉਸ ਤੋਂ ਬਾਅਦ ਫਿਰ ਮੈਨੂੰ ਕਈ ਸਾਰੀਆਂ ਹੋਰ ਜਾਣੀ ਕੋਰਸਿਸ ਕਰਨੇ ਪਏ। ਪਰ ਇੱਕ ਮੈਨੂੰ ਆਈਡੀਆ ਮਿਲ ਗਿਆ ਕਿ ਹੁਣ ਆਪਾਂ ਆਪਣੀ ਇੱਕ ਏਜੰਸੀ ਨਾਟ ਫਾਰ ਪ੍ਰੋਫਿਟ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ NGO ਕਹਿੰਦੇ ਆ, ਆਪਾਂ ਆਪਣੀ ਇੱਕ NGO ਬਣਾ ਸਕਦੇ ਹਾਂ ਜਿਹਦੇ ਨਾਲ ਕਿ ਆਪਾਂ ਪੰਜਾਬੀ ਕਮਿਊਨਿਟੀ ਦੀ ਮਦਦ ਕਰ ਸਕਦੇ ਹਾਂ। ਤੇ ਇੰਨਾ ਕਦੇ ਵੀ ਨਹੀਂ ਸੀ ਜ਼ਿੰਦਗੀ 'ਚ ਸੋਚਿਆ ਕਿ ਮਤਲਬ ਕਿ ਇਸ ਪਾਸੇ ਨੂੰ ਇੰਨੀ ਜ਼ਿਆਦਾ ਲੋੜ ਪਊਗੀ। ਉਹ ਜਿਉਂ-ਜਿਉਂ ਅਸੀਂ ਕੰਮ ਕਰਕੇ ਤੇ ਜਿਉਂ-ਜਿਉਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਤੇ ਸਾਨੂੰ ਫੰਡਿੰਗ ਮਿਲੀ, ਤਿਉਂ-ਤਿਉਂ ਸਾਨੂੰ ਦੇਖਣ ਵਿੱਚ ਆਇਆ ਕਿ ਆ ਵੀ ਜ਼ਰੂਰਤ ਆ, ਆ ਵੀ ਜ਼ਰੂਰਤ ਆ, ਆ ਵੀ ਜ਼ਰੂਰਤ ਆ। ਤੇ ਅਸੀਂ ਸ਼ੁਰੂ ਕੀਤਾ ਸੀ ਆਦਮੀਆਂ ਦੀ ਸ਼ਰਾਬ ਦੇ ਮਸਲੇ ਤੋਂ। ਅੱਛਾ ਜੀ। ਕਿ ਬਹੁਤ ਜ਼ਿਆਦਾ ਡਰਿੰਕਿੰਗ ਐਂਡ ਡਰਾਈਵਿੰਗ ਹੁੰਦੀ ਆ। ਪੁਲਿਸ ਵਾਲੇ ਵੀ ਉੱਥੇ ਆਪਣੇ ਟੋਰਾਂਟੋ ਦੇ ਵਿੱਚ ਕੰਸਰਨ ਸੀਗੇ ਵੀ ਪੰਜਾਬੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਡਰਿੰਕਿੰਗ ਐਂਡ ਡਰਾਈਵਿੰਗ ਹੁੰਦੀ ਆ, ਵੀ ਪਲੀਜ਼ ਇਹਦਾ ਕੁਝ ਕਰੋ। ਤੇ ਅਸੀਂ ਉੱਥੋਂ ਸ਼ੁਰੂ ਕੀਤਾ ਸੀ। ਅੱਛਾ ਜੀ।
ਪਹਿਲਾ ਜਿਹੜਾ ਪ੍ਰੋਜੈਕਟ ਸੀਗਾ ਉਹ ਨਸ਼ਿਆਂ ਦੀ ਰੋਕਥਾਮ ਸੀ, ਜਾਣਕਾਰੀ ਸੀ ਵੀ ਕਿਸ ਤਰੀਕੇ ਨਾਲ ਤੁਹਾਨੂੰ ਇਹ ਜੇ ਤੁਹਾਨੂੰ ਪੁਲਿਸ ਵਾਲਿਆਂ ਨੇ ਫੜ ਲਿਆ ਡਰਿੰਕਿੰਗ ਐਂਡ ਡਰਾਈਵਿੰਗ 'ਚ, ਨਾਟ ਓਨਲੀ ਤੁਹਾਨੂੰ ਤੁਹਾਡਾ ਡਰਾਈਵਿੰਗ ਲਾਇਸੈਂਸ ਸਸਪੈਂਡ ਹੋ ਜਾਊ, ਤੁਹਾਨੂੰ ਵਕੀਲ ਕਰਨਾ ਪਊ, ਤੁਹਾਡਾ ਹੋ ਸਕਦਾ ਕੰਮ ਛੁੱਟ ਜੇ, ਤੇ ਤੁਹਾਨੂੰ ਬਹੁਤ ਸਾਰੀਆਂ ਫਾਈਨੈਂਸ਼ੀਅਲ ਮੁਸ਼ਕਲਾਂ ਵੀ ਆਉਣਗੀਆਂ। ਇਹਦੇ ਨਾਲ ਜਿਹੜੀਆਂ ਬਾਕੀ ਦੀਆਂ ਹੋਣਗੀਆਂ ਉਹ ਤਾਂ ਹੋਣਗੀਆਂ ਹੀ ਹੋਣਗੀਆਂ। ਬਿਲਕੁਲ। ਉੱਥੋਂ ਸ਼ੁਰੂ ਕਰਕੇ ਫਿਰ ਸਾਨੂੰ ਬਾਅਦ 'ਚ ਪਤਾ ਲੱਗਿਆ ਕਿ ਕਈ ਪਰਿਵਾਰਾਂ ਦੇ ਵਿੱਚ ਨਸ਼ਿਆਂ ਦੇ ਕਰਕੇ ਪਰਿਵਾਰਕ ਕਲੇਸ਼ ਵੀ ਹੁੰਦਾ। ਫਿਰ ਅਸੀਂ ਡੋਮੈਸਟਿਕ ਵਾਇਲੈਂਸ ਦਾ ਪ੍ਰੋਗਰਾਮ ਸ਼ੁਰੂ ਕਰਤਾ। ਅੱਛਾ ਜੀ। ਫਿਰ ਅਸੀਂ ਥੋੜੀ ਦੇਰ ਬਾਅਦ ਸਾਨੂੰ ਪਤਾ ਲੱਗਿਆ ਕਿ ਬੱਚਿਆਂ ਦੀਆਂ ਤੇ ਮਾਪਿਆਂ ਦੀਆਂ ਆਪਸੀ ਟਕਰਾਓ ਵੀ ਹੁੰਦਾ। ਹਾਂਜੀ, ਉਹਦੇ ਦਾ ਵੀ ਇੱਕ ਪ੍ਰੋਗਰਾਮ ਸ਼ੁਰੂ ਕਰਤਾ, ਜਨਰੇਸ਼ਨ ਗੈਪ। ਹਾਂਜੀ, ਜਿਹਨੂੰ ਆਪਾਂ ਜਨਰੇਸ਼ਨ ਗੈਪ ਕਹਿੰਦੇ ਆ। ਹੌਲੀ ਹੌਲੀ ਸਾਨੂੰ ਫਿਰ ਇਹ ਪਤਾ ਲੱਗਿਆ ਕਿ ਬਜ਼ੁਰਗਾਂ ਦੀਆਂ ਵੀ ਸਮੱਸਿਆਵਾਂ। ਅੱਛਾ ਜੀ। ਤੇ ਫਿਰ ਉਹਦਾ ਇੱਕ ਪ੍ਰੋਗਰਾਮ ਸ਼ੁਰੂ ਕਰਤਾ। ਅੱਛਾ ਜੀ। ਫਿਰ ਕੁਝ ਸਾਲਾਂ ਬਾਅਦ ਸਾਨੂੰ ਇਹ ਪਤਾ ਲੱਗਿਆ ਵੀ ਇਹ ਜਿਹੜੇ ਨਵੇਂ ਪ੍ਰਵਾਸੀ ਆਉਂਦੇ ਆ ਉਹਨਾਂ ਨੂੰ ਕਈ ਵਾਰੀ ਗਾਈਡ ਨਹੀਂ ਮਿਲਦੀ, ਸਹੀ ਸਲਾਹ ਨਹੀਂ ਮਿਲਦੀ ਵੀ ਅਸੀਂ ਜਿਹੜੀ ਡਿਗਰੀਆਂ ਕਰਕੇ ਆਏ ਆ ਉਹਨਾਂ ਨੂੰ ਕੈਨੇਡਾ 'ਚ ਇਵੈਲੂਏਟ ਕਰਾ ਕੇ ਥੋੜਾ ਜਿਹਾ ਵੋਲੰਟੀਅਰ ਵਰਕ ਕਰਕੇ ਅਸੀਂ ਚੰਗੀ ਜੌਬ ਕਿਵੇਂ ਲੈਣੀ ਆ। ਅੱਛਾ ਜੀ। ਆਪਣੇ ਕੀ ਹੁੰਦਾ ਕਿ ਆਪਾਂ ਜਦੋਂ ਆਨੇ ਆ ਪਹਿਲਾਂ ਆਪਾਂ ਇਹ ਪੁੱਛਦੇ ਆ ਕਿ ਜਿਹੜੇ ਇੱਥੇ ਆਏ ਹੋਏ ਆ ਉਹਨਾਂ ਨੂੰ ਪੁੱਛ ਕੇ ਆਪਾਂ ਪਤਾ ਕਰੀਏ ਵੀ ਕਿੱਥੇ ਕੁ ਜੌਬਾਂ ਮਿਲਦੀਆਂ। ਕਈ ਵਾਰੀ ਅਸੀਂ ਮਤਲਬ ਕਿ ਐਂਟਰੀ ਲੈਵਲ ਪੋਜੀਸ਼ਨ ਕਰ ਲੈਂਦੇ ਆ ਤੇ ਮੁੜ ਕੇ ਸਾਰੀ ਉਮਰ ਉਸ ਐਂਟਰੀ ਲੈਵਲ ਪੋਜੀਸ਼ਨ 'ਚ ਹੀ ਨਿਕਲ ਜਾਂਦੀ ਆ, ਕਿਉਂਕਿ ਉਹਦੇ ਨਾਲ ਹੀ ਅਸੀਂ ਘਰ ਲੈ ਲੈਂਦੇ ਆ। ਫਿਰ ਅਸੀਂ ਛੱਡ ਨਹੀਂ ਸਕਦੇ, ਅਸੀਂ ਸਕੂਲ ਨਹੀਂ ਜਾ ਸਕਦੇ, ਅਸੀਂ ਕਈ ਕੁਛ ਨਹੀਂ ਕਰ ਸਕਦੇ। ਹਾਂਜੀ। ਸੋ ਕਹਿਣ ਤੋਂ ਮੇਰਾ ਭਾਵ ਆ ਕਿ ਹੌਲੀ ਹੌਲੀ ਕਰਕੇ ਆਪਾਂ 33 ਸਾਲ 'ਚ 1990 'ਚ ਅਸੀਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਬਣਾਈ। ਠੀਕ ਹੈ ਜੀ। ਤੇ ਹੁਣ ਆਪਣੇ ਜੁਲਾਈ 'ਚ 33 ਸਾਲ ਹੋ ਜਾਣੇ ਆ। ਹਾਂਜੀ। ਤੇ 33 ਸਾਲਾਂ ਦੇ ਵਿੱਚ ਆਪਣੇ ਹੁਣ 108 ਬੰਦਾ ਕੰਮ ਕਰਦਾ। ਓਕੇ। ਇੱਕ ਬੰਦੇ ਤੋਂ ਸ਼ੁਰੂ ਕੀਤਾ ਸੀ ਮੈਂ, ਤੇ ਹੁਣ ਆਪਣੇ ਕੋਲੇ 108 ਬੰਦਾ ਸ਼ੁਰੂ ਹੈਗੇ ਆਪਣੇ ਕੋਲੇ। ਤੇ ਪਹਿਲਾਂ ਆਪਣੇ ਕੋਲੇ ਕੋਈ ਫੰਡਿੰਗ ਨਹੀਂ ਸੀ ਹੁੰਦੀ, ਆਪਾਂ ਆਪਸ ਵਿੱਚ ਹੀ ਜਿੰਨਾ ਕੁ ਕਰ ਸਕਦੇ ਸੀ ਕਰੀ ਜਾਂਦੇ ਸੀਗੇ। ਅੱਛਾ ਜੀ। ਹੁਣ ਆਪਣੇ ਕੋਲੇ $10 ਮਿਲੀਅਨ ਦੀ ਫੰਡਿੰਗ ਆ। ਓਕੇ। ਜਾਨੀ ਆਪਣੇ ਕੋਲ, ਹਾਂਜੀ, ਸਾਲ ਦੀ। ਠੀਕ ਹੈ ਜੀ। ਸੋ ਇਹਦੇ ਨਾਲ ਮਤਲਬ ਕਿ ਜਿੰਨਾ ਵੀ ਸਾਡੇ ਕੋਲੇ ਆਉਂਦੇ ਆ ਉਹ ਸਾਰੇ ਫ੍ਰੀ ਆ। ਸਾਡੇ ਕੋਲੇ ਸਾਈਕਾਇਟਰਿਸਟ ਹੈਗੇ ਆ, ਮੈਡੀਕਲ ਡਾਕਟਰ ਹੈਗੇ ਆ, ਨਰਸਾਂ ਹੈਗੀਆਂ, ਸੋਸ਼ਲ ਵਰਕਰਸ ਹੈਗੇ ਆ, ਸਾਈਕੋਥੈਰੇਪਿਸਟ ਹੈਗੇ ਆ, ਸਾਈਕੋਲੋਜਿਸਟ ਹੈਗੇ ਆ। ਸੋ ਇਹਦਾ ਮਤਲਬ ਇੱਕ ਕਾਫੀ ਵੱਡਾ ਨੈਟਵਰਕ ਆ। ਤੇ ਇਸੇ ਚੀਜ਼ ਨੂੰ ਮੈਂ ਮੁੱਖ ਰੱਖ ਕੇ ਆਪਣੇ ਵਿਨੀਪੈਗ ਅਸੀਂ ਇੱਕ ਛੋਟੀ ਜਿਹੀ ਬ੍ਰਾਂਚ ਸ਼ੁਰੂ ਕੀਤੀ ਆ। ਉਹਨੂੰ ਹੁਣ ਵਿਨੀਪੈਗ ਫਾਊਂਡੇਸ਼ਨ ਵਾਲਿਆਂ ਨੇ $50,000 ਦੀ ਗ੍ਰਾਂਟ ਦਿੱਤੀ ਆ। ਠੀਕ ਹੈ। ਉਹਦੇ ਨਾਲ ਹੌਲੀ ਹੌਲੀ ਕਰਕੇ ਆਪਾਂ ਇੱਥੇ ਵੀ ਇਹ ਸੰਸਥਾ ਸ਼ੁਰੂ ਕਰਾਂਗੇ ਤਾਂ ਕਿ ਫ੍ਰੀ ਆਪਣੀ ਪੰਜਾਬੀ ਕਮਿਊਨਿਟੀ ਨੂੰ ਸੇਵਾਵਾਂ ਮਿਲਣ। ਔਰ ਇਹਨਾਂ ਸੇਵਾਵਾਂ ਦੇ ਵਿੱਚ ਬੇਸਿਕਲੀ ਕਾਉਂਸਲਿੰਗ ਜ਼ਿਆਦਾ ਹੈਗੀ ਮੇਰੇ ਹਿਸਾਬ ਨਾਲ। ਹਾਂਜੀ, ਕਾਉਂਸਲਿੰਗ ਜ਼ਿਆਦਾ ਆ। ਤੇ ਨਾਲੇ ਅਸੀਂ ਮਤਲਬ ਕਿ ਇਹ ਦੱਸਣਾ ਚਾਹੁੰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਕਿਵੇਂ ਆਉਂਦੀਆਂ। ਜਾਣੀ ਮੇਰੀ ਜਿਹੜੀ ਜ਼ਿਆਦਾ ਥਿਓਰੇਟੀਕਲ ਜਿਹੜੀ ਕਾਉਂਸਲਿੰਗ ਹੁੰਦੀ ਆ ਉਹ ਪ੍ਰਡੋਮੀਨੈਂਟਲੀ ਇਹ ਹੁੰਦੀ ਆ ਬਈ ਤੁਸੀਂ ਕਦੇ ਆਉਣ ਵਾਲੇ ਭਵਿੱਖ ਬਾਰੇ ਸੋਚਿਆ ਜਿਹੜਾ ਤੁਸੀਂ ਉਲੀਕ ਸਕਦੇ ਹੋ। ਜੇ ਤੁਹਾਡਾ ਬੱਚਾ ਅੱਜ 1 ਸਾਲ ਦਾ ਤੇ 20 ਸਾਲਾਂ ਬਾਅਦ ਉਹਨੇ 20 ਸਾਲ ਦਾ ਹੋ ਜਾਣਾ, ਤੁਸੀਂ ਕੀ ਪਲਾਨਿੰਗ ਕੀਤੀ ਆ? ਜੇ ਤੁਸੀਂ ਅੱਜ 40 ਸਾਲ ਦੇ ਹੋ, 20 ਸਾਲਾਂ ਨੂੰ ਤੁਸੀਂ 60 ਦੇ ਹੋ ਜਾਓਗੇ, ਤੁਸੀਂ ਕੀ ਪਲਾਨਿੰਗ ਕੀਤੀ ਆ? ਤੁਹਾਡੇ ਕੋਲ ਇਨਫ ਮਨੀ ਹੈਗੀ ਆ ਰਿਟਾਇਰ ਹੋਣ ਦੀ? ਜਿਸ ਹਿਸਾਬ ਨਾਲ ਮਹਿੰਗਾਈ ਕੈਨੇਡਾ 'ਚ ਵੱਧ ਰਹੀ ਆ, ਤੁਹਾਨੂੰ ਕਿੰਨੇ $1,000 ਚਾਹੀਦਾ ਹਰ ਮਹੀਨੇ ਰਿਟਾਇਰ ਹੋਣ ਤੋਂ ਬਾਅਦ ਜਿਉਣ ਵਾਸਤੇ, ਚੰਗੇ ਜਿਉਣ ਵਾਸਤੇ? ਇਹ ਜਿਹੜੀਆਂ ਸਾਰੀਆਂ ਪਲਾਨਿੰਗ ਹੈਗੀਆਂ ਇਹ ਆਪਣੇ ਕਲਚਰ ਦਾ ਸਟਰੋਂਗ ਪੁਆਇੰਟ ਨਹੀਂਗਾ। ਬਿਲਕੁਲ। ਆਪਾਂ ਜਿਸ ਹਿਸਾਬ ਨਾਲ ਆਪਾਂ ਨੂੰ ਜ਼ਿੰਦਗੀ ਤੋਰੀ ਜਾਂਦੀ ਆ, ਅਸੀਂ ਉਸ ਜ਼ਿੰਦਗੀ ਨੂੰ ਉਸ ਹਿਸਾਬ ਨਾਲ ਤੁਰੀ ਜਾਂਦੇ ਆ। ਹਾਂਜੀ। ਸੋ ਮੇਰਾ ਜ਼ਿਆਦਾ ਹੁੰਦਾ ਵੀ ਆਪਾਂ ਥੋੜਾ ਜਿਹਾ ਇੱਕ ਕਦਮ ਪਿੱਛੇ ਹਟ ਕੇ ਬੈਠ ਕੇ ਥੋੜਾ ਜਿਹਾ ਆਪਾਂ ਪਲਾਨ ਕਰ ਲਈਏ, ਸੋਚ ਲਈਏ, ਵਿਚਾਰ ਲਈਏ ਕਿ ਸਾਡੇ ਬੱਚੇ ਕਿੱਥੇ ਆ, ਬੱਚਿਆਂ ਦੇ ਨਾਲ ਕਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਮੁਸ਼ਕਲਾਂ ਆ ਰਹੀਆਂ, ਆਲੇ ਦੁਆਲੇ ਕੀ ਹੋ ਰਿਹਾ, ਕੀ ਸਾਡੇ ਬੱਚੇ ਵੀ ਉਹਨਾਂ ਮੁਸ਼ਕਲਾਂ ਦੇ ਵਿੱਚ ਤਾਂ ਨਹੀਂ ਫਸ ਜਾਣਗੇ। ਜਿਵੇਂ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਆਪਾਂ ਹਜੇ ਇਹ ਪ੍ਰੋਗਰਾਮ ਸ਼ੁਰੂ ਨਹੀਂ ਸੀ ਕੀਤਾ, ਆਪਾਂ ਨੇ ਵਿਚਾਰ ਵਟਾਂਦਰਾ ਕੀਤਾ। ਜਿਵੇਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਇੱਕ ਉਪਰਾਲਾ ਕੀਤਾ ਕਿ ਆਨਲਾਈਨ ਪੰਜਾਬੀ ਕਲਾਸਿਸ ਦਾ। ਹੁਣ ਮੈਂ ਕਿੰਨੀ ਵਾਰੀ ਜਦੋਂ ਆਪਣੇ ਉਹਦੇ 'ਚ ਸੋਚਦਾ ਹੁੰਨਾ ਤਾਂ ਉਹਦੇ 'ਚ ਇਹ ਦੇਖਦਾ ਹੁੰਨਾ ਕਿ ਬਹੁਤ ਸਾਰੇ ਜਿਹੜੀਆਂ ਸਮੱਸਿਆਵਾਂ ਉਹ ਆਪਣੀਆਂ ਸੱਭਿਆਚਾਰ ਨੂੰ ਨਾ ਪਛਾਣਦੇ ਹੋਏ ਆ, ਤੇ ਜਿਹੜੇ ਆਪਣੀ ਨੌਜਵਾਨ ਪੀੜ੍ਹੀ ਆ ਉਹਨਾਂ ਦੀ ਇਸ ਚੀਜ਼ ਨਾਲ ਕਲੋਜ਼ਨੈਸ ਨਾ ਹੋਣ ਕਰਕੇ ਤੇ ਬੱਚਿਆਂ ਦੇ ਵਿੱਚ ਤੇ ਮਾਪਿਆਂ ਦੇ ਵਿੱਚ ਟਕਰਾਓ ਹੋ ਜਾਂਦਾ। ਉਹ ਟਕਰਾਓ ਕਈ ਵਾਰੀ ਇੰਨਾ ਵੱਧ ਜਾਂਦਾ ਕਿ ਬੱਚੇ ਆਪਣੇ ਗਲਤ ਰਸਤੇ ਤੇ ਤੁਰ ਪੈਂਦੇ ਆ ਤੇ ਮਾਪੇ ਆਪਣਾ ਵਿਚਾਰੇ ਸਟ੍ਰੈਸ 'ਚ ਹੁੰਦੇ
ਹੁੰਦੇ ਆ ਵੀ ਅਸੀਂ ਕਾਹਤੇ ਕੈਨੇਡਾ 'ਚ ਆਏ ਆ, ਹਾਂਜੀ, ਅਸੀਂ ਜਿਹੜੇ ਖਾਤਰ ਆਏ ਸੀ ਉਹ ਤਾਂ ਵਿਚਾਰੇ ਸਾਡੇ ਹੱਥੋਂ ਚਲੇ ਗਏ। ਤੇ ਉਹ ਮੈਂ ਤੁਹਾਨੂੰ ਵੀ ਇਹ ਬਹੁਤ ਵਧੀਆ, ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਆਪਣੇ ਤੇ ਇੱਕ ਕੋਸ਼ਿਸ਼ ਕਰ ਰਹੇ ਹੋ। ਅਸੀਂ ਆਪਣੀ ਜਗ੍ਹਾ ਤੇ ਆਪਣੀ ਸੋਸ਼ਲ ਸਰਵਿਸਿਜ਼ ਦੀ ਕਰ ਰਹੇ ਹਾਂ ਵੀ ਮਤਲਬ ਕਿ ਬਗੈਰ ਪੈਸਿਆਂ ਤੋਂ ਕਿਸ ਤਰੀਕੇ ਨਾਲ ਕਮਿਊਨਿਟੀ ਦੀ ਹੈਲਪ ਹੋ ਸਕੇ, ਚਾਹੇ ਉਹ ਮੈਂਟਲ ਹੈਲਥ ਨੂੰ ਸਮਝਣਾ, ਚਾਹੇ ਉਹ ਜਿਹੜੇ ਆਪਣੇ ਬੱਚੇ ਅੱਜ ਕੱਲ੍ਹ ਡਰੱਗ ਦੇ ਮਾਮਲੇ 'ਚ ਫਸੇ ਹੋਏ ਆ ਉਹਨਾਂ ਨੂੰ ਕਿਵੇਂ ਉਹਨਾਂ 'ਚੋਂ ਬਾਹਰ ਕੱਢਣਾ, ਤੇ ਕਿਸ ਤਰ੍ਹਾਂ ਬਜ਼ੁਰਗਾਂ ਦੀ ਹੈਲਪ ਹੋਵੇ। ਹੁਣ ਸਾਡੇ 'ਚ ਤੁਸੀਂ ਮਤਲਬ ਕਿ ਹੈਰਾਨ ਹੋਵੋਗੇ ਕਿ ਆਪਣੇ ਸਿੱਖ ਭਾਈਚਾਰੇ ਦੇ ਵਿੱਚ ਅਸੀਂ 46 ਬਜ਼ੁਰਗਾਂ ਨੂੰ ਹਰ ਰੋਜ਼ ਦੁਪਹਿਰ ਦਾ ਖਾਣਾ ਤੇ ਰਾਤ ਦਾ ਖਾਣਾ ਦਿੰਦੇ ਆ। ਅੱਛਾ ਜੀ। ਕਦੇ ਤੁਸੀਂ ਯਕੀਨ ਨਹੀਂ ਕਰ ਸਕਦੇ ਹੋਵੋਗੇ, ਇਹ ਕਨਸੈਪਟ ਹੀ ਨਹੀਂ ਕਲੀਅਰ ਹੁੰਦਾ ਕਿ ਸਿੱਖ ਭਾਈਚਾਰੇ ਦੇ ਵਿੱਚ ਕਿਵੇਂ ਹੋ ਸਕਦਾ ਕਿ ਬਜ਼ੁਰਗ ਭੁੱਖੇ ਸੌ ਜਾਣ। ਕਿਵੇਂ ਹੋ ਸਕਦਾ ਹੈ? ਸਹੀ ਗੱਲ। ਲੇਕਿਨ ਅਸੀਂ ਮਤਲਬ ਕਿ ਉੱਥੇ ਆਪਣੇ ਬਜ਼ੁਰਗਾਂ ਨੂੰ ਰੋਟੀ ਦਿੰਦੇ ਹਾਂ। ਆਪਣੇ ਗੁਰਦੁਆਰਿਆਂ 'ਚ ਤੇ ਜਿੰਨੇ ਆਪਣੀ ਖਾਲਸਾ ਏਡ ਆ, ਯੂਨਾਈਟਿਡ ਸਿੱਖਸ ਵਾਲੇ ਆ, ਜਿੱਥੇ ਵੀ ਤੁਸੀਂ ਜਾਓਗੇ ਆਪਣੇ ਲੰਗਰ ਦੀ ਪ੍ਰਥਾ ਚੱਲਦੀ ਆ। ਹਾਂਜੀ, ਰਾਈਟ। ਅੱਛਾ, ਹੁਣ ਆਪਣੇ ਬਜ਼ੁਰਗ ਇੱਥੇ ਭੁੱਖੇ ਸੌਂਦੇ ਆ ਬਰੈਂਪਟਨ 'ਚ, ਇਹ ਕਿਵੇਂ ਹੋ ਸਕਦਾ? ਇਹ ਇਸ ਕਰਕੇ ਆ ਕਿਉਂਕਿ ਆਪਣੇ ਜਿਹੜੇ ਪਰਿਵਾਰ ਆ ਉਹਨਾਂ ਦੇ ਵਿੱਚ ਬਜ਼ੁਰਗਾਂ ਦੀ ਔਰ ਬੱਚਿਆਂ ਦੀ ਆਪਸ ਵਿੱਚ ਬਣਦੀ ਨਹੀਂ। ਤਾਂ ਫਿਰ ਉਹਨਾਂ ਨੂੰ ਕਹਿੰਦੇ ਆ ਵੀ ਓਕੇ, ਜਾਂ ਤਾਂ ਤੁਸੀਂ ਚਲੇ ਜਾਓ। ਬਜ਼ੁਰਗ ਗੁੱਸਾ ਕਰਕੇ ਬਾਹਰ ਆ ਜਾਂਦੇ ਆ, ਬੇਸਮੈਂਟਾਂ 'ਚ ਰਹਿੰਦੇ ਆ। ਹੁਣ ਉਹ ਬਿਰਧ ਅਵਸਥਾ 'ਚ ਹੋ ਗਏ। ਸਾਡੇ ਕੋਲ ਇੱਕ ਜਾਨੀ ਕਪਲ ਹੈਗਾ, ਆਪਣੇ ਬਜ਼ੁਰਗ ਮਾਤਾ ਪਿਤਾ, ਉਹਨਾਂ ਦੀ 90 ਸਾਲ ਦੀ ਉਮਰ ਆ। ਹੁਣ ਨਾ ਤਾਂ ਬੇਬੇ ਤੋਂ ਰੋਟੀ ਬਣਦੀ ਆ, ਨਾ ਬਾਪੂ ਤੋਂ ਕੁਛ ਹੁੰਦਾ। ਮੈਨੂੰ ਤਾਂ ਇਹ ਕਈ ਵਾਰੀ ਡਰ ਹੁੰਦਾ ਕਿ ਉਹ ਬੇਸਮੈਂਟ 'ਚ ਜੇ ਕੱਲ ਨੂੰ ਘਰ ਨੂੰ ਅੱਗ ਲੱਗ ਗਈ, ਉਹਨਾਂ ਤੋਂ ਤਾਂ ਵਿਚਾਰਿਆਂ ਤੋਂ ਚੜ ਕੇ ਬਾਹਰ ਨਹੀਂ ਨਿਕਲ ਹੋਣਾ। ਹੁਣ ਇੰਨੀ ਬਜ਼ੁਰਗ ਅਵਸਥਾ ਦੇ ਵਿੱਚ ਜੇ ਅਸੀਂ ਉਹਨਾਂ ਨੂੰ ਰੋਟੀ ਨਾ ਦਈਏ ਤਾਂ ਉਹ ਤਾਂ ਵਿਚਾਰੇ ਭੁੱਖੇ ਮਰ ਜਾਣਗੇ। ਇਹਨਾਂ ਦੇ ਬਾਰੇ ਆਪਣੀ ਕਮਿਊਨਿਟੀ ਨੂੰ ਇਹ ਜਿਹੜੀਆਂ ਨਵੀਆਂ ਤਰੀਕੇ ਦੀਆਂ ਸਮੱਸਿਆਵਾਂ ਆਉਂਦੀਆਂ ਉਹਨਾਂ ਦੇ ਬਾਰੇ ਆਪਾਂ ਹਜੇ ਸੁਚੇਤ ਨਹੀਂ ਗਏ। ਸੋ ਮੇਰਾ ਇੱਕ ਜ਼ਿਆਦਾ ਜ਼ਿੰਦਗੀ ਦਾ ਇਹ ਹੁੰਦਾ ਵੀ ਕਿਸੇ ਤਰੀਕੇ ਨਾਲ ਉਹ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦੇ ਬਾਰੇ ਆਪਾਂ ਸੁਚੇਤ ਕਰੀਏ ਜੀ। ਇਹਦੇ 'ਚ ਮੈਂ ਇੱਕ ਤੁਹਾਨੂੰ ਥੋੜ੍ਹੀ ਜਿਹੀ ਐਗਜ਼ਾਮਪਲ ਦੇ ਦਿੰਦਾ ਕਿ ਜਿੰਨੀ ਜ਼ਿਆਦਾ ਮੈਂ ਹੁਣ ਕਾਉਂਸਲਿੰਗ ਕਰਦਾ, ਉਹ ਇਹ ਕਾਉਂਸਲਿੰਗ ਮੈਨੂੰ ਕਰਨੀ ਪੈ ਰਹੀ ਆ ਕਿ ਮਾਪੇ ਮੈਨੂੰ ਫੋਨ ਕਰਦੇ ਆ ਕਿ ਸਾਡਾ ਬੱਚਾ 35 ਸਾਲ ਦਾ ਹੋ ਗਿਆ, ਸਾਡੀ ਧੀ 37-38 ਸਾਲ ਦੀ ਹੋ ਗਈ, ਉਹ ਵਿਆਹ ਨਹੀਂ ਕਰਾ ਰਹੇ, ਪਲੀਜ਼ ਤੁਸੀਂ ਇਹਨਾਂ ਦੀ ਕਾਉਂਸਲਿੰਗ ਕਰੋ ਕਿ ਵਿਆਹ ਕਰਾ ਲੈਣ। ਅੱਛਾ, ਹੁਣ ਇਹ ਤਾਂ ਕਿੰਨੀਆਂ ਨਵੀਆਂ ਪ੍ਰੋਬਲਮਾਂ। ਹੁਣ ਜਦੋਂ ਆਪਾਂ ਆਪਣੀ ਜਵਾਨੀ 'ਚ ਸੀਗੇ, ਕਦੇ ਦਿਮਾਗ 'ਚ ਇਹ ਖਿਆਲ ਹੀ ਨਹੀਂ ਸੀ ਆਇਆ ਵੀ ਵਿਆਹ ਨਹੀਂ ਕਰਾਉਣਾ, ਇਹ ਕਨਸੈਪਟ ਹੀ ਨਹੀਂ ਸੀ ਆਇਆ। ਲੇਕਿਨ ਇਹ ਹੁਣ ਮਾਡਰਨ ਕਨਸੈਪਟ ਆ ਕਿ ਬੱਚਾ ਕਹਿੰਦਾ ਸੌਰੀ ਮੈਂ ਨਹੀਂ ਵਿਆਹ ਕਰਾਉਣਾ, ਓਕੇ ਆਈ ਐਮ ਕੰਫਰਟੇਬਲ, ਮੇਰਾ ਕਰੀਅਰ ਹੈਗਾ, ਮੇਰੇ ਪੈਸੇ ਹੈਗੇ, ਮੈਂ ਪਰਫੈਕਟਲੀ ਸੰਤੁਸ਼ਟ ਹਾਂ ਜ਼ਿੰਦਗੀ ਤੋਂ। ਹੁਣ ਇਹ ਮਾਪੇ ਵੀ ਵਿਚਾਰੇ ਪਰੇਸ਼ਾਨ ਆ ਵੀ ਇਹ ਕੀ ਗੱਲ ਆ, ਵੀ ਇਹ ਕਾਹਤੇ ਨਹੀਂ ਵਿਆਹ ਕਰਾਉਂਦਾ, ਕੁੜੀ ਕਿਉਂ ਨਹੀਂ ਸਾਡੀ ਵਿਆਹ ਕਰਾਉਂਦੀ, ਅਸੀਂ ਕਮਿਊਨਿਟੀ 'ਚ ਕੀ ਦੱਸਾਂਗੇ, ਸਾਨੂੰ ਪਿੱਛੋਂ ਜ਼ੋਰ ਪਈ ਜਾਂਦਾ ਵੀ ਤੁਸੀਂ ਉੱਥੇ ਨਹੀਂ, ਤੁਹਾਨੂੰ ਕੋਈ ਮੁੰਡਾ ਕੁੜੀ ਲੱਭਦਾ ਤਾਂ ਇੱਥੋਂ ਲੈ ਜਾਓ, ਰਾਈਟ। ਸੋ ਇਹ ਜਿਹੜੀਆਂ ਮਾਡਰਨ ਕਿਸਮ ਦੀਆਂ ਪ੍ਰੋਬਲਮ, ਇਹਦੇ ਵਾਸਤੇ ਅਸੀਂ ਅਵੇਸਲੇ ਹੋਏ ਬੈਠੇ ਹਾਂ। ਇਹਨਾਂ ਨੂੰ ਆਪਾਂ ਨੂੰ ਘੋਖ ਜਾਂਚ ਪੜਤਾਲ ਕਰਨੀ ਪੈਣੀ ਆ। ਹੁਣ ਮਿਸਾਲ ਦੇ ਤੌਰ ਤੇ ਜਿਹੜੀ ਮੈਨੂੰ ਕਈ ਵਾਰੀ ਫੋਨ ਆਉਂਦਾ, ਸਾਡਾ ਬੱਚੇ ਨੇ ਜਾਨੀ ਯੂਨੀਵਰਸਿਟੀ ਜੁਆਇਨ ਕਰਨੀ ਆ, ਗ੍ਰੇਡ 12 ਕਰ ਲਿਆ, ਵੀ ਕੀ ਉਹ ਕਹਿੰਦਾ ਵੀ ਮੈਂ ਗ੍ਰਾਫਿਕਸ ਡਿਜ਼ਾਈਨਿੰਗ ਕਰਨੀ ਆ। ਮੈਂ ਕਿਹਾ ਸੌਰੀ ਵੀ ਜੇ ਤੁਸੀਂ ਮੈਨੂੰ ਪੁੱਛਦੇ ਹੋ, ਮੇਰੇ ਹਿਸਾਬ ਨਾਲ ਤੁਸੀਂ ਗ੍ਰਾਫਿਕ ਡਿਜ਼ਾਈਨਰ ਦੀ ਡਿਗਰੀ ਨਾ ਕਰੋ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਪ੍ਰੋਗਰਾਮ ਆ ਗਏ ਆ, ਉਹਨਾਂ ਨੇ ਸਾਰੇ ਗ੍ਰਾਫਿਕ ਡਿਜ਼ਾਈਨਰ ਵਾਈਪ ਆਊਟ ਕਰ ਦੇਣੇ ਆ। ਬਿਲਕੁਲ ਰਾਈਟ। ਅੱਛਾ, ਹੁਣ ਇਸ ਚੀਜ਼ ਨੂੰ ਆਪਣੇ ਪੇਰੈਂਟਸ ਨੂੰ ਤਾਂ ਪਤਾ ਨਹੀਂ ਵਿਚਾਰਿਆਂ ਨੂੰ, ਉਹ ਤਾਂ ਬੱਚੇ ਤੇ ਰਿਲਾਈ ਕਰਦੇ ਆ। ਹੁਣ ਬੱਚੇ ਨੇ ਜਾਂ ਤਾਂ ਇਨਵੈਸਟੀਗੇਟ ਕਰੇ ਵੀ ਮੈਂ 4 ਸਾਲ ਦੀ ਡਿਗਰੀ ਕਰੂੰ, 4 ਸਾਲ ਬਾਅਦ 2028 ਹੋ ਜੂ ਜਾਂ ਜਿੰਨਾ ਵੀ ਹੋ ਜੂ, ਤੇ ਉਦੋਂ ਬਾਅਦ ਕੀ ਮੈਨੂੰ ਇਹ ਜੌਬ ਮਿਲ ਜੂਗੀ, ਤੇ ਆਨਸਰ ਹੈਗਾ ਨੋ, ਤੇ ਇਹਦਾ ਮਤਲਬ ਮੈਂ ਡਿਗਰੀ ਨਾ ਕਰਾਂ। ਆ ਜਿਹੜੀਆਂ ਚੀਜ਼ਾਂ ਆਪਣੀ ਕਮਿਊਨਿਟੀ ਦੇ ਵਿੱਚ ਆ ਜਿਹੜੀਆਂ ਫਿਰ ਫਰਸਟ੍ਰੇਸ਼ਨ ਪੈਦਾ ਕਰਦੀਆਂ, ਫਿਰ ਬੱਚੇ ਨੂੰ ਡਿਪਰੈਸ਼ਨ ਹੁੰਦਾ, ਫਿਰ ਘਰ 'ਚ ਕਲੇਸ਼ ਪੈਂਦਾ। ਇਹ ਜੇ ਆਪਾਂ ਥੋੜੀ ਜਿਹੀ ਜ਼ਿੰਦਗੀ ਦੀ ਪਲਾਨਿੰਗ ਕਰ ਲਈਏ ਤੇ ਉਹ ਬਹੁਤ ਆ। ਮਾਨ ਸਾਹਿਬ ਤੁਸੀਂ ਆਏ ਹੋ, ਤੁਸੀਂ ਜ਼ਿਆਦਾ ਦੱਸ ਸਕਦੇ ਹੋ ਕਿ ਸਾਡੀ ਨਾ ਤਾਂ ਫਾਈਨੈਂਸ਼ੀਅਲ ਪਲੈਨਿੰਗ ਆ, ਨਾ ਸਾਨੂੰ ਰਿਸਕ ਮੈਨੇਜਮੈਂਟ ਆਉਂਦੀ ਆ, ਨਾ ਅਸੀਂ ਕਾਗਜ਼ਾਂ ਨੂੰ ਪੜ੍ਹਨਾ ਵੀ ਕਿਹੜਾ ਲੈਟਰ ਆਇਆ, ਕੀ ਉਹਦੇ ਕੰਡੀਸ਼ਨਸ ਕੀ ਆ। ਇਹ ਅਸੀਂ ਹਰ ਰੋਜ਼ ਡੇਲੀ ਅਸੀਂ ਆਪਣੀ ਸੰਸਥਾ ਦੇ ਵਿੱਚ ਡੀਲ ਕਰਦੇ ਹਾਂ ਉੱਥੇ ਟੋਰਾਂਟੋ ਬਰੈਂਪਟਨ 'ਚ, ਬਈ ਸਾਨੂੰ ਪਤਾ ਨਹੀਂ ਜਿਵੇਂ ਪੇਪਰਾਂ ਨਾਲ ਹੀ ਕੋਈ ਐਲਰਜੀ ਆ, ਅਸੀਂ ਕੋਈ ਦੇਖਣੀ ਨਹੀਂ, ਕੋਈ ਚਿੱਠੀ ਨਹੀਂ ਖੋਲਣੀ, ਕੋਈ ਲੈ ਕੇ ਨਹੀਂ ਜਾਣਾ, ਮਾਹਰ ਦੇ ਨਾਲ ਕੋਈ ਗੱਲ ਕਰਨ ਦਾ ਸਾਡਾ ਅੰਦਾਜ਼ ਨਹੀਂ। ਇਹਦੇ ਨਾਲ ਜਿਹੜੀਆਂ ਪ੍ਰੋਬਲਮਸ ਉੱਭਰ ਕੇ ਆਉਂਦੀਆਂ ਉਹ ਇੰਨੀਆਂ ਕੰਪਲੈਕਸ ਹੋ ਜਾਂਦੀਆਂ ਕਿ ਤੁਸੀਂ ਪੁੱਛੋ ਨਾ। ਅੱਛਾ ਜੀ,
ਬੜੀਆਂ ਡੂੰਘੀਆਂ ਗੱਲਾਂ ਨੇ ਔਰ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਚੱਲਦੀਆਂ ਰਹਿਣਗੀਆਂ। ਸਟੂਡੀਓ ਦੇ ਫੋਨ ਨੰਬਰ 204 235 5110 ਨੇ, 204 235 5110। ਰੇਡੀਓ ਧਮਾਲ ਵਿਨੀਪੈਗ 92.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ। 92.7 FM ਰੇਡੀਓ ਧਮਾਲ ਵਿਨੀਪੈਗ ਔਰ 222 ਨੰਬਰ ਤੁਸੀਂ ਆਉਣ ਦੀ ਰੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਮੈਂ ਤਾਂ ਦੂਜਾ ਨਾਂ ਨਹੀਂ ਸੁਣ ਸਕਿਆ ਬਾਈ ਜੀ, ਹੁਣ ਕੌਣ ਬੋਲ ਰਹੇ ਸੀ? ਠੀਕ ਹੈ ਜੀ, ਠੀਕ ਹੈ। ਤੇ ਦੂਜਾ ਮੈਂ ਕਿਹਾ ਵਧੀਆ ਗੱਲ ਆ, ਪ੍ਰੋਗਰਾਮ ਪਤਾ ਨਹੀਂ ਬਾਕੀ ਚੱਲੂ ਤਾਂ ਸਾਰਾ ਵਧੀਆ। ਜਿੰਨੀਆਂ ਗੱਲਾਂ ਹੁਣ ਤੱਕ ਦੱਸੀਆਂ, ਯਾਨੀ ਕੈਨੇਡਾ ਦਾ ਰੀਅਲ ਸ਼ੀਸ਼ਾ ਜਿਹੜਾ ਹੈਗਾ ਉਹ ਆ ਵੀ ਠੀਕ ਆ। ਆਪਾਂ ਕੰਮ ਤਾਂ ਸਾਰੇ ਲੱਗੇ ਹੋਏ ਆ, ਲੱਗੇ ਰਹਿੰਦੇ ਹਨਾ। ਵੀ ਜੋ ਗੱਲਾਂ ਇੱਕ NGO ਚਲਾਉਂਦੇ ਨੇ ਸਤਿਕਾਰਯੋਗ ਬੀਬੀ ਹੋਣੀ ਜਿਹੜੇ, ਉੱਥੇ ਹਰ ਤਰ੍ਹਾਂ ਦੀ ਜਿਹੜੀਆਂ ਕੋਈ ਵੱਡੀਆਂ ਪ੍ਰੋਬਲਮ ਆ ਰਹੀਆਂ ਦਿਨੋਂ ਦਿਨ ਜੀ, ਉਹ ਸਾਂਝੀਆਂ ਹੋ ਜਾਂਦੀਆਂ। ਪ੍ਰੋਬਲਮਸ ਬਹੁਤ ਆ। ਥੈਂਕ ਯੂ ਤੁਹਾਡਾ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਉਣ ਲਈ ਰੇਡੀਓ ਤੇ, ਅਤੇ ਵੱਧ ਤੋਂ ਵੱਧ ਸਮਾਂ ਇਹਨਾਂ ਦੀਆਂ ਗੱਲਾਂ ਹੀ ਸੁਣੀਏ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਸਾਡੇ ਨਾਲ ਮਹਾਨ ਸ਼ਖਸੀਅਤ ਬਲਦੇਵ ਮੁੱਟਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ। ਔਰ ਮੁੱਟਾ ਸਾਹਿਬ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਔਰ ਇਸ ਤੋਂ ਬਿਨਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਅੱਜ ਦਾ ਪ੍ਰੋਗਰਾਮ ਆ ਰਾਜਮਾਨ ਫਾਈਨੈਂਸ਼ੀਅਲਸ ਵੱਲੋਂ ਰੈਗੂਲਰਲੀ ਸਪਾਂਸਰ ਕੀਤਾ ਜਾਂਦਾ ਬੁੱਧਵਾਰ ਦਾ ਪ੍ਰੋਗਰਾਮ, ਔਰ ਰਾਜਮਾਨ ਸਾਹਿਬ ਵੀ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਮਾਨ ਸਾਹਿਬ, ਤੁਹਾਡਾ ਵੀ ਸਵਾਗਤ ਹੈ। ਥੈਂਕ ਯੂ ਜੀ, ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਬਾਕੀ ਅੱਜ ਆਪਣਾ ਬਲਦੇਵ ਮੁੱਤਾ ਜੀ ਆਏ ਨੇ ਟੋਰਾਂਟੋ ਤੋਂ ਸਪੈਸ਼ਲ ਜੀ, ਤੇ ਵੱਧ ਤੋਂ ਵੱਧ ਆਪਾਂ ਇਹ ਗੱਲਾਂ ਵੀ ਉਹੀ ਕਰ ਰਹੇ ਨੇ ਜਿਹੜੀਆਂ ਆਪਾਂ ਬੁੱਧਵਾਰ ਨੂੰ ਕਰਦੇ ਹਾਂ। ਹਾਂਜੀ, ਆਪਾਂ ਸਿਹਤ ਸੰਬੰਧੀ ਜਾਂ ਆਪਣੀ ਕਮਿਊਨਿਟੀ ਜਿਹੜੀਆਂ ਪ੍ਰੋਬਲਮ ਹੈਗੀਆਂ ਉਹਨਾਂ ਨੂੰ ਸੋਲਵ ਕਰਨ ਦੀ ਖਾਤਰ ਆਪਣੀ ਕਮਿਊਨਿਟੀ ਜੋ ਖਾਣ ਪੀਣ ਹੈ ਉਹਦੇ ਮੁਤਲਕ ਜਿਹੜੀਆਂ ਭੈੜੀਆਂ ਆਦਤਾਂ ਹੈਗੀਆਂ ਉਹ ਵੀ ਆਪਾਂ ਡਿਸਕਸ ਕਰਦੇ ਰਹਿੰਦੇ ਹਾਂ ਹਰੇਕ ਬੁੱਧਵਾਰ ਨੂੰ। ਤੇ ਅੱਜ ਇਹਨਾਂ ਦਾ ਵਿਸ਼ਾ ਵੀ ਤਕਰੀਬਨ ਆਪਣੇ ਨਾਲ ਤਕਰੀਬਨ 99% ਮਿਲਦਾ ਜੁਲਦਾ ਹੈ। ਤੇ ਵੱਧ ਤੋਂ ਵੱਧ ਆਪਾਂ ਇਹਨਾਂ ਨਾਲ ਹੀ ਹਾਂ ਚ ਹਾਂ ਮਿਲਾਵਾਂਗੇ, ਇਹਨਾਂ ਦੀਆਂ ਵੱਧ ਤੋਂ ਵੱਧ ਗੱਲਾਂ ਸੁਣੀਏ। ਆਪਾਂ ਤਾਂ ਇੱਥੇ ਰਹਿਣਾ, ਇਹ ਤਾਂ ਫਿਰ ਮਤਲਬ ਏਡੀ ਦੂਰੋਂ ਕਦੇ ਕਦੇ ਆਉਂਦੇ ਆ ਜੀ। ਤੇ ਅੱਜ ਫਿਰ ਬਲਦੇਵ ਮੁੱਤਾ ਜੀ ਤੋਂ ਆਪਾਂ ਵੱਧ ਤੋਂ ਵੱਧ, ਕਿਉਂਕਿ ਜਿਹੜੇ ਇਹਨਾਂ ਨੇ ਗੱਲ ਕਰੀ ਨਾ ਵੀ ਆਪ ਸਾਡੀ ਕਮਿਊਨਿਟੀ ਦੇ ਵਿੱਚ ਕੋਈ ਪਲੈਨਿੰਗ ਨਹੀਂ ਕਰਦੇ, ਤੇ ਜਦੋਂ ਆਪਾਂ ਪਲੈਨਿੰਗ ਹੀ ਨਹੀਂ ਕਰਨੀ, ਕਿਸੇ ਵੀ ਚੀਜ਼ ਦੀ ਪਲੈਨਿੰਗ ਨਹੀਂ ਕਰਨੀ, ਬੱਚਿਆਂ ਦੀ ਪੜ੍ਹਾਈ ਦੀ ਪਲੈਨਿੰਗ ਨਹੀਂ ਕਰਨੀ, ਉਹਦੀ ਪਲੈਨਿੰਗ ਨਹੀਂ ਕਰਨੀ, ਫਾਈਨੈਂਸ਼ੀਅਲ ਪਲੈਨਿੰਗ ਕਰਨੀ, ਹੋਰ ਕੁਛ ਵੀ ਕੋਈ ਵੀ ਪਲੈਨਿੰਗ ਕਰਦੇ ਹਨਾ। ਰਾਤ ਦੀ ਪਲੈਨਿੰਗ ਤਾਂ ਆਪਣੀ ਜ਼ਰੂਰ ਹੋ ਜਾਂਦੀ ਹੈ 7-8 ਵਜੇ ਦੀ ਹਨਾ, ਵੀ ਉਹ ਮਤਲਬ ਬਣ ਜਾਂਦੀ ਹੈ ਹਨਾ। ਪਰ ਜ਼ਰੂਰ ਲਾਈਫ ਦੇ ਵਿੱਚ ਪਲੈਨਿੰਗ ਕਰਨੀ ਬਹੁਤ ਹੀ ਜ਼ਰੂਰੀ ਹੈ। ਤੇ ਮੈਂ ਜਦੋਂ ਇਹਨਾਂ ਦਾ ਰਸਤੇ ਵਿੱਚ ਸੁਣਦਾ ਆ ਰਿਹਾ ਸੀ, ਤੇ ਇੱਥੇ ਆ ਕੇ ਵੀ ਜਦੋਂ ਮੈਂ ਇੱਥੇ ਇਹਨਾਂ ਨਾਲ ਗੱਲਬਾਤ ਸੁਣੀ, ਤੇ ਆਪਣੇ ਵਾਲੇ ਵਿਸ਼ੇ ਦੀ ਬੋਲ ਰਿਹਾ ਇਹ ਜਿਹੜਾ ਆਪਣੇ ਬੁੱਧਵਾਰ ਨੂੰ ਹੁੰਦਾ। ਤੇ ਬਲਦੇਵ ਸਿੰਘ ਜੀ ਨੂੰ ਰਿਕੁਐਸਟ ਕਰਾਂਗੇ ਕਿ ਜਿੱਥੋਂ ਜੇ ਤੁਸੀਂ ਗੱਲ ਛੱਡੀ ਸੀ ਉਹ ਉੱਥੋਂ ਜੀ ਸ਼ੁਰੂ ਕਰ ਲਓ ਜੀ। ਹਾਂਜੀ, ਸੋ ਥੋੜ੍ਹਾ ਜਿਹਾ ਮੈਂ ਇਸ ਚੀਜ਼ 'ਤੇ ਦੇਣਾ ਚਾਹੁੰਦਾ ਕਿ ਆਪਣੇ ਜਿਹੜੇ ਨੌਜਵਾਨ ਬੱਚੇ ਆ ਜਾਂ ਬੱਚਿਆਂ ਦੀਆਂ ਜਿਹੜੀਆਂ ਸਮੱਸਿਆਵਾਂ, ਉਹਨਾਂ ਦੇ ਜਿਹੜੀਆਂ ਸਾਨੂੰ ਫੋਨ ਕਾਲਸ ਆਉਂਦੀਆਂ, ਮੈਨੂੰ ਖਾਸ ਕਰਕੇ ਆਉਂਦੀਆਂ, ਮੈਂ ਉਹ ਥੋੜ੍ਹੀਆਂ ਜਿਹੀਆਂ ਸਾਂਝੀਆਂ ਕਰ ਲੈਣਾ। ਉਹਦੇ ਨਾਲ ਲਿਸਨਰ ਨੂੰ ਥੋੜ੍ਹੇ ਜਿਹੇ ਟਿਪਸ ਵੀ ਮਿਲ ਜਾਣਗੇ ਜੇ ਉਹਨਾਂ ਦੇ ਘਰ ਦੇ ਵਿੱਚ ਬੱਚੇ ਐਂ ਬਿਹੇਵ ਕਰਦੇ ਆ ਤਾਂ ਉਹਨਾਂ ਨੇ ਕੀ ਕਰਨਾ ਚਾਹੀਦਾ। ਸੋ ਪਹਿਲੀ ਚੀਜ਼ ਮੈਂ ਇਹ ਦੱਸਣੀ ਚਾਹੁੰਦਾ ਕਿ ਅਗਰ ਤੁਹਾਡਾ ਬੱਚਾ 2 ਸਾਲ ਦਾ ਜਾਂ ਤੁਹਾਡਾ ਬੱਚਾ 21 ਸਾਲ ਦਾ, ਇਹਦਾ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਬੱਚੇ ਦੇ ਸਿਰ ਤੇ, ਅਗਰ ਚਾਹੇ ਕੁੜੀ ਆ ਚਾਹੇ ਉਹ ਮੁੰਡਾ, ਅਗਰ ਤੁਸੀਂ ਜ਼ਿੰਮੇਵਾਰੀ ਨਾ ਦਿੱਤੀ ਉਸ ਬੱਚੇ ਨੂੰ ਉਮਰ ਦੇ ਹਿਸਾਬ ਨਾਲ, 2 ਸਾਲ ਦੇ ਬੱਚੇ ਨੂੰ 2 ਸਾਲ ਦੀ ਜ਼ਿੰਮੇਵਾਰੀ ਦਿਓ, 21 ਸਾਲ ਦੇ ਬੱਚੇ ਨੂੰ 21 ਸਾਲ ਦੀ ਜ਼ਿੰਮੇਵਾਰੀ ਦਿਓ। ਅਗਰ ਤੁਸੀਂ ਜ਼ਿੰਮੇਵਾਰੀ ਨਾ ਦਿੱਤੀ ਤਾਂ ਤੁਹਾਡਾ ਬੱਚਾ ਵਿਗੜ ਜਾਊਗਾ। ਅੱਛਾ ਜੀ, ਓਕੇ। ਇੱਕ ਤਾਂ ਇਹ ਚੀਜ਼ ਕਲੀਅਰ ਹੋ ਗਈ। ਹੁਣ ਆਪਾਂ ਇਸ ਚੀਜ਼ ਤੇ ਗੱਲ ਕਰੀਏ ਕਿ ਆਪਣੇ ਕਲਚਰ ਦੇ ਵਿੱਚ ਆਪਾਂ ਬੱਚਿਆਂ ਦੀ ਪਹਿਲੇ 5-6 ਸਾਲਾਂ 'ਚ ਪਰਵਰਿਸ਼ ਕਿਵੇਂ ਕਰਦੇ ਆ, ਤੇ ਉਹਦੇ ਨਾਲ ਨੁਕਸਾਨ ਕੀ ਹੁੰਦਾ ਵੱਡੇ ਹੋ ਕੇ, ਔਰ ਜਿਹੜਾ ਕਿ ਆਪਣੀ ਅੱਖਾਂ ਦੇ ਸਾਹਮਣੇ ਆ ਰਿਹਾ। ਜਦੋਂ ਆਪਾਂ ਬੱਚੇ ਨੂੰ ਜ਼ਿੰਮੇਵਾਰੀ ਨਹੀਂ ਦਿੰਦੇ, ਮਾਪੇ ਭੱਜ ਨੱਠ ਕਰਕੇ ਉਹਨਾਂ ਨੂੰ ਸਵੇਰੇ ਜਗਾਉਂਦੇ ਆ, ਭੱਜ ਨੱਠ ਕਰਕੇ ਉਹਨਾਂ ਦਾ ਬ੍ਰੇਕਫਾਸਟ ਬਣਾਉਂਦੇ ਆ, ਉਹਨਾਂ ਦੇ ਕੱਪੜੇ ਪਾਉਂਦੇ ਆ, ਉਹਨਾਂ ਨੂੰ ਯਾਦ ਕਰਾਉਂਦੇ ਆ, ਤੁਸੀਂ ਉਹਨਾਂ ਨੂੰ ਡਰੈਸਅਪ ਕਰਦੇ ਹੋ, ਤੇ ਉਹਨਾਂ ਨੂੰ ਕੁਛ ਨਹੀਂ ਕਰਨਾ ਪੈਂਦਾ। ਉਹਨਾਂ ਦੀ ਜਿਹੜੀ ਅੰਗਰੇਜ਼ੀ ਦੇ ਵਿੱਚ ਸਾਨੂੰ ਸਾਈਕੋਲੋਜੀ ਦੇ ਵਿੱਚ ਦੱਸਿਆ ਜਾਂਦਾ ਕਿ ਸੈਂਸ ਆਫ ਐਂਟਾਈਟਲਮੈਂਟ ਬੱਚੇ ਦੀ ਬਹੁਤ ਜ਼ਿਆਦਾ ਵੱਧ ਜਾਂਦੀ ਆ। ਠੀਕ ਹੈ, ਉਹ ਫਿਰ ਉਹਨੂੰ ਲੱਗਦਾ ਕਿ ਜ਼ਿੰਦਗੀ ਜਿਹੜੀ ਆ ਉਹ ਸਿਰਫ ਮੰਗਣ ਤੱਕ ਹੀ ਆ। ਉਹ ਫਿਰ ਆਪਣੇ ਮਾਪਿਆਂ ਤੋਂ ਚੀਜ਼ਾਂ ਮੰਗਣ ਲੱਗ ਜਾਂਦੇ ਆ। ਛੋਟੇ ਹੁੰਦੇ ਛੋਟੇ ਹੁੰਦੇ ਕਾਰਾਂ ਮੰਗਦੇ ਆ, ਹੋਰ ਚੀਜ਼ਾਂ ਮੰਗਦੇ ਆ, ਵੱਡੇ ਹੋ ਕੇ ਨਾਈਕੀ ਸ਼ੂਜ਼, ਕਾਰਾਂ, ਸੈੱਲ ਫੋਨ ਤੇ ਇਹ ਸਾਰੀਆਂ ਚੀਜ਼ਾਂ ਮੰਗਦੇ ਆ। ਤੇ ਜਦੋਂ ਮਾਪੇ ਕਹਿੰਦੇ ਆ ਵੀ ਸਾਡੇ ਕੋਲੇ ਇੰਨੇ ਪੈਸੇ ਹੈ ਨਹੀਂਗੇ ਵੀ ਅਸੀਂ ਤੈਨੂੰ $500 ਦੇ ਸ਼ੂ ਲੈ ਕੇ ਦੇਈਏ ਜਾਂ ਤੈਨੂੰ $1,500 ਦਾ ਅਸੀਂ ਫੋਨ ਲੈ ਕੇ ਦੇਈਏ, ਵੀ ਪਲੀਜ਼ ਇਹ ਸਾਡੀ ਉਨੀ ਕੀ ਸਮਤਾ, ਉਹਨੂੰ ਇਹ ਸਮਝ ਨਹੀਂ ਆਉਂਦਾ
ਕਿ ਇਹ ਮੈਨੂੰ ਨਾ ਕਿਵੇਂ ਕਰ ਸਕਦੇ ਆ। ਉਹ ਨਾ ਉਹ ਐਸ ਕਰਕੇ ਉਹਦੇ ਤੋਂ ਔਖੀ ਹੋਈ ਕਿਉਂਕਿ ਅਸੀਂ ਉਹਦੇ ਤੇ ਜ਼ਿੰਮੇਵਾਰੀ ਨਹੀਂ ਪਾਈ। ਉਹਨੇ ਨਾ ਕਦੇ ਸੁਣੀ ਨਹੀਂ, ਪਹਿਲਾਂ ਉਹਨੇ ਸੁਣੀ ਨਹੀਂ ਗਈ। ਹੁਣ ਮੈਂ ਇਹ ਆਮ ਤੌਰ ਤੇ ਉੱਥੇ ਰੇਡੀਓ ਪ੍ਰੋਗਰਾਮ ਤੇ ਜਾਂ ਟੀਵੀ ਪ੍ਰੋਗਰਾਮ ਤੇ ਦੱਸਦਾ ਹੁੰਦਾ ਵੀ ਪਲੀਜ਼ ਤੁਸੀਂ ਆਪਣੇ ਬੱਚਿਆਂ ਨੂੰ ਇਹ ਸਮਝ ਲਓ ਕਿ ਪਹਿਲੇ 5 ਸਾਲ ਦੇ ਵਿੱਚ ਤੁਹਾਡੀ ਬੱਚੇ ਦੀ ਪਰਸਨੈਲਿਟੀ ਡਿਵੈਲਪ ਹੋ ਜੂਗੀ, ਮੁੜ ਕੇ ਚੇਂਜ ਨਹੀਂ ਹੋਣੀ। ਸੋ ਆਪਣੇ ਹੈਗਾ ਕਿ ਬੱਚੇ ਨੂੰ ਬਾਹਲਾ ਕੁਛ ਨਾ ਕਹੋ, ਵੱਡਾ ਹੋ ਕੇ ਸਿੱਖ ਜੂ। ਸਾਈਕੋਲੋਜੀ ਕਹਿੰਦੀ ਆ, ਸਾਡੀ ਟ੍ਰੇਨਿੰਗ ਇਹ ਕਹਿੰਦੀ ਆ ਕਿ ਪਹਿਲੇ 5 ਸਾਲ 'ਚ ਤੁਹਾਡੇ ਬੱਚੇ ਦੀ ਪਰਸਨੈਲਿਟੀ ਬਣ ਜਾਣੀ ਆ, ਮੁੜ ਕੇ ਉਹ ਚੇਂਜ ਨਹੀਂ ਹੋਣੀ। ਅੱਛਾ, ਹੁਣ ਇਹ ਦੋ ਵੱਖਰੀਆਂ ਚੀਜ਼ਾਂ। ਹਾਂਜੀ, ਕੀ ਆਪਾਂ ਨੇ ਬੱਚੇ ਨੂੰ ਕੁਛ ਨਹੀਂ ਕਹਿਣਾ, ਵੱਡਾ ਹੋ ਕੇ ਸਿਖਾਣਾ, ਕਿ ਕੀ ਆਪਾਂ ਬੱਚੇ ਨੂੰ ਕਹਿਣਾ ਵੀ ਤੂੰ 2 ਸਾਲ ਦਾ ਹੋ ਗਿਆ, ਤੂੰ ਆਹ ਕੰਮ ਕਰ ਸਕਦਾ, ਆਹ ਚੱਕ ਕੇ ਇੱਥੇ ਰੱਖ ਦੇ। ਹਾਂ, ਰਾਈਟ। ਸੋ ਇਹ ਹੁਣ ਦੋ ਵੱਖਰੀਆਂ ਚੀਜ਼ਾਂ। ਜਿਹੜੇ ਆਪਣੇ ਬੱਚਿਆਂ ਦੀ ਜਿਹੜੀ ਵੱਡੀ ਪ੍ਰੋਬਲਮ ਆ ਰਹੀ ਆ, ਇਹ ਆ ਰਹੀ ਆ ਕਿ ਜਿਹੜੀਆਂ ਆਪਣੀਆਂ ਮਾਤਾਵਾਂ, ਚਾਹੇ ਉਹਨਾਂ ਦੀ ਮਾਂ, ਚਾਹੇ ਦਾਦੀ ਆ, ਚਾਹੇ ਨਾਨੀ ਆ, ਜਾਂ ਕੋਈ ਵੀ ਵੱਡੀ ਔਰਤ ਆ ਘਰ ਦੇ ਵਿੱਚ, ਉਹਦੀ ਫੁੱਲ ਟਾਈਮ ਜੌਬ ਆ ਕਿ ਉਹਨੇ ਬੱਚਿਆਂ ਨੂੰ ਸਵੇਰੇ ਉੱਠ ਕੇ ਜਗਾਣਾ, ਉਹਨੇ ਬੱਚਿਆਂ ਦੇ ਮਗਰ ਪੈ ਕੇ ਉਹਦੇ ਬਰਸ਼ ਕਰਾਉਣਾ, ਉਹਨੇ ਫਿਰ ਉਹਨਾਂ ਨੂੰ ਮੂੰਹ ਹੱਥ ਧਵਾਉਣਾ, ਫਿਰ ਕੱਪੜੇ ਚੇਂਜ ਕਰਨੇ ਆ, ਫਿਰ ਉਹਨਾਂ ਨੂੰ ਕਹਿਣਾ ਆ ਜਾਓ ਥੱਲੇ, ਦੱਸੋ ਮੈਂ ਤੁਹਾਡੇ ਲਈ ਆ ਬਣਾਤਾ। ਫਿਰ ਬੱਚੇ ਨੇ ਉਸ ਬਣੇ ਹੋਏ ਖਾਣੇ 'ਚ ਨੁਕਤਾਚੀਨੀ ਕਰਨੀ ਆ, ਫਿਰ ਮੂੰਹ ਬਿੰਗਾ ਕਰਨਾ, ਫਿਰ ਉਹਨਾਂ ਨੇ ਮਾਵਾਂ ਨੇ ਮਿੰਨਤਾਂ ਤਰਲੇ ਕਰਕੇ ਨਵੀਂ ਚੀਜ਼ ਬਣਾ ਕੇ ਉਹਨਾਂ ਨੂੰ ਦੇਣੀ ਆ, ਤੇ ਫਿਰ ਉਹਨੇ ਲੇਟ ਹੋਣਾ, ਫਿਰ ਅਸੀਂ ਉਹਨਾਂ ਨੂੰ ਕਹਿਣਾ ਤੁਸੀਂ ਲੇਟ ਕਰਤਾ। ਆ ਜਿਹੜੀ ਸਵੇਰ ਦਾ ਸਾਰਾ ਕਲੇਸ਼ ਮੈਂ ਤੁਹਾਨੂੰ ਦੱਸ ਰਿਹਾ, ਇਹ ਸਾਰਿਆਂ ਨਾਲੋਂ ਜ਼ਿਆਦਾ ਹਾਨੀਕਾਰਕ ਆ। ਹੋਣਾ ਇਹ ਚਾਹੀਦਾ ਕਿ ਅਗਰ ਤੁਹਾਡਾ ਬੱਚਾ 6 ਸਾਲ ਦਾ, 7 ਸਾਲ ਦਾ, 10 ਸਾਲ ਦਾ, ਫਿਰ 16 ਸਾਲ ਦਾ, ਫਿਰ 18 ਦਾ, 21 ਦਾ, ਇੱਕ ਟਾਈਮ ਜ਼ਿੰਦਗੀ ਦੇ ਵਿੱਚ ਤੁਸੀਂ ਮਿਥ ਲਓ ਕਿ ਮੇਰਾ ਬੱਚਾ 10 ਸਾਲ ਦੇ ਬਾਅਦ ਆਪੇ ਉੱਠੂਗਾ, ਆਪੇ ਤਿਆਰ ਹੋਊਗਾ, ਮੈਂ ਬਿਲਕੁਲ ਨਹੀਂ ਉਹਦੇ ਕਮਰੇ 'ਚ ਜਾਣਾ। ਕੀ ਆਪਾਂ ਇਹ ਕਰ ਸਕਦੇ ਆ? ਆਪਣੇ ਤਾਂ 25 ਸਾਲ ਦਾ ਬੱਚਾ ਨਹੀਂ ਉੱਠਦਾ ਜਦ ਤੱਕ ਮਾਂ ਜਾ ਕੇ ਉਹਨੂੰ ਉਠਾਉਂਦੀ ਨਹੀਂ। ਇਹਦਾ ਮਤਲਬ ਅਸੀਂ ਤਾਂ ਜ਼ਿੰਮੇਵਾਰੀ ਉਹਨੂੰ ਕੀਤਾ ਹੀ ਨਹੀਂ, ਜ਼ਿੰਮੇਵਾਰੀ ਨਹੀਂ ਕੀਤਾ ਬੱਚੇ ਨੂੰ। ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹਦੀ ਬੱਚੇ ਦੀ ਸੈਂਸ ਆਫ ਐਂਟਾਈਟਲਮੈਂਟ, ਕਿਉਂਕਿ ਜ਼ਿੰਮੇਵਾਰੀ ਤਾਂ ਕੋਈ ਨਹੀਂ ਪਈ, ਉਹਦੇ ਤੇ ਜ਼ਿੰਮੇਵਾਰੀ ਤਾਂ ਕੋਈ ਨਹੀਂ। ਹੁਣ ਉਹਦੀ ਜਿਹੜੀ ਸੈਂਸ ਆਫ ਐਂਟਾਈਟਲਮੈਂਟ ਆ, ਉਹ ਆਪਣੇ ਮਾਪਿਆਂ ਦੇ ਗਲ ਗੂਠਾ ਦਊਗਾ ਹੀ ਦਊਗਾ, ਤੇ ਉਹਨੇ ਉਹ ਚੀਜ਼ਾਂ ਮੰਗਣੀਆਂ ਹੀ ਮੰਗਣੀਆਂ। ਮਾਪੇ ਫਿਰ ਕਲੇਸ਼ ਘਟਾਉਣ ਦੀ ਖਾਤਰ ਉਹਨਾਂ ਦੀਆਂ ਗੱਲਾਂ ਮੰਨਦੇ ਆ, ਫਿਰ ਉਹ ਫਰਦਰ ਟਰਬਲ 'ਚ ਆਉਂਦੇ ਆ, ਤੇ ਫਿਰ ਜੋ ਕੁਝ ਆਪਣੀ ਸੁਸਾਇਟੀ ਦੇ ਵਿੱਚ ਹੋ ਰਿਹਾ ਉਹ ਮੈਂ ਤੁਹਾਡੇ ਸਾਹਮਣੇ ਆ ਗਿਆ। ਸੋ ਇੱਕ ਚੀਜ਼ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਆ, ਜਿੰਨੇ ਵੀ ਪੇਰੈਂਟਸ ਲਿਸਨ ਕਰ ਰਹੇ ਆ, ਪਲੀਜ਼ ਹਸਬੈਂਡ ਵਾਈਫ ਆਪਣਾ ਏਕਤਾ ਕਰਕੇ ਇੱਕੋ ਜੀ ਮਾਨਸਿਕਤਾ ਤੇ ਉੱਤੇ ਉਤਰ ਕੇ ਤੁਸੀਂ ਆਪਣੇ ਬੱਚਿਆਂ ਤੇ ਜ਼ਿੰਮੇਵਾਰੀ ਪਾਓ। ਉਹਨਾਂ ਨੂੰ 12 ਸਾਲ ਦਾ ਬੱਚੇ ਨੂੰ ਆਪਣਾ ਬ੍ਰੇਕਫਾਸਟ ਬਣਾਉਣਾ ਆਉਣਾ ਚਾਹੀਦਾ, ਆਪਣੀ ਲਾਂਡਰੀ ਕਰਨੀ ਆਉਣੀ ਚਾਹੀਦੀ ਆ, ਸਾਰੇ ਕੱਪੜੇ ਆਪਣੇ ਟੰਗ ਕੇ ਰੱਖੇ। ਇਹ ਨਾ ਹੋਵੇ ਕਿ ਕੱਪੜੇ ਚੱਕ ਕੇ ਆਪਣੇ ਫਲੋਰ ਤੇ ਸੁੱਟ ਦੇ ਤੇ ਮਗਰੋਂ ਮਾਂ ਚੱਕਦੀ ਫਿਰੇ। ਨਹਾ ਕੇ ਨਿਕਲਿਆ ਤੇ ਤੌਲੀਆ ਫਰਸ਼ ਤੇ ਪਿਆ, ਤੇ ਫਿਰ ਉਹ ਕਹਿੰਦੀ ਆ ਵੀ ਆ ਤੂੰ ਤੌਲੀਆ ਸੁੱਟਿਆ ਹੋਇਆ, ਉਹ ਕਹਿੰਦਾ ਮਮ ਸਟਾਪ ਟਾਕਿੰਗ ਟੂ ਮੀ। ਰਾਈਟ, ਇਹ ਜਿਹੜੀਆਂ ਗੱਲਾਂ ਆਪਣੀਆਂ ਡੇਲੀ ਜ਼ਿੰਦਗੀ ਦੇ ਵਿੱਚ ਹੁੰਦੀਆਂ, ਇਹਨਾਂ ਨੂੰ ਆਪਾਂ ਤਾਂ ਖਤਮ ਕਰ ਸਕਦੇ ਹਾਂ ਜੇ ਆਪਾਂ ਉਹਨਾਂ ਨੂੰ ਕਹਾਂਗੇ ਵੀ ਪੁੱਤ ਤੂੰ ਵੱਡਾ ਹੋ ਗਿਆ। ਮੈਂ 12 ਸਾਲ ਦਾ ਸ਼ਬਦ ਇਸ ਕਰਕੇ ਯੂਜ਼ ਕਰ ਰਿਹਾ ਕਿਉਂਕਿ ਕੈਨੇਡੀਅਨ ਲਾਅ ਦੇ ਹਿਸਾਬ ਨਾਲ 12 ਸਾਲ ਦੇ ਬੱਚੇ ਨੂੰ ਹੱਥਕੜੀ ਲਾ ਸਕਦਾ ਪੁਲਿਸ ਅਫਸਰ। ਇਹਦਾ ਮਤਲਬ ਉਹਦੇ ਤੇ ਜ਼ਿੰਮੇਵਾਰੀ ਪਈ ਆ ਸੋਸਾਇਟੀ ਦੀ ਕਿ ਤੂੰ ਹੁਣ ਧਿਆਨ ਨਾਲ ਵਿਚਰ। ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਇਹ ਬਹੁਤ ਇੰਪੋਰਟੈਂਟ ਆ ਆਪਣੇ ਵਾਸਤੇ ਕਿ ਆਪਾਂ ਬੱਚੇ ਨੂੰ ਜ਼ਿੰਮੇਵਾਰ ਇਨਸਾਨ ਬਣਾਉਣਾ। ਆਪਾਂ ਉਹਦੇ ਮਗਰ ਪੂਛ ਕਰਕੇ ਨਹੀਂ ਫਿਰਨਾ ਬਈ ਮਤਲਬ ਕਿ ਕੋਈ ਨਹੀਂ ਅਸੀਂ ਕਰ ਲਾਂਗੇ ਇੰਜ ਨਹੀਂ। ਸੋ ਇੱਕ ਤਾਂ ਇਹ ਸੀ। ਠੀਕ ਹੈ ਜੀ। ਦੂਸਰੀ ਚੀਜ਼ ਇਹ ਆ ਕਿ ਜਦੋਂ ਮੁੰਡਾ ਜਵਾਨ ਹੋ ਜੇ ਜਾਂ ਕੁੜੀ ਜਵਾਨ ਹੋ ਜੇ ਔਰ ਉਹ ਕੰਮ ਨਹੀਂ ਕਰ ਰਿਹਾ ਜਿਹੜਾ ਮਾਪੇ ਚਾਹੁੰਦੇ ਆ, ਹੁਣ ਕਿਵੇਂ ਕਰੀਏ? ਕਿਉਂਕਿ ਜਦੋਂ ਹੀ ਮਾਪੇ ਗੱਲ ਕਰਨ ਲੱਗਦੇ ਆ ਤੇ ਬੱਚਾ ਅੱਗੇ ਟੁੱਟ ਕੇ ਪੈ ਜਾਂਦਾ। ਤੁਸੀਂ ਮਤਲਬ ਕਿ ਖਬਰਦਾਰ ਜੇ ਐਂ ਕੀਤਾ, ਆਈ ਡੋਂਟ ਲਾਈਕ ਯੂ, ਆਈ ਡੋਂਟ ਵਾਂਟ ਟੂ ਡੂ ਦਿਸ, ਸਟਾਪ ਟਾਕਿੰਗ ਟੂ ਮੀ, ਯੂ ਡੋਂਟ ਨੋ ਐਨੀਥਿੰਗ। ਇਹ ਜਿਹੜੀਆਂ ਕਾਮਨ ਸੈਂਟੈਂਸਸ ਟੀਨੇਜਰ ਬੋਲਦੇ ਆ। ਓਕੇ, ਉਦੋਂ ਜਿਹੜੀ ਬੈਸਟ ਟੈਕਨੀਕ ਆ ਮੈਂ ਦੱਸਣੀ ਚਾਹਨਾ, ਜਿਹੜੀ ਕਿ ਮੈਂ ਸੰਡੇ ਨੂੰ ਆਪਣੇ ਪਾਈਪ ਗੁਰਦੁਆਰੇ ਦੇ ਵਿੱਚ ਵੀ ਮੇਰੀ ਪੇਰੈਂਟਿੰਗ ਵਰਕਸ਼ਾਪ ਉਹਦੇ 'ਚ ਵੀ ਮੈਂ ਥੋੜਾ ਜਿਹਾ ਵਿਸਤਾਰ ਕੇ ਦੱਸਿਆ। ਸਿੱਖ ਸੁਸਾਇਟੀ ਆਫ ਮੈਨੀਟੋਬਾ, ਗੁਰੂ ਘਰ ਦਾ ਨਾਮ ਪਾਈਪਲਾਈਨ ਰੋਡ ਦੇ ਉੱਪਰ, ਉਹ ਪਾਈਪਲਾਈਨ ਨਾਲ ਮਸ਼ਹੂਰ ਆ ਰੋਡ ਮੌਲਡ ਆ। ਔਰ ਹਾਂਜੀ, ਸਿੱਖ ਸੁਸਾਇਟੀ ਆਫ ਮੈਨੀਟੋਬਾ ਜੀ। ਕਿੰਨੇ ਵਜੇ? ਅੱਛਾ, 2 ਤੋਂ 4 ਵਜੇ। 2 ਤੋਂ 4 ਵਜੇ ਐਤਵਾਰ ਨੂੰ। ਚਲੋ, ਮੈਂ ਤੁਹਾਡੇ ਸ਼ਹਿਰ ਹੋਊਂਗਾ ਜੀ, ਨਹੀਂ ਸੁਣ ਪਾਊਂਗਾ ਕੋਈ ਨਹੀਂ। ਔਰ ਜੀ, ਸੋ ਕਹਿਣ ਤਾਂ ਮੇਰਾ ਭਾਵ ਆ ਕਿ ਉਸ ਵਕਤ ਜਦੋਂ ਬੱਚਾ ਤੁਹਾਡੇ ਨਾਲ ਕਨਫਰੰਟ੍ਰੇਸ਼ਨ ਕਰ ਰਿਹਾ, ਕਨਫਰੰਟ੍ਰੇਸ਼ਨ ਦਾ ਮਤਲਬ ਆ ਕਿ ਸਾਹਮਣੇ ਖੜ ਗਿਆ, ਕਹਿੰਦਾ ਨਹੀਂ ਕਰਦਾ ਮੈਂ, ਉਦੋਂ ਤੁਸੀਂ ਲੜਨਾ ਨਹੀਂ ਬੱਚੇ ਨਾਲ। ਠੀਕ ਹੈ ਜੀ।
ਤੁਸੀਂ ਬੈਕ ਡਾਊਨ ਹੋ ਜਾਓ। ਅੱਛਾ ਤੁਸੀਂ ਬੱਚੇ ਨਾਲ ਮਾਂ ਤੇ ਫਾਦਰ ਜੀ ਦੋਨੋਂ ਜਣੇ ਬੋਲਣਾ ਬੰਦ ਕਰ ਦਿਓ। ਅੱਛਾ ਜੀ। ਤੁਸੀਂ ਬੋਲਣਾ ਨਹੀਂ ਉਹਦੇ ਨਾਲ। ਇੱਕ ਟਾਈਮ ਆਊਗਾ, ਇੱਕ ਦਿਨ ਨਹੀਂ ਬੋਲਣਾ, 2 ਦਿਨ ਨਹੀਂ ਬੋਲਣਾ, ਹਫਤਾ ਨਹੀਂ ਬੋਲਣਾ, 2 ਹਫਤੇ ਨਹੀਂ ਬੋਲਣਾ। ਇੱਕ ਦਿਨ ਉਹ ਬੱਚਾ ਤੁਹਾਡੇ ਕੋਲੇ ਆਊਗਾ, ਕਹੂਗਾ ਮਮ ਡੈਡ ਯੂ ਆਰ ਨਾਟ ਟਾਕਿੰਗ ਟੂ ਮੀ। ਉਹਨੂੰ ਕਹੋ ਨੋ, ਜਸਟ ਕਮ ਲੈਟਸ ਸਿਟ ਡਾਊਨ ਹੈਵ ਅ ਟਾਕ। ਤੁਸੀਂ ਬੜੇ ਪਿਆਰ ਨਾਲ ਉਹਦੇ ਨਾਲ ਗੱਲ ਕਰਨੀ ਹੈ। ਹਾਂ, ਉਹਨੂੰ ਕਹੋ ਯੈਸ ਵੀ ਆਰ ਵਿਲਿੰਗ ਟੂ ਲਿਸਨ। ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂ, ਸੋ ਇਹਦੇ 'ਚ ਟੈਕਨੀਕ ਕੀ ਹੈ? ਟੈਕਨੀਕ ਇਹ ਆ ਕਿ ਜਦੋਂ ਕੋਈ ਨੈਗੋਸ਼ੀਏਟ ਕਰਦਾ, ਜਿਹੜੇ ਹੌਸਟੇਜ ਨੈਗੋਸ਼ੀਏਟਰ ਆ ਪੁਲਿਸ ਵਾਲੇ, ਇਹ ਉਹਨਾਂ ਤੋਂ ਇਹ ਟੈਕਨੀਕਸ ਮੈਂ ਸਿੱਖ ਕੇ ਤੇ ਤੁਹਾਨੂੰ ਦੱਸ ਰਿਹਾ। ਠੀਕ ਹੈ। ਜਦੋਂ ਕੋਈ ਬੰਦਾ ਗੱਲ ਸ਼ੁਰੂ ਕਰਦਾ, ਜੇ ਫਰਜ਼ ਕਰ ਲਓ ਮੈਂ ਤੁਹਾਨੂੰ ਕਵਾਂ ਬਈ ਰੋਟੀ ਖਾ ਲਈਏ, ਹੁਣ ਤੁਹਾਡੇ ਕੋਲੇ 2 ਆਪਸ਼ਨਸ ਆ। ਤੁਸੀਂ ਕਹਿ ਸਕਦੇ ਹੋ ਹਾਂ ਮੈਂ ਰੋਟੀ ਖਾਣੀ ਆ, ਤੁਸੀਂ ਕਹਿ ਸਕਦੇ ਹੋ ਨੋ ਮੈਂ ਰੋਟੀ ਨਹੀਂ ਖਾਣੀ। ਲੇਕਿਨ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਮੈਨੂੰ ਕਹੋਗੇ ਹਾਂ ਮੈਂ ਰੋਟੀ ਖਾਣੀ ਆ, ਪਰ ਤੁਸੀਂ ਕਹਤਾ ਨੋ ਮੈਂ ਨਹੀਂ ਰੋਟੀ ਖਾਣੀ। ਹੁਣ ਮੈਂ ਥੋੜ੍ਹੀਆਂ ਮਿੰਨਤਾਂ ਕਰਦਾ ਵੀ ਯਾਰ ਪਲੀਜ਼ ਰੋਟੀ ਖਾ ਲਓ ਯਾਰ, ਠੰਡੀ ਹੋ ਜੂ, ਫੇਰ ਗਰਮ ਕਰਤੇ ਫਿਰਾਂਗੇ। ਤੁਸੀਂ ਕਹਿੰਦੇ ਹੋ ਨਹੀਂ ਤੂੰ ਖਾ ਲਾ, ਮੈਂ ਬਾਅਦ 'ਚ ਹੀ ਖਾਣੀ ਆ, ਮੈਨੂੰ ਕੋਈ ਭੁੱਖ ਭੱਖ ਨਹੀਂ ਗੀ। ਹੁਣ ਮੈਨੂੰ ਚੰਗਾ ਨਹੀਂ ਲੱਗਿਆ, ਰਾਈਟ? ਹਾਂਜੀ, ਕਿਉਂਕਿ ਤੁਹਾਡੇ ਹੱਥ 'ਚ ਤਾਕਤ ਆ, ਕਿਉਂਕਿ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਵੀ ਤੁਸੀਂ ਰੋਟੀ ਖਾਣੀ ਆ। ਸੋ ਇਹਦਾ ਮਤਲਬ ਕੀ ਆ? ਇਹਦਾ ਮਤਲਬ ਆ ਕਿ ਪੇਰੈਂਟਸ ਪਹਿਲਾਂ ਗੱਲ ਨਾ ਸ਼ੁਰੂ ਕਰਨ, ਬੱਚੇ ਨੂੰ ਕਹਿਣ ਵੀ ਤੂੰ ਗੱਲ ਸ਼ੁਰੂ ਕਰ। ਹੁਣ ਬੱਚਾ ਕਹਿੰਦਾ ਵੀ ਮੈਨੂੰ ਚਾਬੀ ਦਿਓ, ਮੈਂ ਬਾਹਰ ਚੱਲਿਆ। ਉਹਨੂੰ ਕਹਿ ਸਕਦੇ ਆ ਵੀ ਸੌਰੀ ਮੈਂ ਤੈਨੂੰ ਚਕਾਰ ਦੀ ਚਾਬੀ ਨਹੀਂ ਦੇਣੀ, ਕਿਉਂਕਿ ਤੂੰ ਮੇਰੀ ਗੱਲ ਨਹੀਂ ਮੰਨੀ, ਸਵੇਰੇ ਉੱਠਿਆ ਨਹੀਂ ਟਾਈਮ ਸਿਰ, ਤੇ ਤੂੰ ਆਪਣਾ ਤਿਆਰ ਹੋ ਕੇ ਸਕੂਲ ਨਹੀਂ ਗਿਆ, ਸੌਰੀ ਕੈਂਟ ਬੀ ਡਨ। ਬੜੇ ਪਿਆਰ ਨਾਲ, ਬੜੇ ਪਿਆਰ। ਉਹ ਬੱਚਾ ਪਹਿਲਾਂ ਇਹ 2-3 ਵਾਰੀ ਤੁਸੀਂ ਕਰੋਗੇ, ਔਖਾ ਹੋਊਗਾ। ਉਸ ਤੋਂ ਬਾਅਦ ਉਹਨੂੰ ਪਤਾ ਲੱਗ ਜੂ ਕਿ ਮੇਰੀ ਹੁਣ ਇੱਥੇ ਦਾਲ ਨਹੀਂ ਗਲਣ ਵਾਲੀ, ਤੇ ਉਹ ਕਾਮ ਹੋ ਕੇ ਉਹ ਬੜੀਆਂ ਸੋਹਣੀਆਂ ਆਪਣੀ ਜ਼ਿੰਮੇਵਾਰੀ ਚੱਕੂਗਾ। ਜਿਹੜਾ ਕੁਝ ਤੁਸੀਂ ਕਹੋਗੇ ਕਰੂਗਾ, ਕਿਉਂਕਿ ਇਨ ਰਿਟਰਨ ਉਹਨੂੰ ਤੁਸੀਂ ਕੁਝ ਦੇ ਰਹੇ ਹੋ। ਰਾਈਟ? ਉਹਨੂੰ ਚਾਬੀ ਚਾਹੀਦੀ ਆ, ਉਹਨੂੰ $10 ਚਾਹੀਦੇ ਆ, ਉਹਨੂੰ ਮੂਵੀ ਦੇਖਣ ਵਾਸਤੇ $15-20 ਚਾਹੀਦੇ ਆ, ਕਿਉਂਕਿ ਉਹਨੇ ਪੌਪਕਾਰਨ ਵੀ ਲੈਣੀ ਆ ਉੱਥੇ, ਤੇ ਤੁਸੀਂ ਉਹਨੂੰ $20 ਦੇ ਰਹੇ ਹੋ, ਪਰ ਕਾਹਤੇ ਦੇ ਰਹੇ ਹੋ? ਉਹ ਕਹਿਣਾ ਤਾਂ ਤੁਹਾਡਾ ਮੰਨ ਨਹੀਂ ਰਿਹਾ। ਤੁਸੀਂ ਨਾ ਕਰ ਸਕਦੇ ਹੋ। ਉਹ ਕਹਿੰਦਾ ਵੀ ਮੈਨੂੰ ਤੁਸੀਂ ਜਿਹੜਾ ਵੀ ਕੋਈ ਆਈਫੋਨ ਆ, ਜਿਹੜਾ ਵੀ ਨਵਾਂ ਆਇਆ ਹੋਇਆ, ਉਹ ਕਹਿੰਦਾ ਜੀ ਮੈਨੂੰ ਤਾਂ ਉਹ ਲੈ ਕੇ ਦਿਓ। ਉਹਨੂੰ ਕਹੋ ਬਿਲਕੁਲ ਤੈਨੂੰ ਮਿਲੂਗਾ ਪੁੱਤ, ਆਹ 5 ਚੀਜ਼ਾਂ ਕਰ, ਜਦੋਂ ਤੂੰ ਕਰ ਲੇਗਾ ਤੈਨੂੰ ਆਈਫੋਨ ਮਿਲੂਗਾ, ਉਦੋਂ ਪਹਿਲਾਂ ਨਹੀਂ ਤੈਨੂੰ ਮਿਲਦਾ। ਸੋ ਆਪਣੇ ਕੀ ਹੁੰਦਾ ਕਿ ਆਪਣਾ ਜਦੋਂ ਬੱਚਾ ਪੁੱਛਦਾ ਆਪਾਂ ਨੂੰ, ਡੈਡੀ ਕੋਲੇ ਆਂਦਾ, ਡੈਡੀ ਨੂੰ ਕਹਿੰਦਾ ਡੈਡ ਮੈਨੂੰ ਤੁਸੀਂ ਨਾ BMW ਕਾਰ ਲੈ ਦਿਓ, ਤੇ ਆਪਾਂ ਕਹਿੰਦੇ BMW ਮੈਂ ਨਹੀਂ ਕਦੇ ਖਰੀਦੀ, ਮੈਂ ਤੈਨੂੰ ਕਿਵੇਂ ਲੈ ਦਾਂ? ਆਈ ਨਹੀਂ ਗੱਲ ਕਰਨੀ। ਤੁਸੀਂ ਇਹਨੂੰ ਕਹੋ ਯੈਸ ਬੇਟੇ ਤੈਨੂੰ BMW ਕਾਰ ਮਿਲੂ, ਪਰ ਤੂੰ ਆਹ 10 ਚੀਜ਼ਾਂ ਕਰ। ਡਿਗਰੀ ਪੂਰੀ ਕਰ, ਪੈਸੇ ਕਮਾ ਤਾਂ ਕਿ ਤੂੰ ਇੰਸ਼ੋਰੈਂਸ ਤੇ ਗੈਸ ਦੇ ਪੈਸੇ ਦੇ ਸਕੇ, ਘਰ 'ਚ ਹੈਲਪ ਕਰਾ, ਜ਼ਿੰਮੇਵਾਰੀ ਚੱਕ, ਆਹ ਜਿਹੜੀਆਂ ਇੰਨੇ ਪੈਸੇ ਤੇਰੇ ਅਕਾਊਂਟ 'ਚ ਜਮ੍ਹਾਂ ਹੋਣੇ ਚਾਹੀਦੇ ਆ, ਆਹ ਚੀਜ਼ਾਂ ਤੈਅ ਕਰਨੀਆਂ ਤੂੰ, ਮਤਲਬ ਕਿ ਇੰਨੇ ਤੇਰੇ ਮਾਰਕ ਇਦੋਂ ਡਾਊਨ ਨਹੀਂ ਹੋਣੇ ਚਾਹੀਦੇ, ਤੇ ਸਾਨੂੰ ਤੂੰ ਰਿਪੋਰਟਾਂ ਲਗਾ ਕੇ ਦਿਖਾਏਂਗਾ। ਜਿਹੜੀਆਂ ਚੀਜ਼ਾਂ ਉਹ ਨਹੀਂ ਕਰਦਾ, ਉਹ ਚੀਜ਼ਾਂ ਤੁਸੀਂ ਕਰੋਗੇ, ਤੁਸੀਂ ਕਹੋਗੇ ਇਹ ਸਾਰੀਆਂ ਕਰੇਂਗਾ ਤੈਨੂੰ BMW ਕਾਰ ਮਿਲੂਗੀ। ਅੱਛਾ, ਹੁਣ ਉਹਨੇ ਕੀ ਕਰਨਾ? ਉਹਨੇ ਕਹਿਣਾ ਸਰ ਮੈਨੂੰ BMW ਕਾਰ ਹੀ ਨਹੀਂ ਚਾਹੀਦੀ ਤੁਹਾਡੀ, ਕਿਉਂਕਿ ਮੈਂ ਨਹੀਂ ਇਹ ਕਰਨੀ ਆ। ਆਕੜਿਆ ਹੋਇਆ ਨਾ ਉਹ। ਅੱਛਾ, ਤੁਸੀਂ ਤਾਂ ਨਾ ਨਹੀਂ ਨਾ ਕੀਤੀ, ਤੁਸੀਂ ਤਾਂ ਚੰਗੇ ਹੋ, ਤੁਸੀਂ ਤਾਂ ਕਹਿੰਦੇ ਹੋ ਵੀ ਮੈਂ ਤੈਨੂੰ BMW ਕਾਰ ਲੈ ਕੇ ਦੇ ਰਿਹਾ, ਤੂੰ ਆਹ ਚੀਜ਼ਾਂ ਪੂਰੀਆਂ ਕਰ ਤੇ ਤੈਨੂੰ ਮਿਲ ਜੂਗੀ। ਉਹ ਕਹਿੰਦਾ ਮੈਂ ਕਰਨੀ ਨਹੀਂ, ਮੈਨੂੰ ਤਾਂ ਤੁਸੀਂ ਪਹਿਲਾਂ ਲੈ ਕੇ ਦਿਓ ਫੇਰ ਮੈਂ ਕਰੂੰਗਾ। ਤੁਸੀਂ ਕਹੋ ਸੌਰੀ ਨੋ ਡੀਲ। ਹੁਣ ਤੁਸੀਂ ਗੁੱਸੇ ਵੀ ਨਹੀਂ ਹੋਏ, ਤੁਸੀਂ ਕੰਟਰੋਲ 'ਚ ਵੀ ਹੋ, ਤੁਸੀਂ ਹੈਗੇ ਹੋ, ਤੇ ਪਲੱਸ ਤੁਸੀਂ ਆਪਣਾ ਜਿੱਤ ਵੀ ਗਏ, ਤੇ ਤੁਸੀਂ ਰਿਲੇਸ਼ਨਸ਼ਿਪ ਵੀ ਨਹੀਂ ਖਰਾਬ ਕੀਤਾ, ਤੇ ਤੁਸੀਂ ਘਰ 'ਚ ਕਲੇਸ਼ ਵੀ ਨਹੀਂ ਕੀਤਾ। ਇਹੋ ਜਿਹੀਆਂ ਮੈਂ ਮਤਲਬ ਕਿ ਉਸ ਸੰਡੇ ਨੂੰ ਮੈਂ ਟੈਕਨੀਕਸ ਦੇਣਾ ਚਾਹਨਾ, ਜਿਹਦੇ ਨਾਲ ਕਿ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ, ਟੀਨੇਜਰਸ ਦੇ ਨਾਲ ਟਕਰਾਓ ਨਾ ਕਰਨ, ਜਾਨੀ ਉਹਨਾਂ ਦਾ ਘਰ 'ਚ ਕਲੇਸ਼ ਨਾ ਹੋਵੇ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਟੈਕਨੀਕਸ ਮੈਂ ਦਊਂਗਾ, ਜਿਹਦੇ ਨਾਲ ਕਿ ਪੇਰੈਂਟਸ ਅਗਰ ਅਪਲਾਈ ਕਰਨਗੇ ਤਾਂ ਉਹਨਾਂ ਦੇ ਘਰ 'ਚ ਕਲੇਸ਼ ਬੰਦ ਹੋ ਜੂ। ਅੱਛਾ ਜੀ, ਪਰ ਇਹ ਪ੍ਰੈਕਟੀਕਲ ਆ। ਹਾਂ, ਪਰ ਕਈ ਵਾਰ ਮਤਲਬ ਸਭ ਐਸਾ ਹੁੰਦਾ ਜਿਵੇਂ ਆਪਾਂ ਕਹਿੰਦੇ ਵੀ ਪੁੱਤਰ ਮੋਹ ਹੈ, ਬੱਚਿਆਂ ਦਾ ਮੋਹ ਹੈ, ਉਹਦੇ ਵਿੱਚ ਕਈ ਵਾਰ ਮਾਪੇ ਮਤਲਬ ਵੀ ਜ਼ਿਆਦਾ ਸਖਤ ਹੁਕਮ ਦੇਣ ਦੀ ਬਜਾਏ ਬੱਚੇ ਨਾਲ ਮਾਈਲਡ ਹੋ ਕੇ ਉਹਦੇ ਨਾਲ ਰਜਾਮੰਦ ਹੋ ਜਾਂਦੇ ਆ ਵੀ ਕੋਈ ਗੱਲ ਨਹੀਂ, ਮਤਲਬ ਜਿਹੜੀ ਚੀਜ਼ ਦੀ ਲੋੜ ਪਏ ਬਾਜੋ। ਇਹ ਨਾ ਹੋਵੇ ਕਿ ਉਹਨੇ BMW ਮੰਗੇ ਜਾਂ ਮਤਲਬ ਵੀ 2000 ਦਾ ਫੋਨ ਮੰਗਿਆ, ਪਰ ਕੁਛ ਕੁ ਉਹਦੀਆਂ ਸਹੂਲਤਾਂ ਜਿਹੜੀਆਂ ਹੁੰਦੀਆਂ ਉਹ ਮਾਪੇ ਪੂਰੀਆਂ ਕਰ ਦਿੰਦੇ ਆ। ਤੇ ਤੁਹਾਡੇ ਖਿਆਲ ਦੇ ਵਿੱਚ ਕੀ ਮਤਲਬ ਵੀ ਉਹਦੇ ਨਾਲ ਬੱਚੇ ਵਿਗੜਦੇ ਆ ਜਾਂ ਮਤਲਬ ਵੀ ਸਹੀ ਰਾਹ ਨੂੰ ਚੱਲਦੇ ਆ? ਮਾਨ ਜੀ ਤੁਹਾਡਾ ਸਵਾਲ ਬਹੁਤ ਜ਼ਬਰਦਸਤ ਆ। ਉਹ ਇਸ ਕਰਕੇ ਮੈਂ ਤੁਹਾਡੇ ਨਾਲ ਮਤਲਬ ਕਿ ਕਹਿਣਾ ਚਾਹਨਾ ਕਿ ਜਿਹੜਾ ਮੋਹ ਆ ਤੇ ਜਿਹੜਾ ਪਿਆਰ ਆ, ਇਹਦੇ ਵਿੱਚ ਅੰਤਰ ਪਤਾ ਹੋਣਾ ਬਹੁਤ ਜ਼ਰੂਰੀ ਆ। ਮਾਪਿਆਂ ਨੂੰ ਕਦੋਂ ਤੱਕ ਅਸੀਂ ਪਿਆਰ ਨੂੰ
ਮਤਲਬ ਕਿ ਐਕਸਟ੍ਰੀਮ ਲੈਵਲ ਤੱਕ ਲਿਜਾਣਾ ਤੇ ਉਸ ਤੋਂ ਬਾਅਦ ਮੋਹ ਸ਼ੁਰੂ ਹੋ ਜੂ। ਉਹ ਜਿਹੜੀ ਫਲੈਕਸੀਬਿਲਿਟੀ ਆ ਪਿਆਰ ਦੀ, ਉਹਦੀ ਆਪਾਂ ਪਹਿਲਾਂ ਪਰਿਭਾਸ਼ਾ ਸਮਝ ਲਈਏ। ਮੋਹ ਆਪਣੇ ਗੁਰੂਆਂ ਨੇ ਵੀ ਮਨਾ ਕੀਤਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਹੈ ਨਾ, ਉਹਦੇ ਚ ਮੋਹ ਨੂੰ ਮਾੜਾ ਗਿਣਿਆ ਗਿਆ। ਹੁਣ ਬਹੁਤੀ ਵਾਰੀ ਜਿਹੜੇ ਆਪਣੇ ਮਾਪੇ ਆ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਮੋਹ ਐਕਚੁਅਲੀ ਡੈਮੇਜ ਕਰ ਰਿਹਾ ਤੁਹਾਡਾ ਰਿਲੇਸ਼ਨਸ਼ਿਪ ਬਿਟਵੀਨ ਪੇਰੈਂਟਸ ਐਂਡ ਚਿਲਡਰਨ। ਉਹਨਾਂ ਨੂੰ ਇਹ ਪਤਾ ਨਹੀਂਗਾ, ਲੇਕਿਨ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਐਸ ਬੱਚੇ ਦੀ ਗੱਲ ਨਾ ਮੰਨੀ, ਕਿਤੇ ਘਰ ਛੱਡ ਕੇ ਨਾ ਚਲੇ ਜੇ, ਕਿਤੇ ਸਾਡੇ ਕੋਈ ਪੁੱਠਾ ਹੀ ਕੰਮ ਨਾ ਕਰ ਲਵੇ, ਇਹਦਾ ਮਤਲਬ ਇਹ ਹੈਗਾ ਕਿ ਬੱਚਾ ਆਲਰੇਡੀ ਇਹ ਮਨ 'ਚ ਬਣਾ ਚੁੱਕਿਆ ਕਿ ਮੈਂ ਆਪਣੇ ਪੇਰੈਂਟਸ ਨੂੰ ਇਹ ਪੁਸ਼ ਕਰਕੇ ਇਹ ਚੀਜ਼ਾਂ ਲੈ ਲੂੰ, ਮੈਂ ਥ੍ਰੈਟਨ ਕਰ ਸਕਦਾ। ਸਾਨੂੰ ਇਹ ਸਿਖਾਇਆ ਜਾਂਦਾ ਸਾਈਕੋਲੋਜੀ ਦੇ ਵਿੱਚ ਕਿ ਜਦੋਂ ਕੋਈ ਦੂਜੀ ਧਿਰ ਤੁਹਾਨੂੰ ਥ੍ਰੈਟਨ ਕਰੇ ਬਈ ਮੈਂ ਘਰ ਛੱਡ ਕੇ ਚਲੇ ਜੂ, ਮੈਂ ਤੁਹਾਡੇ ਘਰ ਨਹੀਂ ਰਹਿਣਾ, ਇਹਦਾ ਮਤਲਬ ਤੁਹਾਡਾ ਰਿਸ਼ਤਾ ਖਰਾਬ ਹੋ ਚੁੱਕਿਆ, ਤੁਸੀਂ ਪਹਿਲਾਂ ਰਿਸ਼ਤਾ ਫਿਕਸ ਕਰੋ। ਫਿਰ ਮੋਹ ਦੀ ਗੱਲ ਨਹੀਂ ਰਹਿ ਗਈ, ਨਾ ਪਿਆਰ ਦੀ ਗੱਲ ਰਹਿ ਗਈ। ਇਹਦਾ ਮਤਲਬ ਉਹਦੇ ਦਿਮਾਗ ਦੇ ਵਿੱਚ ਆ ਕਿ ਮੈਂ ਇਹ ਟੋਲਰੇਟ ਨਹੀਂ ਕਰਦਾ ਕਿ ਤੁਸੀਂ ਮੇਰੀ ਗੱਲ ਨਹੀਂ ਮੰਨਦੇ। ਉਹਦੇ ਦਿਮਾਗ ਦੇ ਵਿੱਚ ਇਹ ਬੱਚੇ ਦੇ ਘਰ ਕਰ ਗਿਆ ਬਈ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ ਤਾਂ ਮੈਂ ਘਰ ਛੱਡ ਕੇ ਚਲੀ ਜੂ, ਜਾਓ ਲਾ ਲਓ ਜ਼ੋਰ ਜਿਹੜਾ ਤੁਸੀਂ ਲਾਉਣਾ। ਮੈਂ ਕਹਿੰਦਾ ਵੀ ਆਪਾਂ ਇਹ ਮੋਹ ਦੀ ਤੇ ਪਿਆਰ ਦੀ ਗੱਲ ਨੂੰ ਥੋੜਾ ਜਿਹਾ ਸਾਈਡ ਤੇ ਰੱਖ ਕੇ ਇਹ ਦੇਖੀਏ ਕਿ ਬੱਚੇ 'ਚ ਇੰਨੀ ਹਿੰਮਤ ਆ ਕਿਵੇਂ ਗਈ ਕਿ ਇੱਕ ਫਾਦਰ ਨੂੰ ਉਹ ਇਹ ਕਹਿ ਦੇਵੇ ਮੈਂ ਘਰ ਛੱਡ ਕੇ ਚਲੇ ਜੂ। ਇਹਦਾ ਮਤਲਬ ਆਪਣੀ ਕਿਤੇ ਤਾਂ ਉਹਦਾ ਮਤਲਬ ਕਿ ਟਕਰਾਓ ਹੋ ਗਿਆ ਨਾ, ਕਦਰਾਂ ਕੀਮਤਾਂ ਦਾ ਟਕਰਾਓ ਹੋ ਗਿਆ, ਹੈ ਨਾ। ਵੀ ਉਹਨੇ ਮਾਪਿਆਂ ਦੀ ਇੱਜ਼ਤ ਨਹੀਂ, ਉਹਨੂੰ ਇਹ ਨਹੀਂ ਪਤਾ ਕਿ ਮਾਪਿਆਂ ਨੇ ਮਿਹਨਤ ਕਿੰਨੀ ਕੀਤੀ ਆ, ਕੈਨੇਡਾ 'ਚ ਆ ਕੇ ਕਿੰਨੇ ਉਹਨਾਂ ਨੇ ਪਾਪੜ ਵੇਲੇ ਆ, ਜਿਹਦੇ ਹਿਸਾਬ ਨਾਲ ਉਹਨਾਂ ਨੇ ਆਪਣੀ ਮਤਲਬ ਕਿ ਛੋਟਾ ਜਿਹਾ ਘਰ ਬਣਾਇਆ, ਬੱਚੇ ਨੂੰ ਵਧੀਆ ਕਮਰਾ ਦਿੱਤਾ, ਉਹਨੂੰ ਜੋ ਕੁਝ ਵੀ ਆਪਾਂ ਅੱਜ ਕੱਲ੍ਹ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ ਉਹ ਦਿੱਤਾ। ਉਸ ਚੀਜ਼ ਦੀ ਉਹ ਕਦਰ ਨਹੀਂ ਕਰਵਾ ਸਕੇ ਬੱਚੇ ਤੋਂ, ਤੇ ਹੁਣ ਉਹਨਾਂ ਦਾ ਰਿਸ਼ਤਾ ਖਰਾਬ ਹੋ ਗਿਆ ਤੇ ਹੁਣ ਉਹ ਤਾਂ ਉਹਨਾਂ ਨੂੰ ਥ੍ਰੈਟਨ ਕਰਦਾ। ਉਹ ਥ੍ਰੈਟ ਦੇ ਵਿੱਚੋਂ ਮੋਹ ਨਿਕਲਦਾ, ਪਰ ਉਹ ਮੋਹ ਨਹੀਂਗਾ, ਉਹ ਐਕਚੁਅਲੀ ਡਰੇ ਹੋਏ ਆ ਮਾਪੇ ਵੀ ਕਿਤੇ ਜੇ ਇਹ ਚਲੇ ਗਿਆ ਤਾਂ ਲੋਕ ਕੀ ਕਹਿਣਗੇ, ਵੀ ਤੁਸੀਂ ਯਾਰ ਮੁੰਡਾ ਹੀ ਕੱਢਤਾ, ਕਿਹੋ ਜਿਹੇ ਮਾਪਿਓ, ਉਹ ਦੇ ਦਿੰਦੇ ਕੀ ਫਰਕ ਪੈਣਾ ਸੀ, ਸਾਰਿਆਂ ਕੋਲ ਹੀ ਤਾਂ ਕਾਰਾਂ ਹੈਗੀਆਂ, ਸਾਰਿਆਂ ਕੋਲ ਹੀ ਤਾਂ ਸੈੱਲਫੋਨ ਆ, ਤੁਸੀਂ ਸੈੱਲਫੋਨ ਦੇ ਪਿੱਛੇ ਘਰ 'ਚ ਕਲੇਸ਼ ਪਾ ਲਿਆ। ਲੇਕਿਨ ਗੱਲ ਕਲੇਸ਼ ਦਾ ਨਹੀਂਗਾ, ਗੱਲ ਹੈਗੀ ਆ ਵੀ ਅੱਜ ਉਹਨੇ ਸੈੱਲਫੋਨ ਤੇ ਆ ਤੇ ਕੱਲ ਨੂੰ ਕੁਛ ਹੋਰ ਕਰੂਗਾ। ਉਹ ਜਿਹੜੀ ਚੀਜ਼ ਆ ਮੇਰਾ ਖਿਆਲ 'ਚ ਡਰ ਦੀ, ਜਿਹੜਾ ਬੱਚਾ ਡਰਾ ਲੈਂਦਾ ਮਾਪਿਆਂ ਨੂੰ ਇਹ ਕਹਿ ਕੇ ਵੀ ਮੈਂ ਚਲੇ ਜੂ, ਉਸ ਚੀਜ਼ ਤੱਕ ਪਹੁੰਚਣ ਨਹੀਂ ਦੇਣਿਆ। ਉਦੋਂ ਪਹਿਲਾਂ ਹੀ ਆਪਾਂ ਆਪਣਾ ਰਿਸ਼ਤਾ ਸਾਂਭ ਲਈਏ, ਉਹਦੇ ਬਾਰੇ ਵੀ ਮੈਂ ਸਰਟਨ ਟੈਕਨੀਕਸ ਦੇ ਸਕਦਾ ਵੀ ਕਿਵੇਂ ਕਰਨੀ ਆ। ਬਹੁਤ ਸਾਰੇ ਬੱਚੇ ਜਦੋਂ ਵੱਡੇ ਹੋ ਜਾਂਦੇ ਆ, ਸਕੂਲ ਦੇ ਵਿੱਚ ਜਾਂਦੇ ਆ, ਸਕੂਲਾਂ ਦੇ ਵਿੱਚ ਟਾਈਮ ਸਪੈਂਡ ਕਰਦੇ ਆ। ਜਦੋਂ ਤੁਸੀਂ ਗੱਲ ਕੀਤੀ ਵੀ ਇੱਕ ਬੱਚਾ ਫੋਨ ਲੈਣ ਦੀ ਜਿੱਦ ਕਰਦਾ ਗਾ ਤੇ ਉਹ ਘਰੇ ਆ ਕੇ ਇਹ ਵੀ ਕਲੇਸ਼ ਪਾਉਂਦਾ ਕਿ ਬਾਕੀ ਸਾਰਿਆਂ ਦੇ ਪੇਰੈਂਟਸ ਤਾਂ ਫਿਰ ਚੰਗੇ ਆ ਕਿਉਂਕਿ ਮੇਰੇ ਨਾਲ ਦੇ 10 ਬੱਚਿਆਂ ਨੂੰ ਤੇ ਫੋਨ ਮਿਲ ਗਿਆ ਗਾ, ਇਹਦਾ ਮਤਲਬ ਉਹਨਾਂ ਦੇ ਪੇਰੈਂਟਸ ਚੰਗੇ ਆ ਤੇ ਮੇਰੇ ਮਾੜੇ ਹੋ ਗਏ। ਬੱਚੇ ਦੇ ਦਿਮਾਗ ਦੇ ਵਿੱਚ ਇਹ ਵੀ ਤਾਂ ਸਵਾਲ ਆਉਂਦਾ ਨਾ ਜਦੋਂ ਉਸ ਨੂੰ ਤੁਸੀਂ ਕੋਈ ਚੀਜ਼ ਨਹੀਂ ਦਿਵਾਉਂਦੇ। ਕੀ ਕਹਿਣਾ ਮੋਟਾ ਸਾਹਿਬ ਜੀ? ਆਪਣੇ ਜਿਹੜੀ ਸਾਰਿਆਂ ਨਾਲੋਂ ਡਿਫੀਕਲਟ ਸਪਿਰਿਚੁਅਲ ਗੱਲ ਆ ਉਹ ਇਹ ਹੈਗੀ ਕਿ ਇੱਕ ਇਨਸਾਨ, ਇੱਕ ਮਾਪਾ ਆਪਣੇ ਬੱਚਿਆਂ ਨੂੰ ਕੰਟੈਂਟਮੈਂਟ, ਸੰਤੋਖ ਕਿਵੇਂ ਸੁਣਾ ਸਕਦਾ, ਸਮਝਾ ਸਕਦਾ। ਕਿਹੜੀਆਂ ਐਸੀਆਂ ਪਰਿਭਾਸ਼ਾ ਆਪਾਂ ਬੱਚੇ ਨੂੰ ਛੋਟੇ ਹੁੰਦੇ ਨੂੰ ਦਈਏ ਕਿ ਉਹਨੂੰ ਪਤਾ ਲੱਗੇ ਕਿ ਜ਼ਿੰਦਗੀ ਦੇ ਵਿੱਚ ਸਬਰ ਸੰਤੋਖ ਨਾਂ ਦੀ ਵੀ ਕੋਈ ਚੀਜ਼ ਆ। ਇਹਦੇ ਉੱਤੇ ਆਪਣੇ ਕੰਮ ਨਹੀਂ ਹੁੰਦਾ, ਆਪਣੀ ਖਾਸ ਕਰਕੇ ਸਿੱਖ ਭਾਈਚਾਰੇ ਦੇ ਵਿੱਚ ਆਪਣੇ ਕੰਮ ਨਹੀਂ ਹੁੰਦਾ, ਜਦੋਂ ਕਿ ਸਿੱਖ ਧਰਮ ਦਾ ਕੁਝ ਬੁਨਿਆਦੀ ਅਸੂਲ ਇਹ ਆ ਕਿ ਤੁਹਾਨੂੰ ਸੰਤੋਖ ਰੱਖਣਾ ਚਾਹੀਦਾ ਆਪਣੇ ਜੀਵਨ ਦੇ ਵਿੱਚ। ਹੁਣ ਜੇ ਮੈਂ ਐਜ਼ ਏ ਫਾਦਰ ਆਪਣੇ ਮੁੰਡਿਆਂ ਨੂੰ ਤੇ ਆਪਣੀਆਂ ਕੁੜੀਆਂ ਨੂੰ ਇਹ ਦੱਸਦਾ ਨਹੀਂਗਾ ਵੀ ਤੁਹਾਨੂੰ ਕੰਟੈਂਟਮੈਂਟ ਦੀ ਕੋਈ ਲਾਈਨ ਤਾਂ ਲਾਣੀ ਪਊਗੀ ਨਾ। ਕੀ ਮੇਰੀ ਕੰਟੈਂਟਮੈਂਟ ਦੀ ਲਾਈਨ ਆਈਫੋਨ ਆ? ਕੀ ਮੇਰੀ ਕੰਟੈਂਟਮੈਂਟ ਦੀ ਲਾਈਨ BMW ਆ? ਕੀ ਮੇਰੀ ਕੰਟੈਂਟਮੈਂਟ ਦੀ ਲਾਈਨ ਕਿਹੜੀ ਆ? ਹੁਣ ਜੇ ਮੇਰੇ ਪੇਰੈਂਟਸ ਇਹ ਅਫੋਰਡ ਨਹੀਂ ਕਰਦੇ, ਮੈਂ ਫੇਰ ਵੀ ਨਹੀਂ ਕੰਟੈਂਟਮੈਂਟ ਦੀ ਲਾਈਨ ਲਾਣੀ। ਕਦੋਂ ਮੈਂ ਲਾਉਂਗਾ ਆਖਰ? ਮੇਰਾ ਖਿਆਲ 'ਚ ਜਿਹੜੀ ਡਿਸਕਸ਼ਨ ਆਪਣੇ ਹੋਣੀ ਚਾਹੀਦੀ ਆ, ਪਰ ਜਾਨੀ ਡਿਸਕਸ਼ਨ ਉਹ ਇਹ ਹੋਣੀ ਚਾਹੀਦੀ ਆ ਕਿ ਜਿਹੜੀ ਕੰਟੈਂਟਮੈਂਟ ਆ, ਜਿਹੜੀ ਸਬਰ ਸੰਤੋਖ ਆ, ਆਪਾਂ ਬੱਚਿਆਂ ਨੂੰ ਕਿਵੇਂ ਦੱਸੀਏ। ਆਪਾਂ ਨੂੰ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਜਦੋਂ ਆਪਾਂ ਕਿਸੇ ਟੌਏ ਦੀ ਆਇਲ 'ਚ ਜਾਂਦੇ ਆ ਜਿੱਥੇ ਟੌਇਜ਼ ਪਏ ਹੁੰਦੇ ਆ, ਉੱਥੇ ਬੱਚਾ ਕਹਿੰਦਾ ਮੈਂ ਤਾਂ ਆ ਲੈਣਾ, ਤੁਸੀਂ ਕਹਿੰਦੇ ਵੀ ਪੁੱਤ ਇਹ ਹੈਗਾ
10 ਸਾਲ ਦੇ ਬੱਚੇ ਦਾ, ਤੇਰੀ ਉਮਰ ਹਜੇ ਹੈਗੀ ਆ 5 ਸਾਲ, ਹਜੇ ਨਹੀਂ ਤੈਨੂੰ ਮਿਲਣਾ, ਜਦੋਂ ਥੋੜਾ ਜਿਹਾ ਵੱਡਾ ਹੋ ਜਾਏਗਾ ਫਿਰ ਅਸੀਂ ਤੈਨੂੰ ਲੈ ਦਾਂਗੇ, ਤੂੰ ਕੁਝ ਹੋਰ ਚੁਣ ਲਾ ਆਪਣੀ ਏਜ ਦੇ ਹਿਸਾਬ ਨਾਲ। ਉਹ ਕਹਿੰਦਾ ਨਹੀਂ ਮੈਂ ਤਾਂ ਲੈਣਾ ਹੀ ਆ। ਉਹ ਹੁਣ ਰੁੱਸ ਗਿਆ, ਉਹ ਰੁੱਸ ਕੇ ਤੇ ਜੀ ਉਹ ਫਰਸ਼ ਤੇ ਪੈ ਗਿਆ ਤੇ ਮਾਰ ਚੀਕਾਂ ਮਾਰ ਰਿਹਾ, ਇਰਦ ਗਿਰਦ ਭੀੜ ਇਕੱਠੀ ਹੋ ਗਈ ਵੀ ਇਹ ਕਿਹੋ ਜਿਹਾ ਨਿਆਣਾ। ਇਸ ਤਰ੍ਹਾਂ ਦੀਆਂ ਤੁਸੀਂ ਸਰਕਮਸਟਾਂਸਿਸ ਦੇਖੋਗੇ। ਹੁਣ ਉਸ ਨੂੰ ਆਪਾਂ ਦੋ ਤਰੀਕੇ ਨਾਲ ਸਮਝ ਸਕਦੇ ਹਾਂ। ਇੱਕ ਤਾਂ ਆਪਾਂ ਕਹਿ ਸਕਦੇ ਹਾਂ ਇਹ ਬੱਚਾ ਜਿੱਦੀ ਆ, ਇਹ ਬੱਚਾ ਅੜੀ ਕਰਦਾ, ਇਹਨੂੰ ਲੈ ਦੋ, ਇੱਕ ਸਟ੍ਰੀਟ ਜਾਂ ਉਹਦਾ ਰੋਣਾ ਬੰਦ ਹੋ ਜੂ, ਆਪਾਂ ਘਰ ਲਿਆ ਕੇ ਤੇ ਕਰ ਲਓ। ਇੱਕ ਆ। ਦੂਜੀ ਚੀਜ਼ ਆ ਕਿ ਤੁਸੀਂ ਉਹਦੇ ਨਾਲ ਕੋਲੇ ਹੀ ਜ਼ਮੀਨ ਤੇ ਬਹਿ ਜਾਓ, ਨਾਲੇ ਬਹਿ ਜਾਓ ਉਹਦੇ, ਉਹ ਪਿਆ ਹੋਇਆ ਤੁਸੀਂ ਉਹਦੇ ਨਾਲ ਬਹਿ ਜਾਓ, ਉਹਨੂੰ ਕਹੋ ਵੀ ਓਕੇ ਯੂ ਵਾਂਟ ਟੂ ਕਰਾਈ, ਪਲੀਜ਼ ਗੋ ਹੈਡ ਐਂਡ ਕਰਾਈ ਐਂਡ ਆਮ ਗੋਨਾ ਸਿਟ ਡਾਊਨ ਵਿਦ ਯੂ ਐਂਡ ਇਟਸ ਓਕੇ ਟੂ ਕਰਾਈ। ਹੁਣ ਉਹਨੇ ਰੋਣਾ, ਉਹ 5 ਮਿੰਟ ਰੋ ਸਕਦਾ, ਉਹ 10 ਮਿੰਟ ਰੋ ਸਕਦਾ, ਲੇਕਿਨ ਇੱਕ ਟਾਈਮ ਆਊਗਾ ਜਦੋਂ ਉਹਦਾ ਰੋਣਾ ਬੰਦ ਹੋ ਜਾਊਗਾ ਤੇ ਉਹਦੀ ਆਕੜ ਟੁੱਟ ਜੂ। ਹੁਣ ਉਹਨੂੰ ਆਪਾਂ ਸਮਝਾ ਸਕਦੇ ਹਾਂ, ਹੁਣ ਉਹਦਾ ਮਾਈਂਡ ਠੰਡਾ ਹੋ ਗਿਆ, ਹੁਣ ਉਹਨੂੰ ਕਹਿ ਸਕਦੇ ਹਾਂ ਵੀ ਬੇਟੇ ਮਮ ਡੈਡ ਨੂੰ ਲਿਸਨ ਕਰਨਾ ਤੇਰਾ ਪ੍ਰਾਈਮ ਰਿਸਪੌਂਸਿਬਿਲਟੀ ਆ ਲਾਈਫ ਦੀ। ਪ੍ਰਾਈਮ, ਜਿਵੇਂ ਤੁਸੀਂ ਵੀ ਦੱਸਿਆ ਸੀਗਾ ਕਿ ਆਪਣੇ ਜਿਹੜੇ ਰਿਸ਼ਤੇ ਆ, ਰਿਸ਼ਤਿਆਂ ਦੀ ਇੱਕ ਅਹਿਮੀਅਤ ਆ, ਮਾਪਿਆਂ ਦੀ ਇੱਕ ਅਥਾਰਟੀ ਆ, ਉਹਨੂੰ ਮੰਨਣਾ ਬਹੁਤ ਇੰਪੋਰਟੈਂਟ ਆ। ਜੇ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਗੱਲ ਨਹੀਂ ਕਰਦੇ ਤਾਂ ਬੱਚੇ ਕਿਵੇਂ ਸਮਝਣਗੇ ਕਿ ਮਾਪਾ ਹਰ ਇੱਕ ਗੱਲ ਨੂੰ ਹਾਂ ਥੋੜੀ ਕਰ ਸਕਦਾ। ਕਦੇ ਤਾਂ ਉਹ ਨਾ ਕਰੂਗਾ ਹੀ ਤੇ ਇਹਦਾ ਮਤਲਬ ਉਹ ਮੇਰਾ ਦੁਸ਼ਮਣ ਹੋ ਗਿਆ। ਪਰ ਆਪਾਂ ਨੇ ਗੱਲ ਹੀ ਨਹੀਂ ਕੀਤੀ ਬੱਚੇ ਨੂੰ, ਤਾਂ ਇਹ ਤਾਂ ਸਮਝਾਇਆ ਹੀ ਨਹੀਂ ਆਪਾਂ ਬੱਚੇ ਨੂੰ। ਤੇ ਆਫ ਕੋਰਸ ਉਹਨੂੰ ਜਦੋਂ ਪਹਿਲੀ ਵਾਰੀ ਨਾ ਹੁੰਦੀ ਉਹਨੂੰ ਲੱਗਦਾ ਯਾਰ ਇਹ ਮੇਰੇ ਕਿਹੋ ਜਿਹੇ ਮਾਪੇ ਆ, ਇਹਨਾਂ ਨੇ ਨਾ ਕਿਵੇਂ ਕਰਤੀ ਮੈਨੂੰ, ਨਾ ਕਿਵੇਂ ਕਰਤੀ ਇਹਨਾਂ ਨੇ। ਮੋਟਾ ਸਾਹਿਬ, ਕੈਨੇਡੀਅਨ ਜਿਹੜਾ ਸਟੈਂਡਰਡ ਇਸ ਟਾਈਮ ਜਿਹੜੀ ਪੜ੍ਹਾਈ ਆ ਜੀ, ਉਹਦੇ ਵਿੱਚ ਤਾਂ ਕੰਮ ਸਾਰਾ ਉਲਟ ਹੋ ਰਿਹਾ। ਫਿਰ ਉਹ ਤੇ ਬੱਚਿਆਂ ਨੂੰ ਕਹਿੰਦੇ ਜੇ ਤੁਹਾਡੇ ਪੇਰੈਂਟਸ ਤੁਹਾਨੂੰ ਝਿੜਕਦੇ ਆ, ਜੇ ਤੁਹਾਡੇ ਪੇਰੈਂਟਸ ਤੁਹਾਨੂੰ ਕਿਸੇ ਗੱਲ ਤੋਂ ਫੋਰਸ ਕਰਦੇ ਆ ਤੇ ਤੁਸੀਂ ਪੁਲਿਸ ਨੂੰ ਕੰਟੈਕਟ ਕਰੋ ਜੀ। ਥੋੜਾ ਜਿਹਾ ਮੈਂ ਇਹਦੇ ਚੀਜ਼ ਤੇ ਥੋੜਾ ਜਿਹਾ ਮੈਂ ਕਲੈਰੀਫਾਈ ਕਰਦਾ। ਮੇਰਾ ਖਿਆਲ 'ਚ ਇੱਕ ਵਾਰੀ ਤੁਸੀਂ ਵੀਰ ਜੀ, ਤੁਸੀਂ ਨਾ ਜਿਹੜੀ ਵਿਨੀਪੈਗ ਦੀ ਚਾਈਲਡ ਪ੍ਰੋਟੈਕਸ਼ਨ ਏਜੰਸੀ ਆ, ਜਿਹਨੂੰ ਆਪਾਂ ਚਿਲਡਰਨਜ਼ ਏਡ ਕਹਿੰਦੇ ਆ ਇੱਕ ਜਨਰਲ ਪਰਿਭਾਸ਼ਾ ਦੇ ਵਿੱਚ, ਉਹਨੂੰ ਤੁਸੀਂ ਲਿਆ ਕੇ ਇੱਥੇ ਕਰੋ, ਉਹ ਕਲੈਰੀਫਾਈ ਕਰ ਦੇਣਗੇ। ਦੇਖੋ ਜਿਹੜੀ ਚਾਈਲਡ ਪ੍ਰੋਟੈਕਸ਼ਨ ਏਜੰਸੀ ਪੂਰੇ ਕੈਨੇਡਾ 'ਚ ਆ, ਉਹ ਕਦੇ ਨਹੀਂ ਚਾਹੁੰਦੀ ਕਿ ਅਸੀਂ ਤੁਹਾਡੇ ਬੱਚੇ ਲੈ ਜਾਣੇ ਆ, ਜਾਂ ਤੁਸੀਂ ਤੁਹਾਡੇ ਬੱਚਿਆਂ ਨੂੰ ਇਹ ਅਥਾਰਟੀ ਆ ਕਿ ਤੁਸੀਂ ਉਹਨਾਂ ਨੂੰ ਉਹ ਪੁਲਿਸ ਨੂੰ ਫੋਨ ਕਰਕੇ ਤੇ ਤੁਹਾਨੂੰ ਅਰੈਸਟ ਕਰਾ ਦੇਣ, ਗਲਤ। ਤੇ ਉਹ ਇਸ ਚੀਜ਼ ਦੇ ਬਿਲਕੁਲ ਸਖਤ ਖਿਲਾਫ ਆ। ਠੀਕ ਹੈ। ਹੁੰਦਾ ਇਹ ਆ ਕਿ ਇੱਕ ਜਨਰਲੀ ਇਹ ਸਕੂਲਾਂ ਦੇ ਵਿੱਚ ਦੱਸਿਆ ਜਾਂਦਾ ਕਿ ਅਗਰ ਤੁਹਾਨੂੰ ਫਿਜ਼ੀਕਲੀ, ਇਮੋਸ਼ਨਲੀ, ਸੈਕਸ਼ੂਅਲੀ ਅਬਿਊਜ਼ ਕੀਤਾ ਜਾਂਦਾ, ਫਿਰ ਤੁਸੀਂ ਕਿਸੇ ਨੂੰ ਜਾ ਕੇ ਦੱਸੋ, ਲੁਕੋ ਕੇ ਨਾ ਰੱਖੋ। ਹੁਣ ਕੁਐਸਚਨ ਇਹ ਹੈਗਾ ਕਿ ਇਹ ਹੈ ਤਾਂ ਚੰਗਾ, ਪਰ ਅਸੀਂ ਤਾਂ ਘਰ ਗੱਲ ਹੀ ਨਹੀਂ ਕੀਤੀ। ਹੁਣ ਮਤਲਬ ਕਿ ਬਰੈਂਪਟਨ ਦੇ ਵਿੱਚ ਇਸ ਵਕਤ 2 ਕੇਸ ਚੱਲਦੇ ਆ ਜਿੱਥੇ ਉਹਨਾਂ ਦੇ ਰਿਲੇਟਿਵਸ ਨੇ ਆਪਣੀਆਂ ਕੁੜੀਆਂ ਨੂੰ ਸੈਕਸ਼ੂਅਲੀ ਅਬਿਊਜ਼ ਕੀਤਾ ਤੇ ਉਹ ਕੁੜੀਆਂ ਨੇ 2 ਸਾਲ ਬਾਅਦ ਦੱਸਿਆ। ਇਹਦਾ ਮਤਲਬ 2 ਸਾਲ ਤਾਂ ਅਬਿਊਜ਼ ਹੋਈਆਂ ਰਹੀਆਂ ਤੇ ਹੁਣ ਉਹਨਾਂ ਨੇ ਜਾ ਕੇ ਦੱਸਿਆ ਤੇ ਹੁਣ ਉਹਨਾਂ ਨੇ ਚਾਰਜਿਸ ਲਾਏ ਆ ਪੁਲਿਸ ਨੇ ਤੇ ਹੁਣ ਟ੍ਰਾਇਲ ਚੱਲ ਰਹੇ ਆ। ਓਕੇ, ਸੋ ਇਹਦਾ ਮਤਲਬ ਇਹੋ ਜਿਹੀਆਂ ਪ੍ਰੋਬਲਮਸ ਆਪਣੀ ਕਮਿਊਨਿਟੀ 'ਚ ਵੀ ਹੋ ਰਹੀਆਂ। ਉਹਨਾਂ ਨੂੰ ਰੋਕਣ ਵਾਸਤੇ ਇਹ ਸੀਗਾ, ਪਰ ਇਹਦੀ ਹੁਣ ਕੀ ਦੁਰਵਰਤੋਂ ਹੁੰਦੀ ਆ, ਕੀ ਜਿਹੜਾ ਟੀਨੇਜਰ ਵਿਗੜਿਆ ਹੋਇਆ ਉਹ ਚੱਕ ਕੇ ਪੁਲਿਸ ਨੂੰ ਫੋਨ ਕਰ ਦਿੰਦਾ ਕਿ ਮੇਰੇ ਫਾਦਰ ਨੇ ਮੇਰੇ ਥੱਪੜ ਮਾਰੇ ਆ? ਬਿਲਕੁਲ ਕਰਦੇ ਆ, ਬਿਲਕੁਲ, ਮੈਂ ਤੁਹਾਡੇ ਨਾਲ ਇਹ ਐਗਰੀ ਕਰਦਾ। ਪਰ ਉਹਦੇ ਵਿੱਚ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਹੱਥੋਂ ਪਾਈ ਨਹੀਂ ਹੋਣਾ, ਕਿਸੇ ਪੇਰੈਂਟ ਨੇ ਹੱਥੋਂ ਪਾਈ ਨਹੀਂ ਹੋਣਾ। ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਬਹੁਤ ਜ਼ਿਆਦਾ ਡਰੱਗ ਦੇ ਇਨਫਲੂਐਂਸ ਥੱਲੇ ਆ, ਮਾੜੀ ਸੰਗਤ 'ਚ ਪੈ ਗਿਆ, ਫਿਰ ਤੁਸੀਂ ਪਲੀਜ਼ ਪ੍ਰੋਫੈਸ਼ਨਲ ਨਾਲ ਕੰਮ ਕਰੋ, ਕਿਉਂਕਿ ਫਿਰ ਤੁਸੀਂ ਮਾੜੇ ਨਹੀਂ ਬਣਨਾ। ਪ੍ਰੋਫੈਸ਼ਨਲ ਤੁਹਾਨੂੰ ਕਹੂਗਾ ਯੂ ਕੈਨੋਟ ਟਾਕ ਟੂ ਯੂਰ ਫਾਦਰ ਲਾਈਕ ਦਿਸ। ਤੁਸੀਂ ਨਾ ਕਹੋ ਵੀ ਤੂੰ ਕੌਣ ਹੁੰਦਾ ਮੈਨੂੰ ਇਹ ਗੱਲ ਕਹਿਣ ਵਾਲਾ, ਆਈ ਨਹੀਂ, ਤੁਸੀਂ ਨਹੀਂ ਮਾੜੇ ਪੈਣਾ। ਤੁਸੀਂ ਪ੍ਰੋਫੈਸ਼ਨਲ ਨੂੰ ਲਾਓ, ਪ੍ਰੋਫੈਸ਼ਨਲ ਤੁਹਾਡੇ ਬਿਹਾਫ ਤੇ ਕਵੇ ਵਾਈ ਆਰ ਯੂ ਟਾਕਿੰਗ ਟੂ ਯੂਰ ਫਾਦਰ ਲਾਈਕ ਦਿਸ, ਇਟਸ ਅਨਐਕਸੈਪਟੇਬਲ। How did you go? How can you talk to your father like this? Isn't he paying for your house? Isn't he paying for your food? Isn't he paying for your clothes? Isn't he paying for your laptop and computer? Why are you bad mouthing your father? ਇਹ ਕੋਈ ਪ੍ਰੋਫੈਸ਼ਨਲ ਉਹਨੂੰ ਕਵੇ, ਫਿਰ ਉਹਨੂੰ ਪਹਿਲੀ ਵਾਰੀ ਉਹਨੂੰ ਜ਼ਿੰਦਗੀ 'ਚ ਜਵਾਬ ਦੇਣਾ ਪਊ, ਕਿਉਂਕਿ ਫਾਦਰ ਨੂੰ ਤਾਂ ਬੋਲੀ ਜਾਂਦਾ ਸੀਗਾ ਕਿੰਨੇ ਸਾਲਾਂ ਦਾ। ਕਿਸੇ ਫਾਦਰ ਤਾਂ ਵਿਚਾਰਾ ਡਰਦਾ ਮਾਰਾ ਹੀ ਹੋ ਸਕਦਾ, ਬਹੁਤ ਚੀਜ਼ਾਂ ਸਹਾਰ ਗਿਆ ਹੋਵੇ, ਪਰ ਪ੍ਰੋਫੈਸ਼ਨਲ ਨੂੰ ਤਾਂ ਕੁਛ ਨਹੀਂ ਨਾ ਉਹ ਕਰ ਸਕਦਾ। ਕੀ ਉਹ ਪੁਲਿਸ ਨੂੰ ਫੋਨ ਕਰੂਗਾ ਕਿ ਮੈਨੂੰ ਪ੍ਰੋਫੈਸ਼ਨਲ ਨੇ ਗਾਲਾਂ ਕੱਢੀਆਂ? ਤੇ ਉਹਨਾਂ ਨੇ ਫੋਨ ਤੇ ਰੱਖ, ਉਹਨਾਂ ਨੇ ਕਹਿਣਾ ਠੀਕ ਆ ਅਸੀਂ ਆਨੇ ਆ, ਅਸੀਂ ਪਹਿਲਾਂ ਤੈਨੂੰ ਫਿਕਸ ਕਰਾਂਗੇ ਵੀ ਤੂੰ ਕਿਵੇਂ ਇੱਕ ਸੋਸ਼ਲ ਵਰਕਰ ਨੂੰ ਕਹੀ ਜਾਣਾ, ਔਨ ਵਾਟ ਬੇਸਿਸ ਆਰ ਯੂ ਸੇਇੰਗ ਦਿਸ? ਸੋ ਇਸ ਕਰਕੇ ਕਈ ਵਾਰੀ ਸਾਨੂੰ ਜਿਹੜੀ ਲੈਵਲ ਆਫ ਇੰਟੈਂਸਿਟੀ ਆਫ ਕੌਨਫਲਿਕਟ ਆ
ਉਹਨੂੰ ਮੈਨੇਜ ਕਰਨ ਵਾਸਤੇ ਡਿਫਰੈਂਟ ਟੈਕਨੀਕਸ ਲਾਣੀਆਂ ਚਾਹੀਦੀਆਂ। ਆਪਾਂ ਨੂੰ ਸਿੱਧੇ ਕਨਫਰੰਟੇਸ਼ਨ ਨਹੀਂ ਕਰਨੀ ਚਾਹੀਦੀ ਟੀਨੇਜਰ ਨਾਲ, ਕਿਉਂਕਿ ਜੇ ਟੀਨੇਜਰ ਡਰੱਗ ਦੇ ਨਸ਼ੇ 'ਚ ਆ ਫਿਰ ਤਾਂ ਉਹ ਵਿਚਾਰਾ ਸੈਂਸਿਸ 'ਚ ਹੀ ਹੈ ਨਹੀਂ। ਮੇਰਾ ਖਿਆਲ 'ਚ ਆਪਾਂ ਨੂੰ ਉਦੋਂ ਪ੍ਰੋਫੈਸ਼ਨਲ ਦੀ ਮਦਦ ਲੈਣੀ ਚਾਹੀਦੀ ਆ। ਮੈਨੂੰ ਕਿੰਨੀ ਵਾਰੀ ਫੋਨ ਕਰਦੇ ਤੇ ਮੈਂ ਸਿੱਧਾ ਹੁੰਨਾ ਉਹਨਾਂ ਨਾਲ। ਸੋ ਇਹੀ ਮੈਂ ਸਿੱਧਾ ਹੁੰਨਾ। ਮੈਂ ਇਸੇ ਗੱਲ ਤੇ ਲੈ ਕੇ ਆਉਣਾ ਚਾਹੁੰਦਾ ਸੀ ਗੱਲ ਨੂੰ ਕਿ ਸੋ ਪ੍ਰੋਫੈਸ਼ਨਲਸ ਜਿਹੜੇ ਬੈਠੇ ਨੇ ਉਹ ਬਲਦੇਵ ਮੁੱਟਾ ਜੀ ਨੇ ਔਰ ਇਹਨਾਂ ਦੀ ਇੱਕ NGO ਆ। ਦੋਸਤੋ ਤੁਸੀਂ ਕਦੇ ਵੀ ਇਹੋ ਜਿਹੇ ਮਸਲੇ ਦੇ ਵਿੱਚ ਉਲਝ ਗਏ ਹੋ, ਇਹ ਗੱਲਾਂ ਅੱਜ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਕਿ ਸਾਨੂੰ ਅੱਜ ਦੇ ਪ੍ਰੋਗਰਾਮ ਦੀ ਰਿਕਾਰਡਿੰਗ ਭੇਜ ਦਿਓ, ਭੇਜ ਦਾਂਗੇ ਔਰ ਤੁਸੀਂ ਗੁਰੂ ਘਰ ਆ ਕੇ ਵੀ ਇਹ ਸਾਰੀਆਂ ਕੀਮਤੀ ਗੱਲਾਂ ਸੁਣ ਸਕਦੇ ਹੋ, ਟ੍ਰਿਕ ਸੁਣ ਸਕਦੇ ਹੋ। ਪਰ ਫਿਰ ਵੀ ਗੱਲ ਜੇ ਹੱਥੋਂ ਨਿਕਲ ਜਾਵੇ ਤਾਂ ਬਲਦੇਵ ਮੁੱਟਾ ਸਾਹਿਬ ਜੀ ਇਹਨਾਂ ਨੇ ਪੰਜਾਬੀ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਨਾਮ ਦੀ NGO ਜਿਸ ਦੀ ਬ੍ਰਾਂਚ ਹੁਣ ਵਿਨੀਪੈਗ ਦੇ ਵਿੱਚ ਵੀ ਓਪਨ ਹੋ ਚੁੱਕੀ ਆ ਔਰ ਪਹਿਲਾਂ ਬਰੈਂਪਟਨ, ਕੈਲਗਰੀ ਔਰ ਆਟਵਾ ਤੇ ਮੌਂਟਰੀਅਲ ਤੇ ਮੈਲਬਰਨ ਆਸਟ੍ਰੇਲੀਆ ਤੇ ਪੰਜਾਬ ਇੰਡੀਆ 'ਚ ਇੰਨੀ ਜਗ੍ਹਾ ਤੇ ਆ। ਵੈਰੀ ਗੁੱਡ। ਔਰ ਇਹ ਇੱਕ NGO ਜਿਸ ਨੂੰ ਸਰਕਾਰ ਵੱਲੋਂ ਫੰਡਿੰਗ ਕੀਤੀ ਜਾਂਦੀ ਆ ਔਰ ਮੈਨੀਟੋਬਾ ਦੀ ਸਰਕਾਰ ਵੱਲੋਂ ਵੀ ਪਹਿਲੀ ਫੰਡਿੰਗ $50,000 ਦੀ ਮਿਲੀ ਆ। ਉਸ ਤੋਂ ਬਾਅਦ ਇਹਨਾਂ ਦੇ ਕੰਮ ਬੋਲਣਗੇ ਤੇ ਸਰਕਾਰ ਜਿਹੜੀ ਹੈਗੀ ਆ ਹੋਰ ਫੰਡਿੰਗ ਵੀ ਦੇਊਗੀ। ਪਰ ਤੁਸੀਂ ਆਪਣੀ ਜੇਬ ਦੇ ਵਿੱਚੋਂ ਕੋਈ ਧੇਲੀ ਨਹੀਂ ਦੇਣੀਗੀ, ਕੋਈ ਪੈਸਾ ਨਹੀਂ ਦੇਣਾਗਾ। ਜੇਕਰ ਤੁਸੀਂ ਕਿਸੇ ਵੀ ਪ੍ਰੋਬਲਮ ਦੇ ਵਿੱਚ ਆ, ਬੱਚਿਆਂ ਦੀ ਪ੍ਰੋਬਲਮ ਆ, ਬੱਚੇ ਤੁਹਾਡੀ ਗੱਲ ਨਹੀਂ ਸੁਣਦੇ ਜਾਂ ਆਪਣੇ ਹਿਸਾਬ ਦੇ ਨਾਲ ਆਪਣੇ ਕਲਚਰ ਦੇ ਵਿੱਚ ਸਿਖਾਈਆਂ ਗੱਲਾਂ ਉਹਨਾਂ ਦੇ ਨਹੀਂ ਦਿਲ ਦੇ ਵਿੱਚ ਬਹਿੰਦੀਆਂ, ਉਹਨਾਂ ਦੇ ਦਿਮਾਗ ਦੇ ਵਿੱਚ ਨਹੀਂ ਬਹਿੰਦੀਆਂ, ਕੋਈ ਗੱਲ ਨਹੀਂ। ਐਕਸਪਰਟ ਨੇ, ਇਹਨਾਂ ਦੇ ਕੋਲੇ ਟ੍ਰਿਕਸ ਟੈਕਨੀਕਸ ਨੇ, ਉਸ ਤਰੀਕੇ ਦੇ ਨਾਲ ਸਮਝਾ ਸਕਦੇ ਨੇ। ਜੇ ਤੁਸੀਂ ਵੱਡੀ ਏਜ ਦੇ ਵਿੱਚੋਂ ਬਜ਼ੁਰਗ ਹੋ, ਤੁਹਾਡੀਆਂ ਅਲੱਗ ਜਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਉਹਦੇ ਤੇ ਵੀ ਥੋੜੀ ਜਿਹੀ ਅਸੀਂ ਗੱਲਬਾਤ ਅੱਗੇ ਚੱਲ ਕੇ ਕਰਦੇ ਹਾਂ। ਜੇ ਤੁਸੀਂ ਇੱਕ ਹਸਬੈਂਡ ਵਾਈਫ ਹੋ ਤੇ ਤੁਹਾਡੀ ਆਪਸ ਦੇ ਵਿੱਚ ਕਲੇਸ਼ ਰਹਿੰਦਾਗਾ, ਉਸ ਨੂੰ ਕਿਵੇਂ ਨਜਿੱਠਿਆ ਜਾ ਸਕਦਾਗਾ? ਠੀਕ ਹੋ, ਸਾਡੇ ਵੇਲੇ ਵੀ ਹੁੰਦਾ ਸੀਗਾ ਵੀ ਪੰਚਾਇਤਾਂ ਕਰ ਲਓ, ਪੰਚਾਇਤ ਆ ਕੇ ਸਮਝਾਉਂਦੀ ਸੀ ਤੇ ਫਿਰ ਬੰਦਾ ਸਮਝ ਵੀ ਜਾਂਦਾ ਸੀ, ਵੱਡਿਆਂ ਦਾ ਕਹਿਣਾ ਨਹੀਂ ਮੋੜਦਾ ਸੀ। ਪਰ ਉਹ ਵਿੱਚ ਕਲਚਰ ਵੀ ਆਉਂਦਾ ਸੀ ਨਾ ਵਿੱਚ ਕਿ ਅਸੀਂ ਕਿਸੇ ਵੱਡੇ ਦਾ ਸਤਿਕਾਰ ਕਰਨਾਗਾ, ਉਸ ਨੂੰ ਅਸੀਂ ਨਕਾਰ ਨਹੀਂ ਸਕਦੇਗੇ। ਜਦੋਂ ਕਿਸੇ ਨੇ ਵੱਡੇ ਨੇ ਕਿਸੇ ਧੀ ਧਿਆਣੀ ਨੂੰ ਝਿੜਕ ਦੇਣਾ ਵੀ ਭਾਈ ਤੂੰ ਨਾ ਘਰ ਵਾਲੇ ਦੇ ਮੂਹਰੇ ਬੋਲਿਆ ਕਰ, ਜਾਂ ਘਰ ਵਾਲੇ ਨੂੰ ਕਹਿ ਦੇਣਾ ਬਈ ਤੂੰ ਵੀ ਇਹਦਾ ਖਿਆਲ ਰੱਖਿਆ ਕਰ, ਸਾਰਾ ਦਿਨ ਕੰਮ ਕਰਦੀ ਹੈ, ਤੇ ਉਹ ਗੱਲ ਉਹਨਾਂ ਦੇ ਜੱਚਦੀ ਸੀ। ਪਰ ਹੁਣ ਦੇ ਹਿਸਾਬ ਦੇ ਨਾਲ, ਕੈਨੇਡਾ ਦੇ ਹਿਸਾਬ ਦੇ ਨਾਲ ਮਾਈ ਲਾਈਫ ਦਾ ਜਿਹੜਾ ਕਨਸੈਪਟ ਆਉਂਦਾ, ਇਟਸ ਮਾਈ ਲਾਈਫ, ਉਹ ਇੱਕ ਦਿਮਾਗ ਦੇ ਵਿੱਚ ਬਹੁਤ ਵੱਡਾ ਕੀੜਾ ਛੱਡ ਦਿੰਦਾਗਾ ਔਰ ਜਿਸ ਦੇ ਨਾਲ ਬਹੁਤ ਸਾਰਾ ਹੰਕਾਰ ਆ ਜਾਂਦਾਗਾ। ਸੋ ਉਹ ਕਿਹੜੇ ਤਰੀਕੇ ਦੇ ਨਾਲ ਨਜਿੱਠਿਆ ਜਾ ਸਕਦਾਗਾ? ਇਹਨਾਂ ਦੀ ਆਰਗੇਨਾਈਜੇਸ਼ਨ ਤੁਹਾਡੀ ਹੈਲਪ ਕਰੇਗੀ, ਬਿਲਕੁਲ ਫ੍ਰੀ ਦੇ ਵਿੱਚ ਹੈਲਪ ਕਰੇਗੀ। ਵਿਨੀਪੈਗ ਦੇ ਵਿੱਚ ਇਹਨਾਂ ਦੇ ਐਕਸਪਰਟ ਨੇ, ਵਿਨੀਪੈਗ ਦੇ ਵਿੱਚ ਐਕਸਪਰਟ ਨਾਲ ਓਨਟਾਰੀਓ ਦੇ ਵਿੱਚ ਐਕਸਪਰਟ, ਔਰ ਐਕਸਪਰਟ ਵੀ ਉਹ ਨੇ ਜਿਹੜੇ ਕੁਝ ਡਿਗਰੀ ਹੋਲਡਰਸ ਨੇ, ਜਿਨ੍ਹਾਂ ਦੇ ਕੋਲੇ ਵਾਕਈ ਟੈਕਨੀਕਸ ਨੇ, ਜਿਨ੍ਹਾਂ ਦੇ ਕੋਲੇ ਤਜਰਬੇ ਨੇ, ਜਿਨ੍ਹਾਂ ਨੇ ਬਹੁਤ ਸਾਰੇ ਮਸਲੇ ਹੱਲ ਕੀਤੇ ਹੋਏ ਨੇ। ਸੋ ਸਾਡੀ ਕਮਿਊਨਿਟੀ ਬਹੁਤ ਵਾਰੀ ਚੁੱਪ ਕਰਕੇ ਬੈਠ ਜਾਂਦੀ ਹੈ। ਬੱਚੇ ਨਸ਼ੇ ਕਰਦੇ ਆ, ਅਸੀਂ ਓਲਾ ਰੱਖਦੇ ਆ, ਪਰਦਾ ਕੱਜਦੇ ਆ, ਪਰ ਉਹ ਪਰਦਾ ਕੱਜਣ ਦੀ ਬਜਾਏ ਤੁਸੀਂ ਉਹਨਾਂ ਦੀ ਕਾਉਂਸਲਿੰਗ ਕਰਵਾ ਸਕਦੇ ਹੋ ਇਹਨਾਂ ਦੇ ਕੋਲੋਂ। ਬਲਦੇਵ ਮੁੱਟਾ ਜੀ ਤੁਹਾਨੂੰ ਸਭ ਜਾਣਕਾਰੀ, ਨੰਬਰ ਵਗੈਰਾ ਦੇ ਦੇਣਗੇ। ਸੋ ਪ੍ਰੋਗਰਾਮ ਦੇ ਚੱਲਦੇ ਅਸੀਂ ਹੋਰ ਬੜੀਆਂ ਸਾਰੀਆਂ ਗੱਲਾਂ ਬਾਤਾਂ ਕਰ ਰਹੀਆਂ ਨੇ, ਪਰ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ। ਅੱਜ ਦਾ ਪ੍ਰੋਗਰਾਮ ਬੜਾ ਹੀ ਬਾਕਮਾਲ ਪ੍ਰੋਗਰਾਮ, ਬਹੁਤ ਸਾਰੇ ਤੁਹਾਡੇ ਮੈਸੇਜ ਆ ਰਹੇ ਨੇ ਔਰ ਬੜਾ ਤੁਸੀਂ ਪਸੰਦ ਕਰ ਰਹੇ ਹੋ ਪ੍ਰੋਗਰਾਮ ਨੂੰ, ਬਹੁਤ ਬਹੁਤ ਤੁਹਾਡਾ ਸ਼ੁਕਰੀਆਗਾ। ਬਲਦੇਵ ਮੁੱਟਾ ਜੀ ਦੇ ਨਾਲ ਰਾਜਮਾਨ ਸਾਹਿਬ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਮੁੱਟਾ ਸਾਹਿਬ ਤੇ ਰਾਜਮਾਨ ਸਾਹਿਬ, ਇੱਕ ਵਾਰ ਤੁਹਾਡਾ ਫਿਰ ਸਵਾਗਤ ਹੈ। ਥੈਂਕ ਯੂ ਜੀ। ਮੁੱਤਾ ਸਾਹਿਬ, ਮੈਨੂੰ ਜਿਵੇਂ ਮਨਦੀਪ ਨੇ ਵੀ ਥੋੜਾ ਜਿਹਾ ਇਸ਼ਾਰਾ ਕੀਤਾ ਉਸ ਗੱਲ ਵੱਲ, ਮੇਰੇ ਪਹਿਲਾਂ ਹੀ ਉਦੋਂ ਆ ਜਾਂਦਾ ਸੀ ਸਵਾਲ ਵੀ ਤੁਹਾਨੂੰ ਸਵਾਲ ਕਰਾਂ। ਉਹ ਇਹਨਾਂ ਨੇ ਵੀ ਉਸ ਗੱਲ ਦਾ ਥੋੜਾ ਜਿਹਾ ਕੀਤਾ ਵੀ ਉੱਥੇ ਥੋੜੀ ਜਿਹੀ ਵੱਡਿਆਂ ਦੀ ਸ਼ਰਮ ਹੁੰਦੀ ਹੈ, ਕਲਚਰ ਦਾ ਫਰਕ ਹੁੰਦਾ ਹੈ। ਹੁਣ ਆਪਾਂ ਵੀ ਬਚਪਨ ਦੇ ਵਿੱਚ ਲੰਘ ਕੇ ਆਏ ਹਾਂ, ਆਪਾਂ ਵੀ ਟੀਨੇਜਰ ਸੀ ਕਿਸੇ ਟਾਈਮ ਤੇ, ਆਪਾਂ ਨੂੰ ਵੀ ਹਾਲ ਤੱਕ ਮਾਂ ਬਾਪ ਦੀਆਂ ਝਿੜਕਾਂ ਦਾ ਅਜੇ ਤੱਕ ਵੀ ਅਹਿਸਾਸ ਹੈਗਾ ਵੀ ਮਤਲਬ ਹੈ ਨਾ। ਪਰ ਮੈਂ ਸੋਚਦਾ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮਤਲਬ ਜਿਹੜੇ ਸਾਡੇ ਪੰਜਾਬ ਦੀਆਂ ਜਾਂ ਹਿੰਦੁਸਤਾਨ ਦੀਆਂ ਬੱਚਿਆਂ ਦੀਆਂ ਪ੍ਰੋਬਲਮ ਜਾਂ ਮੁਸ਼ਕਿਲ ਹੈ, ਉਹ ਇੱਥੋਂ ਨਾਲ ਕੋਈ ਵੱਖਰੀ ਹੈ। ਮਤਲਬ ਵੀ ਇੱਥੋਂ ਇਹਦਾ ਕੀ ਕੋਈ ਟੈਕਨੋਲੋਜੀ ਜ਼ਿਆਦਾ ਵੱਧ ਗਈ, ਇਸ ਕਰਕੇ ਇਹ ਕਰੀ ਮੁਸ਼ਕਿਲਾਂ ਵੱਖਰੀਆਂ ਸਾਡੇ ਪੰਜਾਬ ਨਾਲੋਂ, ਕਿ ਮਤਲਬ ਵੀ ਸਮੇਂ ਦਾ ਫਰਕ ਪੈ ਗਿਆ ਜਾਂ ਕਲਚਰ ਦਾ ਫਰਕ ਹੈ, ਜਾਂ ਬੱਚਿਆਂ ਦੇ ਵਿੱਚ ਮਤਲਬ ਵੀ ਆਤਮ ਵਿਸ਼ਵਾਸ ਉਹਨਾਂ ਨਹੀਂ ਹੈਗਾ ਜਿੰਨਾ ਸਾਡੇ 'ਚ ਸੀਗਾ। ਮੈਂ ਤਾਂ ਆਪਦੇ ਆਪਣੇ ਇਹੀ ਕਹਿਣਾ ਹੈਗਾ ਵੀ ਸਾਡੇ 'ਚ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਸੀਗਾ। ਤੇ ਜਾਂ ਮਤਲਬ ਵੀ ਬੱਚੇ ਰੀਸ ਕਰਦੇ ਆ ਇੱਥੇ, ਉੱਥੇ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਸੀ। ਜੇ ਕਿਸੇ ਸਾਈਕਲ ਆ, ਸਾਰਿਆਂ ਕੋਲ ਸਾਈਕਲ ਸੀ। ਇੱਥੇ ਕਿਸੇ ਕੋਲੇ 1500 ਦਾ ਫੋਨ ਹੈ, ਕਿਸੇ ਕੋਲੇ ਵੱਡੀ ਕਾਰ ਹੈ, ਕਿਸੇ ਛੋਟੀ ਕਾਰ ਹੈ। ਮਤਲਬ ਕਿ ਇਹ ਤੁਸੀਂ ਕੀ ਦੇਖਦੇ ਹੋ ਜਿਹੜੇ ਇੱਥੇ ਬੱਚਿਆਂ ਦਾ ਜਿਹੜੀ ਮਾਨਸਿਕਤਾ ਹੈ, ਬੱਚਿਆਂ ਦੀ ਸੋਚ ਹੈ, ਉਹ ਜਦੋਂ ਅਸੀਂ ਟੀਨੇਜਰ ਸੀ, ਜਦੋਂ ਅਸੀਂ ਬੱਚੇ ਸੀ, ਇਹ ਕਲਚਰ ਦਾ ਫਰਕ ਹੈ ਜਾਂ ਟੈਕਨੋਲੋਜੀ ਦਾ ਫਰਕ ਹੈ ਜਾਂ ਮਤਲਬ ਵੀ ਬੱਚਿਆਂ ਦੀ ਦੇਖੋ ਦੇਖੀ ਦਾ ਫਰਕ ਹੈ? ਮਤਲਬ ਵੀ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਵੇਖਦੇ ਹੋ, ਮਤਲਬ ਕੀ ਫਰਕ ਦੇਖਦੇ ਹੋ ਤੁਸੀਂ? ਸੋ ਇਹਨੂੰ ਜੇ ਆਪਾਂ ਫਿਲੋਸੋਫੀਕਲੀ ਸਮਝਣਾ ਹੋਵੇ ਤਾਂ ਫਿਰ ਆਪਾਂ ਇਹ ਦੇਖਾਂਗੇ ਕਿ ਵਿਵੇਕ ਕੀ ਹੁੰਦੀ ਆ ਤੇ ਤਰਕ ਕੀ ਹੁੰਦਾ।
ਜਿਹੜੀ ਪੂਰੀ ਪੱਛਮ ਸਭਿਅਤਾ ਉਹ ਤਰਕ ਤੇ ਬੇਸਡ ਆ ਤੇ ਤਰਕ ਨਿਕਲਦਾ ਹੈਗਾ ਨੌਲੇਜ ਚੋਂ। ਤੇ ਨੌਲੇਜ ਆਪਣੇ ਬੱਚਿਆਂ 'ਚ ਆਪਣੇ ਨਾਲੋਂ ਕਿਤੇ ਜ਼ਿਆਦਾ ਆ, ਕਿਉਂਕਿ ਉਹ ਗੂਗਲ ਤੇ ਰਹਿੰਦੇ ਆ ਸਾਰਾ ਦਿਨ। ਇੱਕ ਤਾਂ ਇਹ ਚੀਜ਼ ਆਪਾਂ ਨੂੰ ਸਮਝਣੀ ਪਊਗੀ। ਹਾਂ, ਟੈਕਨੋਲੋਜੀ ਦਾ ਫਰਕ ਆ ਗਿਆ। ਬਿਲਕੁਲ ਬਿਲਕੁਲ। ਹਾਂ, ਅੱਛਾ, ਦੂਜੀ ਚੀਜ਼ ਇਹ ਆ ਕਿ ਅਗਰ ਆਪਾਂ ਅਰਦਾਸ ਦੇਖੀਏ ਉਹਦੇ ਵਿੱਚ ਆਪਾਂ ਵਿਵੇਕ ਦੀ ਗੱਲ ਕਰਦੇ ਹਾਂ, ਤਰਕ ਦੀ ਗੱਲ ਨਹੀਂ ਕਰਦੇ। ਜਦੋਂ ਆਪਾਂ ਦਾਨ ਵੀ ਮੰਗਦੇ ਹਾਂ, ਵਿਵੇਕ ਦਾਨ ਮੰਗਦੇ ਹਾਂ, ਅਸੀਂ ਤਰਕ ਦਾਨ ਤਾਂ ਮੰਗਦੇ ਨਹੀਂ ਗੇ। ਲੇਕਿਨ ਮਾਪੇ ਇਹ ਨਹੀਂ ਚੀਜ਼ ਸਮਝਦੇ ਕਿ ਇੱਕ ਪਾਸੇ ਸਾਡੇ ਕੋਲੇ ਤਰਕ ਆ, ਇੱਕ ਪਾਸੇ ਸਾਡੇ ਕੋਲੇ ਸਿਆਣਪ ਆ। ਅਸੀਂ ਮਾਪਿਆਂ ਨੇ ਬੱਚੇ ਨੂੰ ਸਿਆਣਪ ਕਿਵੇਂ ਦੇਣੀ ਆ, ਤੇ ਸਾਰਾ ਜ਼ੋਰ ਲੱਗਦਾ ਹੈਗਾ ਕਿ ਅਸੀਂ ਕਿਸੇ ਇੰਸਟੀਟਿਊਸ਼ਨ ਦੀ ਜ਼ਿੰਮੇਵਾਰੀ ਲਾ ਦਈਏ ਕਿ ਸਾਡੇ ਬੱਚੇ ਨੂੰ ਸਿਆਣਪ ਦੇਵੇ। ਇੰਸਟੀਟਿਊਸ਼ਨਸ ਸਿਆਣਪ ਨਹੀਂ ਦਿੰਦੀਆਂ, ਇੰਸਟੀਟਿਊਸ਼ਨਸ ਸਿਰਫ ਨੌਲੇਜ ਦਿੰਦੀਆਂ, ਤਰਕ ਦਿੰਦੀਆਂ। ਉਹ ਤੁਹਾਨੂੰ ਸਾਇੰਟਿਸਟ ਬਣਾ ਸਕਦੇ ਆ, ਤੁਹਾਨੂੰ ਇੰਜੀਨੀਅਰ ਬਣਾ ਸਕਦੇ ਆ, ਤੁਹਾਨੂੰ ਅੰਗਰੇਜ਼ੀ ਸਿਖਾ ਸਕਦੇ ਆ, ਪੰਜਾਬੀ ਸਿਖਾ ਸਕਦੇ ਆ, ਉਹ ਤੁਹਾਨੂੰ ਸਿਆਣਪ ਨਹੀਂ ਦੇ ਸਕਦੇ। ਸਿਆਣਪ ਕੌਣ ਦੇ ਸਕਦਾ? ਮਾਪੇ। ਬਿਲਕੁਲ। ਅਗਰ ਤੁਹਾਡੀ ਬਣਦੀ ਆ ਤੁਹਾਡੇ ਦਾਦਾ ਦਾਦੀ ਦੇ ਨਾਲ, ਨਾਨਾ ਨਾਨੀ ਦੇ ਨਾਲ, ਉਹ ਤੁਹਾਨੂੰ ਸਿਆਣਪ ਦੇ ਸਕਦੇ ਆ ਕਿਉਂਕਿ ਉਹਨਾਂ ਨੇ ਜ਼ਿੰਦਗੀ ਹੰਢਾਈ ਆ। ਐਕਸਪੀਰੀਅੰਸ। ਮੈਂ ਕੱਲ ਹੀ ਆ ਗੱਲ ਕਰਕੇ ਡਿਆ। ਹਾਂ, ਐਕਸਪੀਰੀਅੰਸ ਦੀ ਗੱਲ ਆ ਗਈ। ਅੱਛਾ, ਹੁਣ ਕੁਐਸਚਨ ਇਹ ਹੈਗਾ ਕਿ ਐਕਸਪੀਰੀਅੰਸ ਤਾਂ ਮਾਪਿਆਂ ਨੂੰ ਨੈਚੁਰਲੀ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਆ ਕਿਉਂਕਿ ਉਹਨਾਂ ਨੇ ਜ਼ਿੰਦਗੀ ਹੰਢਾਈ ਆ। ਹੁਣ ਜਿਹੜਾ ਪਹਿਲਾ ਐਕਸਪੀਰੀਅੰਸ ਆਪਾਂ ਨੂੰ ਦੇਣਾ ਚਾਹੀਦਾ ਬੱਚੇ ਨੂੰ, ਉਹ ਇਹ ਦੇਣਾ ਚਾਹੀਦਾ ਕਿ ਆਪਾਂ ਬੈਠ ਕੇ ਬੱਚੇ ਦੇ ਨਾਲ ਕਰੀਏ ਵੀ ਪੁੱਤ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੂਸਰੇ ਇਨਸਾਨਾਂ ਨੂੰ ਪਛਾਣਨ ਦੇ ਵਿੱਚ ਕਾਫੀ ਮੈਨੂੰ ਪ੍ਰੋਬਲਮਾਂ ਆਈਆਂ। ਮੈਂ ਗਲਤ ਬੰਦੇ ਨੂੰ ਪਛਾਣ ਲਿਆ, ਉਹਨੂੰ ਪੈਸੇ ਦਿੱਤੇ, ਉਹਨੇ ਮੇਰੇ ਪੈਸੇ ਮਾਰ ਲਏ। ਇਹਦਾ ਮਤਲਬ ਮੈਂ ਇਹ ਸਿੱਖਿਆ ਕਿ ਜਿਹੜਾ ਬੰਦਾ ਬਹੁਤ ਜ਼ਿਆਦਾ ਮਿੱਠਾ ਹੋਵੇ, ਜਿਹੜਾ ਬੰਦਾ ਜ਼ਿਆਦਾ ਮਤਲਬ ਕਿ ਨੇੜੇ ਆਉਣ ਦੀ ਕੋਸ਼ਿਸ਼ ਕਰੇ, ਚਾਪਲੂਸ ਹੋਵੇ, ਹਾਂ, ਉਹਨੂੰ ਆਪਾਂ ਨੂੰ ਥੋੜਾ ਜਿਹਾ ਧਿਆਨ ਵਰਤਣਾ ਚਾਹੀਦਾ। ਇਹ ਨਾ ਹੋਵੇ ਕਿ ਉਹ ਆਪਾਂ ਨੂੰ ਠੱਗ ਜੇ। ਇਹ ਜਿਹੜੀ ਅਸੈਸਮੈਂਟ ਆ ਹਿਊਮਨ ਬੀਇੰਗ ਦੀ, ਹਿਊਮਨ ਬੀਇੰਗ ਕਰਨ ਨਾਲੋਂ ਇਹ ਸਿਆਣਪ ਚੋਂ ਨਿਕਲਦੀ ਹੈ। ਕੋਈ ਤਰਕ ਨਹੀਂ ਚੱਲਦੀ। ਜਾਣੀ ਜੇ ਕੋਈ ਮੈਨੂੰ ਕਈ ਵਾਰੀ ਮਤਲਬ ਕਿ ਪੁੱਛਦੇ ਆ ਵੀਰ ਜੀ, ਆਪਣੇ ਪੇਰੈਂਟਸ ਦਾ ਫੋਨ ਆਉਂਦਾ ਕਿ ਅਸੀਂ ਨਾ ਮੁੰਡਾ ਲੱਭਿਆ ਆਪਣੀ ਕੁੜੀ ਵਾਸਤੇ, ਤੁਸੀਂ ਕਹਿੰਦੇ ਸਾਈਕੋਲੋਜੀ ਪੜ੍ਹੀ ਆ, ਤੁਸੀਂ ਨਾ ਉਹਦੀ ਥੋੜੀ ਜਿਹੀ ਅਸੈਸਮੈਂਟ ਲਗਾ ਕੇ ਸਾਨੂੰ ਦੱਸੋ। ਮੈਂ ਕਿਹਾ ਜੀ, ਕੋਈ ਦੁਨੀਆ ਦਾ ਸਾਈਕੋਲੋਜਿਸਟ ਇਹ ਚੈੱਕ ਨਹੀਂ ਕਰ ਸਕਦਾ। ਜੇ ਬੰਦੇ ਨੇ ਲੁਕਾਉਣਾ, ਉਹ ਲੁਕੋ ਜੂਗਾ। ਬਿਲਕੁਲ। ਕੋਈ ਮੈਂ ਕਿਹਾ ਐਸੀ ਡਿਗਰੀ ਨਹੀਂ ਗੀ, ਕੋਈ ਸਾਡੇ ਕੋਲੇ ਮਾਪਦੰਡ ਨਹੀਂ ਕਿ ਮੈਂ ਉਹਦੇ ਨਾਲ 15 ਮਿੰਟ ਬੈਠਾ ਤੇ ਮੈਂ ਤੁਹਾਨੂੰ ਕਹਿੰਦਾ ਹਾਂਜੀ ਇਹ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਇਹਦਾ ਤੁਹਾਡੀ ਕੁੜੀ ਦੇ ਨਾਲ ਪਰਮਾਨੈਂਟਲੀ ਰਹੂਗਾ ਤੇ ਕੋਈ ਡਿਵੋਰਸ ਨਹੀਂ ਹੋ। ਮੈਂ ਕਿਹਾ ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ, ਮੈਂ ਕਿਹਾ, ਪੁਰਾਣੇ ਜ਼ਮਾਨੇ ਦੇ ਵਿੱਚ ਨਾਈ ਹੁੰਦੇ ਸੀ। ਮੈਂ ਕਿਹਾ ਤੁਹਾਨੂੰ ਪਤਾ ਨਾਈ ਦਾ ਕੀ ਕੰਮ ਸੀ? ਉਹ ਸਾਈਕੋਲੋਜਿਸਟ ਸੀ। ਅੱਛਾ। ਉਹ ਦੋਨੋਂ ਇੱਧਰਲੇ ਘਰ ਨੂੰ ਵੀ ਦੇਖਦਾ ਸੀ, ਉਧਰਲੇ ਘਰ ਨੂੰ ਵੀ ਦੇਖਦਾ ਸੀ। ਫਿਰ ਉਹ ਕਹਿੰਦਾ ਸੀ ਵੀ ਇਹਨਾਂ ਦੋਨਾਂ ਦੇ ਘਰਾਂ 'ਚ ਇਕੁਐਲਿਟੀ ਕੀ ਆ, ਇੱਕੋ ਜੇ ਇਹਨਾਂ ਦੇ ਹੈਗੇ ਆ, ਇੱਕੋ ਜਿਹਾ ਤਕਰੀਬਨ ਇਹਨਾਂ ਦੇ ਪਰਿਵਾਰ ਆ, ਇਹ ਆਪਸ ਵਿੱਚ ਘੁਲ ਮਿਲ ਜਾਣਗੇ ਤੇ ਕੁੜੀ ਮੁੰਡਾ ਤਕਰੀਬਨ ਸੁਖੀ ਰਹੂ। ਤੇ ਉਹ ਆ ਕੇ ਤੁਹਾਨੂੰ ਦੱਸ ਦਿੰਦਾ ਸੀਗਾ, ਤੁਸੀਂ ਉਹਨਾਂ ਦੀ ਫਰਦਰ ਜਾਂਚ ਪੜਤਾਲ ਕਰ ਲੈਂਦੇ ਸੀ, ਕੁੜੀ ਮੁੰਡੇ ਦਾ ਵਿਆਹ ਹੋ ਜਾਂਦਾ ਸੀ ਤੇ ਤਕਰੀਬਨ ਘਰ ਵਸ ਜਾਂਦਾ ਸੀ। ਮੈਂ ਕਿਹਾ ਤੁਸੀਂ ਮੈਨੂੰ ਦੱਸੋ, ਤੁਸੀਂ ਦੱਸੋ, ਮੈਂ ਕਿਹਾ ਤੁਸੀਂ ਕਿਵੇਂ ਸੋਚਦੇ ਹੋ ਕਿ ਤੁਹਾਡੀ ਕੁੜੀ ਵਾਸਤੇ ਕਿਹੜਾ ਯੋਗ ਵਰ ਹੋ ਜਾਊਗਾ? ਮੈਂ ਕਿਹਾ ਯੋਗ ਵਰ ਤਾਂ ਪ੍ਰੈਕਟਿਸ ਚੋਂ ਨਿਕਲੂਗਾ। ਮੈਂ ਕਿਹਾ ਜੇ ਮੈਂ ਮੁੰਡੇ ਨੂੰ ਪੁੱਛਾਂ ਵੀ ਤੂੰ ਪੁੱਤ ਸ਼ਰਾਬ ਪੀਣਾ, ਉਹਨੇ ਜੇ ਮੈਨੂੰ ਨਾ ਕਹਿਤੀ ਫਿਰ ਮੈਂ ਕਿਹਾ ਮੈਨੂੰ ਕੀ ਪਤਾ ਉਹ ਪੀਂਦਾ ਕਿ ਨਹੀਂ ਪੀਂਦਾ, ਉਹ ਤਾਂ ਨਾ ਕਹਿਤੀ, ਮੈਂ ਤਾਂ ਉਹਨੂੰ ਫੇਸ ਵੈਲਿਊ ਤੇ ਲਊਂਗਾ, ਜਾਂ ਤਾਂ ਮੈਂ ਉਹਦੇ ਮਗਰ ਲਾਵਾਂ ਪ੍ਰਾਈਵੇਟ ਇਨਵੈਸਟੀਗੇਟਰ ਵੀ ਪੀਂਦਾ ਕਿ ਨਹੀਂ ਪੀਂਦਾ, ਹੈਨਾ। ਇਹ ਤਾਂ ਮੈਂ ਕਿਹਾ ਪ੍ਰੈਕਟਿਸ ਚੋਂ ਨਿਕਲਦਾ। ਤੇ ਤੁਸੀਂ, ਮੈਂ ਕਿਹਾ, ਆਪਣੀ ਕੁੜੀ ਨੂੰ ਮਤਲਬ ਕਿ ਸਰਟਨ ਟੈਕਨੀਕਸ ਦਿਓ ਬਈ ਤੂੰ ਇਹਦੀ ਕਹਿਣੀ ਔਰ ਕਰਨੀ ਦੇ ਵਿੱਚ ਅੰਤਰ ਪਕੜ। ਮੈਂ ਕਿਹਾ ਉਹ ਤੋਂ ਪਤਾ ਲੱਗ ਜੂਗਾ ਕਿ ਇਹਦਾ ਛੇਤੀ ਡਿਵੋਰਸ ਹੋਊਗਾ ਕਿ ਠਹਿਰ ਕੇ ਹੋਊਗਾ ਕਿ ਬਿਲਕੁਲ ਨਹੀਂ ਹੋਊਗਾ। ਮੈਂ ਕਿਹਾ ਜਿਹੜੇ ਇਨਸਾਨ ਆਪਣੀ ਕਹਿਣੀ ਔਰ ਕਰਨੀ ਦੇ ਵਿੱਚ ਇਕਸਾਰ ਹੁੰਦੇ ਆ, ਉਹ ਥੋੜੇ ਜਿਹੇ ਕੌੜੇ ਹੁੰਦੇ ਆ। ਜਿਨ੍ਹਾਂ ਨੇ ਹੇਰਾਫੇਰੀ ਕਰਨੀ ਆ, ਉਹ ਮੌਕਾ ਦੇਖ ਕੇ ਗੱਲ ਕਰਦੇ ਆ, ਮੌਕਾ ਸਾਂਭ ਲੈਂਦੇ ਆ, ਮੌਕੇ ਦੇ ਉੱਤੇ ਟਿਕਦੇ ਆ। ਉਹਨਾਂ ਦੀ ਅਸਲੀਅਤ ਉਹ ਚੀਜ਼ ਨੂੰ ਨਿਕਲ ਤੋਂ ਬਾਹਰ ਸਾਹਮਣੇ ਆਉਂਦੀ ਆ। ਤੇ ਮੈਂ ਕਿਹਾ ਇਹ ਚੀਜ਼ਾਂ ਤੁਸੀਂ ਕੁਝ ਚੀਜ਼ਾਂ ਨੂੰ ਅਪਲਾਈ ਕਰੋ। ਤੇ ਇਸ ਤਰ੍ਹਾਂ ਦੀ ਮੈਂ ਕਿਹਾ ਕੋਈ ਟੈਕਨੀਕ ਨਹੀਂ, ਮੇਰੇ ਕੋਲੇ ਕੋਈ ਕੁਆਲੀਫਿਕੇਸ਼ਨ ਨਹੀਂ ਗੀ ਕਿ ਮੈਂ ਤੁਹਾਨੂੰ ਕੋਈ ਗਰੰਟੀ ਦੇ ਸਕਾਂ ਕਿ ਹਾਂ ਆਹ ਮੁੰਡਾ ਦੇ ਨਾਲ ਤੁਹਾਡੀ ਕੁੜੀ ਦਾ ਡਿਵੋਰਸ ਨਹੀਂ ਹੋਊਗਾ, ਜਾਂ ਇਹ ਮੁੰਡਾ ਕੋਈ ਬਗਾਵਤ ਨਹੀਂ ਕਰੂਗਾ, ਜਾਂ ਇਹ ਬੰਦੇ ਦੇ ਪਿੱਛੇ ਕੋਈ ਸਾਜ਼ਿਸ਼ ਨਹੀਂ ਗੀ, ਜਾਂ ਵਟਐਵਰ ਦੀ ਥਿੰਗਸ ਦੈਟ ਯੂ ਆਰ ਲੁਕਿੰਗ ਫॉर। ਸੋ ਇਹ ਜਿਹੜਾ ਫੰਡਾਮੈਂਟਲ ਨੋਸ਼ਨ ਆ, ਜਿਹੜਾ ਤੁਸੀਂ ਵੀਰ ਜੀ ਸਵਾਲ ਪੁੱਛਿਆ ਕਿ
ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਇਹ ਹੈਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਨਹੀਂ ਹੋ ਗਏ ਕਿ ਸਾਡਾ ਵਿਰਸਾ ਕਿੰਨਾ ਮਹਾਨ ਆ। ਬਿਲਕੁਲ ਅਸੀਂ ਉਹਦੇ 'ਚ ਫੇਲ ਹੋ ਖੁੰਝ ਗਏ, ਰਾਈਟ। ਅਸੀਂ ਆਪਣੀਆਂ ਰਿਸ਼ਤਿਆਂ ਦੀ ਅਹਿਮੀਅਤ ਭੁੱਲ ਗਏ, ਅਸੀਂ ਆਪਣੀ ਸੱਭਿਆਚਾਰਕ ਭੁੱਲ ਗਏ, ਅਸੀਂ ਆਪਣੀਆਂ ਧਾਰਮਿਕ ਰਵਾਇਤਾਂ ਭੁੱਲ ਗਏ। ਅਸੀਂ ਬੈਠ ਕੇ ਡਿਫਰੈਂਸ ਆਫ ਓਪੀਨੀਅਨ ਨੂੰ ਸਮਝ ਕੇ ਉਹਨੂੰ ਵਧਾਣਾ, ਬਈ ਅਸੀਂ ਵਧਾਈਏ ਨਾ ਉਸ ਡਿਫਰੈਂਸ ਨੂੰ, ਅਸੀਂ ਉਹਦੇ ਤੇ ਵੀ ਫੇਲ ਹੋ ਗਏ। ਹਾਂ, ਜਿਵੇਂ ਆਪਾਂ ਕਹਿੰਦੇ ਸੋਸਾਇਟੀ ਫੇਲ ਹੋ ਗਈ। ਹਾਂ, ਜਿਵੇਂ ਆਪਾਂ ਕਹਿੰਦੇ ਬਾਣੀਆਂ ਬਵਾਣੀਆਂ ਪੁੱਤ ਸਪੁੱਤ ਕਰੇਨ, ਉਹ ਭੁੱਲ ਗਏ। ਬਿਲਕੁਲ ਬਿਲਕੁਲ। ਸੋ ਕਹਿਣ ਤੋਂ ਮੇਰਾ ਭਾਵ ਆ ਕਿ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਉਹ ਇਹ ਹੋਣੀਆਂ ਚਾਹੀਦੀਆਂ ਵੀ ਕੀ ਆਪਾਂ ਬੈਠ ਕੇ, ਹੁਣ ਮੇਰੇ 3 ਬੱਚੇ ਆ, ਠੀਕ ਹੈ ਜੀ। ਇੱਕ ਬੱਚਾ ਮੇਰਾ ਬਿਲਕੁਲ ਧਰਮ ਨੂੰ ਨਹੀਂ ਮੰਨਦਾ, ਠੀਕ ਹੈ ਜੀ, ਓਕੇ। ਉਹ ਕਹਿੰਦਾ ਨਹੀਂ, ਮੇਰੇ ਹਿਸਾਬ ਨਾਲ ਕੋਈ ਧਰਮ ਨਹੀਂ, ਮੈਨੂੰ ਆਪਣੇ ਹਿਸਾਬ ਨਾਲ ਜਿਹੜਾ ਬੰਦਾ ਕਹਿੰਦਾ ਗਰੀਬ ਆ ਉਹਦੀ ਹੈਲਪ ਕਰਨੀ ਚਾਹੀਦੀ ਆ, ਇਹ ਕਹਿੰਦਾ ਮੇਰੀ ਆਪਣੀ ਮੋਰੈਲਿਟੀ ਆ, ਮੈਨੂੰ ਕੋਈ ਧਰਮ ਨਹੀਂ। ਕਹਿੰਦਾ ਬਥੇਰੇ ਮੈਂ ਧਾਰਮਿਕ ਦੇਖਿਆ ਜਿਹੜੇ ਜਿਨ੍ਹਾਂ ਨੂੰ ਦੂਜਿਆਂ ਦਾ ਦਰਦ ਨਹੀਂ ਆਉਂਦਾ, ਪਰ ਮੈਨੂੰ ਆਉਂਦਾ, ਕਹਿੰਦਾ। ਅੱਛਾ, ਉਹਦੇ ਨਾਲ ਵੀ ਅਸੀਂ ਬੈਠਦੇ ਹਾਂ। ਹਾਂਜੀ। ਜਿਹੜੇ ਮੇਰੇ ਬਾਕੀ ਦੇ 2 ਬੱਚੇ ਆ ਉਹ ਬਾਹਲੇ ਜ਼ਿਆਦਾ ਧਾਰਮਿਕ ਆ, ਉਹਨਾਂ ਨਾਲ ਵੀ ਅਸੀਂ ਬੈਠਦੇ ਹਾਂ। ਅਸੀਂ ਕਦੇ ਉਹਨੂੰ ਐਸ ਕਰਕੇ ਨਹੀਂ ਜਾਨੀ ਉਹਨੂੰ ਆਪਣੀ ਪਰਿਵਾਰ ਚੋਂ ਕੱਢਿਆ ਕਿ ਤੂੰ ਤਾਂ ਯਾਰ ਧਰਮ ਨੂੰ ਹੀ ਨਹੀਂ ਮੰਨਦਾ, ਤੂੰ ਕਿਹੋ ਜਿਹਾ, ਤੇਰੀ ਵਾਈਫ ਤਾਂ ਮੰਨਦੀ ਆ, ਤੂੰ ਨਹੀਂ ਮੰਨਦਾ, ਤੂੰ ਐਵੇਂ ਕਿਉਂ ਅੜੀ ਕਰੀ ਜਾਂਦਾ, ਇਸ ਤਰ੍ਹਾਂ ਨਹੀਂ। ਮੇਰਾ ਖਿਆਲ 'ਚ ਜਿਹੜੀ ਉਹ ਸਬਰ ਸੰਤੋਖ ਦੀ ਆ ਨਾ, ਉਹਨੂੰ ਤੁਹਾਨੂੰ ਪ੍ਰੈਕਟਿਸ ਕਰਨਾ ਪੈਂਦਾ। ਤੇ ਗੁਰੂ ਆਪਾਂ ਨੂੰ ਕਹਿੰਦਾ ਵੀ ਪਹਿਲਾਂ ਜਿਹੜਾ ਕੁਝ ਤੂੰ ਪੜ੍ਹਦਾ ਉਹਨੂੰ ਤੂੰ ਪ੍ਰੈਕਟਿਸ 'ਚ ਤਾਂ ਲਿਆ, ਆਪਣੀ ਜ਼ਿੰਦਗੀ 'ਚ ਤਾਂ ਲਿਆ, ਅਮਲ ਤਾਂ ਕਰੋ, ਫਿਰ ਕਿਸੇ ਨੂੰ ਜਾ ਕੇ ਕਹੀਂ ਬਈ ਤੁਸੀਂ ਸਬਰ ਸੰਤੋਖ ਰੱਖੋ। ਇਹ ਸੋ ਮੇਰੇ ਹਿਸਾਬ ਨਾਲ ਜਿਹੜੀ ਚੀਜ਼ ਆ ਉਹ ਇਹ ਹੋਣੀ ਚਾਹੀਦੀ ਆ ਕਿ ਅਸੀਂ ਨੌਲੇਜ ਦੇ ਉੱਤੇ ਗੱਲ ਨਾ ਕਰੀਏ, ਤਰਕ ਦੇ ਉੱਤੇ ਗੱਲ ਨਾ ਕਰੀਏ, ਅਸੀਂ ਵਿਵੇਕ ਬੁੱਧੀ ਤੇ ਗੱਲ ਕਰੀਏ ਵੀ ਵਿਜ਼ਡਮ ਕੀ ਹੁੰਦੀ ਆ, ਸਿਆਣਪ ਕੀ ਹੁੰਦੀ ਆ। ਹੁਣ ਸਾਡੇ ਆਪਣੇ ਗੁਰੂਆਂ ਦੇ ਵਿੱਚ ਜਦੋਂ ਮਤਲਬ ਕਿ ਮੈਂ ਛੋਟਾ ਹੁੰਦਾ ਸੀ, ਮੇਰੇ ਦਾਦਾ ਜੀ ਮੈਨੂੰ ਦੱਸਦੇ ਸੀ ਵੀ ਆਪਣੇ ਇੱਕ ਗੁਰੂ ਸਾਹਿਬ ਸੀਗੇ, ਬਹੁਤ ਬਿਰਧ ਅਵਸਥਾ 'ਚ ਹੋ ਗਏ। ਇੱਕ ਜਵਾਨ ਮੁੰਡਾ ਆਇਆ, ਉਹਨਾਂ ਦੇ ਆ ਕੇ, ਉਸ ਮੁੰਡੇ ਨੇ ਆ ਕੇ ਲੱਤ ਮਾਰੀ ਉਹਨਾਂ ਦੇ ਗੁਰੂ ਸਾਹਿਬ ਦੇ, ਤੇ ਗੁਰੂ ਸਾਹਿਬ ਨੇ ਕਿਹਾ ਪੁੱਤ ਤੇਰੇ ਸੱਟ ਤਾਂ ਨਹੀਂ ਲੱਗੀ? ਮੈਂ ਤਾਂ ਹੁਣ ਬੁੜਾ ਹੋ ਗਿਆ ਤੇ ਮੇਰੀ ਹੱਡੀਆਂ ਰਹਿ ਗਈਆਂ। ਇਹਦੇ ਤੋਂ ਸਬਕ ਕੀ ਸਿੱਖਦਾ? ਹੁਣ ਕਿ ਜੇ ਤਾਂ ਆਪਾਂ ਆਪਣੇ ਬੱਚਿਆਂ ਨੂੰ ਬੈਠ ਕੇ ਉਹਦਾ ਸਬਕ ਦੱਸਾਂਗੇ, ਸਬਕ ਹੈਗੀ ਵੀ ਕੀ ਉਹਨੇ ਇਹ ਮੁਸ਼ਕਲ ਨਿਮਰਤਾ ਨਾਲ ਡੀਲ ਕੀਤੀ ਗੁਰੂ ਸਾਹਿਬ ਨੇ ਕਿ ਨਹੀਂ, ਕਿ ਕੀ ਉਹ ਉੱਠ ਕੇ ਨਹੀਂ ਸੀ ਕਹਿ ਸਕਦੇ ਆਪਣੇ ਜਿਹੜੇ ਉਹਨਾਂ ਦੇ ਬਾਡੀਗਾਰਡ ਸੀਗੇ ਵੀ ਇਹਨੂੰ ਢਾਲੋ, ਇਹਨੇ ਲੱਤ ਮਾਰੀ, ਹੈਨਾ? ਪਰ ਉਹਨਾਂ ਨੇ ਤਾਂ ਇਹ ਕੰਮ ਨਹੀਂ ਨਾ ਕੀਤਾ, ਕਿਉਂਕਿ ਜਿਹੜੀ ਆਪਾਂ ਨੂੰ ਸਾਖੀ ਆਉਂਦੀ ਆ, ਸਾਖੀ 'ਚ ਤਾਂ ਇਹ ਦੱਸਿਆ ਗਿਆ ਵੀ ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਪੁੱਤ ਮੈਂ ਬਜ਼ੁਰਗ ਹੋ ਗਿਆ, ਤੇਰੇ ਸੱਟ ਤਾਂ ਨਹੀਂ ਲੱਗੀ। ਇਹਦੇ ਤੋਂ ਆ ਜਿਹੜੀ ਸਿੱਖਿਆ ਮਿਲਦੀ ਆ, ਇਹਨੂੰ ਆਪਾਂ ਕਹਿੰਦੇ ਆ ਵੀ ਇਹ ਸਿਆਣਪ ਆ। ਇਹ ਆਪਾਂ ਕਨਵਰਟ ਨਹੀਂ ਕਰ ਸਕੇ ਆਪਣੀ ਆਉਣ ਵਾਲੀ ਪੀੜ੍ਹੀ 'ਚ। ਸੋ ਉਹਨਾਂ ਨੇ ਕੀ ਕੀਤਾ, ਉਹਨਾਂ ਦੀ ਹੁਣ ਜਿਹੜੀ ਅੰਦਰੋਂ ਭੁੱਖ ਸੀਗੀ, ਉਹਨਾਂ ਨੇ ਗੂਗਲ 'ਚ ਵੜ ਗਏ। ਹੁਣ ਗੂਗਲ 'ਚ ਸਵਾਏ ਤਰਕ ਦੇ ਹੋਰ ਕੁਝ ਵੀ ਨਹੀਂਗਾ। ਹੁਣ ਜਦੋਂ ਤਰਕ ਦੀ ਗੱਲ ਆਉਂਦੀ ਆ ਵੀ ਪੁੱਤ ਤੂੰ ਮੈਰੂਆਨਾ ਨਾ ਸਮੋਕ ਕਰ, ਇਹ ਹਾਨੀਕਾਰਕ ਆ, ਉਹ ਗੂਗਲ ਤੇ ਜਾਂਦਾ, ਉਹ ਕਹਿੰਦਾ ਇਜ਼ ਮੈਰੂਆਨਾ ਗੁੱਡ ਫਾਰ ਮੀ, ਯੈਸ ਔਰ ਨੋ। ਉਹ ਯੈਸ ਦੀਆਂ ਵੀ ਬਹੁਤ ਸਾਰੀਆਂ ਰਿਸਰਚ ਰਿਪੋਰਟਸ ਆ ਜਾਂਦੀਆਂ ਤੇ ਨੋ ਦੀਆਂ ਵੀ ਬਹੁਤ ਸਾਰੀਆਂ ਆਉਂਦੀਆਂ, ਕਿਉਂਕਿ ਉਹਨੇ ਪੀਣਾ, ਉਹ ਤੁਹਾਨੂੰ ਰਿਸਰਚ ਦੀਆਂ 4 ਕੱਢ ਕੇ ਤੁਹਾਡੇ ਮੂਹਰੇ ਸੁੱਟ ਦਿੰਦਾ, ਕਹਿੰਦਾ ਆ ਲਓ ਮੇਰਾ ਤਰਕ, ਨਗੇਟ ਕਰੋ। ਹੁਣ ਜਿਹੜੇ ਮਾਪੇ ਆ ਉਹ ਵਿਚਾਰੇ ਇੰਨੇ ਟੈਕ ਸੈਵੀ ਨਹੀਂ ਗੇ, ਉਹ ਹੁਣ ਰਿਸਰਚ ਕੱਢ ਨਹੀਂ ਸਕਦੇ ਵੀ ਆਹ ਦੇਖ 50 ਤੇਰੀਆਂ ਨੈਗੇਟਿਵ ਵੀ ਹੈਗੀਆਂ। ਉਹਨਾਂ ਨੇ ਆਪਦੇ ਤਜਰਬੇ ਦੀ ਗੱਲ ਕਰਨੀ ਹੈ, ਉਹਨਾਂ ਨੇ ਤਜਰਬੇ ਦੀ ਗੱਲ ਕਰਨੀ ਹੈ। ਤੇ ਮੁੰਡਾ ਕਹਿੰਦਾ ਵੀ ਤਜਰਬੇ ਦੀ, ਡੈਡ ਤੂੰ ਸਮੋਕ ਕੀਤਾ ਮੈਰੂਆਨਾ? ਨਹੀਂ। ਕਹਿੰਦਾ ਫਿਰ ਤੈਨੂੰ ਪਤਾ ਨਹੀਂਗਾ, ਡੋਂਟ ਟਾਕ ਟੂ ਮੀ, ਰਾਈਟ? ਸੋ ਇਸ ਕਰਕੇ ਮੇਰਾ ਖਿਆਲ 'ਚ ਹੋਇਆ ਕਿ ਮੈਂ ਜਿੱਥੋਂ ਤੱਕ ਸੋਚਦਾ ਵੀ ਆਪਣੇ ਘਰਾਂ ਦੇ ਵਿੱਚ ਡਿਸਕਸ਼ਨ ਦਾ ਰਿਵਾਜ ਘਟ ਗਿਆ। ਮੈਨੂੰ ਹਜੇ ਵੀ ਚੇਤਾ ਕਿ ਮੇਰੇ ਜਿਹੜੇ ਗ੍ਰੈਂਡਫਾਦਰ ਸੀਗੇ ਉਹ ਬਹਿੰਦੇ ਸੀਗੇ, ਉਦੋਂ ਤਾਂ ਮੰਜੇ ਹੁੰਦੇ ਸੀਗੇ, ਹੈ ਨਾ, ਉਹਨਾਂ ਨੇ ਐ ਕਰਕੇ ਮੰਜੇ ਰੱਖ ਲੈਣੇ। ਮੇਰੇ ਚਾਚੇ ਵੀ ਬੈਠੇ ਹੁੰਦੇ ਸੀਗੇ ਤੇ ਮੈਂ ਉਦੋਂ ਤਕਰੀਬਨ 8 ਸਾਲ ਦਾ ਸੀ, ਤੇ ਉਹਨਾਂ ਨੇ ਗੱਲਾਂ ਕਰਨੀਆਂ ਤੇ ਮੇਰੇ ਮਤਲਬ ਕਿ ਦਾਦਾ ਜੀ ਨੇ ਉਹਨਾਂ ਨੂੰ ਦੱਸਣਾ ਵੀ ਤੁਸੀਂ ਐ ਨਹੀਂ ਕਰ ਸਕਦੇ, ਤੁਸੀਂ ਆਪਣੀਆਂ ਜਨਾਨੀਆਂ ਨੂੰ ਐ ਨਹੀਂ ਕਰ ਸਕਦੇ, ਤੁਸੀਂ ਤਮੀਜ਼ ਨਾਲ ਗੱਲ ਕਰਨੀ ਆ, ਤੇ ਜੇ ਕੋਈ ਪ੍ਰੋਬਲਮ ਆ ਤਾਂ ਮੈਨੂੰ ਆ ਕੇ ਦੱਸਣੀ ਆ, ਪਹਿਲਾਂ ਐਵੇਂ ਨਹੀਂ ਆਪਣੀਆਂ ਮਾਰਨੀਆਂ। ਤੇ ਉਹ ਮੇਰੇ ਉਹ ਕੰਨਾਂ 'ਚ ਆਵਾਜ਼ਾਂ ਪੈਂਦੀਆਂ। ਹਾਂਜੀ, ਮੈਂ ਉਹ ਗੱਲ ਕੀਤੀ ਜਿਹੜਾ ਵੀ ਆਪਾਂ ਵੀ ਬਚਪਨ 'ਚੋਂ ਲੰਘੇ ਆ, ਆਪਣੇ ਵੀ ਉਹ ਗੱਲਾਂ ਯਾਦ ਆ, ਮਤਲਬ ਵੀ ਜਿਵੇਂ ਸਾਡੇ ਬਜ਼ੁਰਗ ਗੱਲਾਂ ਕਰਦੇ ਸੀ, ਤੇ ਉੱਥੋਂ ਸਾਨੂੰ ਉਹ ਮਤਲਬ ਵੀ ਕੁਛ ਨਾ ਕੁਛ
ਪਤਾ ਲੱਗਦਾ ਸੀ ਵੀ ਆਹ ਗੱਲ ਰੂਲਸ ਐਂਡ ਰੈਗੂਲੇਸ਼ਨਸ ਪਤਾ ਲੱਗਦੇ ਸੀ ਨਾ ਵਿਚਰਨ ਦੇ, ਆਹ ਗੱਲ ਗਲਤ ਹੈ, ਆਹ ਠੀਕ ਹੈ। ਅਜੇ ਵੀ ਆਪਾਂ ਨੂੰ ਪਤਾ ਹੈ ਵੀ ਇੱਕ ਬੱਚੇ ਦੇ ਉੱਤੇ ਮਤਲਬ ਕਿੰਨਾ ਅਸਰ ਹੁੰਦਾ ਵੱਡਿਆਂ ਦੀਆਂ ਗੱਲਾਂ ਸੁਣਨ ਦਾ। ਤੇ ਜਦੋਂ ਕੋਈ ਵੱਡਾ ਵਡੇਰਾ ਆਪਦੇ ਬੱਚਿਆਂ ਨਾਲ ਗੱਲ ਹੀ ਨਹੀਂ ਕਰੂਗਾ, ਉਹਨੂੰ ਵਿਜ਼ਡਮ ਦੇਊਗਾ ਹੀ ਨਹੀਂ, ਸਿਆਣਪ ਦੀ ਗੱਲ ਹੀ ਨਹੀਂ ਕਰੂਗਾ, ਫਿਰ ਉਹ ਮਤਲਬ ਵੀ ਤੁਹਾਡੀ ਗੱਲ ਆ ਗਈ ਜਿਹੜੇ ਪਹਿਲਾਂ ਗੱਲ ਕਰਦੇ ਬੱਚਾ ਜਿੱਦ ਕਰਦਾ ਤੇ ਉਹਨੇ ਪਹਿਲਾਂ ਹੀ ਉਹਦਾ ਲਾਈਫ ਸਟਾਈਲ ਹੀ ਬੱਚੇ ਦਾ ਇਹੋ ਜਿਹਾ ਬਣਾਇਆ ਕਿ ਮਤਲਬ ਵੀ ਉਹਦੀ ਵੀ ਉਹ ਜਿੱਦ ਕਰੇ ਹੀ ਨਾ। ਪਹਿਲਾਂ ਉਹਨੂੰ ਲਾਈਫ ਸਟਾਈਲ ਹੀ ਬੰਦੇ ਬੱਚੇ ਨੇ ਇਹ ਸਿਖਾਇਆ ਹੋਵੇ ਕਿ ਮਤਲਬ ਬੱਚਾ ਆਪਣੇ ਆਪ ਹੀ ਮਤਲਬ ਇਹ ਗੱਲ ਮਹਿਸੂਸ ਕਰੇ ਕਿ ਮਤਲਬ ਇਹ ਸਾਡੀ ਫੈਮਿਲੀ ਦੇ ਸਾਡੇ ਪਰਿਵਾਰ ਦੇ ਮੁਤਾਬਕ ਜਿਹੜੀ ਮੈਂ ਗੱਲ ਕਰ ਰਿਹਾ ਉਹਦੇ ਪੇਰੈਂਟਸ ਨੂੰ ਕਹਿ ਰਹੇ ਹਾਂ ਇਹ ਠੀਕ ਨਹੀਂ, ਇਹ ਵਾਜਿਬ ਨਹੀਂ। ਜਿਵੇਂ ਹੁਣ ਆਪਾਂ ਵੀ ਦੇਖਿਆ, ਜਿਵੇਂ ਮੈਂ ਗੱਲ ਕੀਤੀ ਵੀ ਆਪਾਂ ਵੀ ਟੀਨੇਜਰ ਚੋਂ ਲੰਘੇ ਹਾਂ, ਆਪਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਆਹ ਗੱਲ ਦਾ ਘਰੇ ਪਤਾ ਲੱਗ ਗਿਆ ਤੇ ਛਿੱਤਰ ਪੈਣਗੇ, ਠੀਕ ਹੈ ਨਾ। ਆਪਾਂ ਕਰਦੇ ਨਹੀਂ ਸੀ, ਆਪਾਂ ਨੂੰ ਪਤਾ ਸੀਗਾ ਮਤਲਬ ਵੀ ਆਹ ਸ਼ਰਾਰਤ ਕੀਤੀ ਜੇ ਘਰੇ ਪਤਾ ਲੱਗਿਆ ਤੇ ਕੁੱਟ ਪਊਗੀ, ਰਾਈਟ। ਉਹ ਮਤਲਬ ਵੀ ਕਿੱਥੋਂ ਅਨੁਭਵ ਕਿੱਥੋਂ ਹੁੰਦਾ ਸੀ, ਫੀਲਿੰਗ ਕਿੱਥੋਂ ਦੀ ਸੀ, ਕਿਸੇ ਨਾ ਕਿਸੇ ਨੇ ਦੱਸਿਆ ਹੁੰਦਾ ਸੀ ਆਪਾਂ ਨੂੰ। ਉਹ ਆਪਦੇ ਬਜ਼ੁਰਗਾਂ ਦੀਆਂ ਗੱਲਾਂ ਸੁਣੀ ਜਾਂਦੇ ਸੀ ਤੇ ਉਹ ਗੱਲਾਂ ਆਪਾਂ ਇੱਥੇ ਬੱਚਿਆਂ ਨੂੰ ਦੱਸਦੇ ਨਹੀਂ। ਇੱਥੇ ਫਿਰ ਜਿਵੇਂ ਤੁਸੀਂ ਕਹਿੰਦੇ ਉਹ ਗੂਗਲ ਤੇ ਆ ਗਏ ਤੇ ਜੋ ਗੂਗਲ ਕਹੀ ਜਾਂਦਾ ਬੱਚੇ ਸਿੱਖੀ ਜਾਂਦੇ। ਇੱਥੇ ਦੱਸਦੇ ਵੀ ਨਹੀਂ ਮਾਨ ਸਾਹਿਬ, ਔਰ ਮੈਂ ਗੱਲ ਨੂੰ ਉਧਰ ਨੂੰ ਲੈ ਕੇ ਵੀ ਜਾਣਾਗਾ। ਤੇ ਜਿਵੇਂ ਆਪਾਂ ਕਹਿੰਦੇ ਆ ਵੀ ਆਪਾਂ ਨੂੰ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਮੈਂ ਅਕਸਰ ਰੇਡੀਓ ਦੇ ਉੱਤੇ ਕਹਿਣਾ ਹੁੰਦਾ, ਜਿਹੜੇ ਪਰਿਵਾਰ ਦੇ ਵਿੱਚ ਦਾਦਾ ਦਾਦੀ ਆ, ਜਿਹੜੇ ਪਰਿਵਾਰ ਦੇ ਵਿੱਚ ਨਾਨਾ ਨਾਨੀ ਆ, ਉਹਨਾਂ ਦੇ ਬੱਚਿਆਂ ਦੀ ਦੂਰੋਂ ਪਹਿਚਾਣ ਆ ਜਾਂਦੀ ਆ ਜੀ। ਪਰ ਹੁਣ ਟੋਰਾਂਟੋ, ਬਰੈਂਪਟਨ ਵਰਗੇ ਮੈਟਰੋ ਸਿਟੀਜ਼ ਦੇ ਵਿੱਚ ਜ਼ਿਆਦਾ ਗਾ। ਤੇ ਹੁਣ ਤੁਸੀਂ ਵਿਨੀਪੈਗ ਆਏ ਹੋ, ਇੱਥੇ ਵੀ ਤੁਹਾਨੂੰ ਕੇਸ ਮਿਲਣਗੇ, ਬਹੁਤ ਸਾਰੇ ਮਿਲਣਗੇ, ਜਿੱਥੇ ਪੇਰੈਂਟਸ ਨੂੰ ਨਾਲ ਰੱਖ ਕੇ ਖੁਸ਼ ਹੀ ਨਹੀਂ ਬੱਚੇ ਜੀ। ਤੇ ਜੇ ਉਹ ਨਾਲ ਰੱਖ ਕੇ ਨਹੀਂ ਖੁਸ਼ ਤੇ ਉਹਨਾਂ ਦੇ ਜਿਹੜੇ ਜਵਾਕ ਹੋਣੇ ਆ, ਉਹਨਾਂ ਨੂੰ ਜਿਹੜੀਆਂ ਚੰਗੀਆਂ ਆਦਤਾਂ ਜ਼ਿੰਦਗੀ ਦੀਆਂ ਸਿੱਖੀਆਂ ਹੋਈਆਂ ਉਹ ਕੌਣ ਸਿਖਾਊਗਾ? ਜਦੋਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਾਰੇ ਬਜ਼ੁਰਗ ਤੇ ਬਰੈਂਪਟਨ ਦੇ ਵਿੱਚ ਭੁੱਖੇ ਸੌਂਦੇ ਨੇ ਔਰ ਤੁਸੀਂ ਉਹਨਾਂ ਨੂੰ ਜਾ ਕੇ ਰੋਟੀ ਖਵਾਉਣੇ। ਬਿਲਕੁਲ। ਸੋ ਦੋ ਚੀਜ਼ਾਂ ਤੇ ਆਪਾਂ ਮੇਰਾ ਖਿਆਲ 'ਚ ਡਿਸਕਸ਼ਨ ਕਰੀਏ। ਇੱਕ ਤਾਂ ਹੈਗਾ ਕਿ ਜਦੋਂ ਆਪਾਂ ਨੂੰ ਐਡਜਸਟਮੈਂਟ ਕਰਨੀ ਪੈਂਦੀ ਹੈ ਲਾਈਫ ਦੀ। ਹੁਣ ਇੱਕ ਬਜ਼ੁਰਗ ਦਾ ਆਪਣਾ ਇੱਕ ਜ਼ਿੰਦਗੀ ਜਿਉਣ ਦਾ ਇੰਨੇ ਸਾਲਾਂ ਦਾ ਉਹਦੀ ਆਦਤਾਂ ਪਈਆਂ ਹੋਈਆਂ, ਸਾਡੇ ਆਪਣੀਆਂ ਕੁਝ ਆਦਤਾਂ ਉਹਨਾਂ ਨਾਲ ਮੇਲ ਨਹੀਂ ਖਾਂਦੀਆਂ ਤੇ ਫਿਰ ਆਪਣੇ ਬੱਚਿਆਂ ਦੀਆਂ ਵੀ ਆਦਤਾਂ ਆਪਣੇ ਬਜ਼ੁਰਗਾਂ ਨਾਲ ਮੇਲ ਨਹੀਂ ਖਾਂਦੀਆਂ। ਪਰ ਕੀ ਇਹਦਾ ਮਤਲਬ ਹੈਗਾ ਕਿ ਇੱਕ ਪਰਿਵਾਰ ਆਪਣੀਆਂ ਆਦਤਾਂ ਦੇ ਵਿੱਚ ਕੋਈ ਸਾਂਝੀਵਾਲਤਾ ਨਹੀਂ ਕੱਢ ਸਕਦਾ? ਕੱਢ ਸਕਦੇ ਹਾਂ ਜੇ ਕੱਢਣੀ ਹੋਵੇ। ਜੇ ਅਸੀਂ ਲੜਾਈ ਪਾਣੀ ਹੋਵੇ ਫਿਰ ਅਸੀਂ ਲੜਾਈ ਵੀ ਪਾ ਸਕਦੇ ਹਾਂ। ਓਕੇ, ਸੋ ਇੱਕ ਤਾਂ ਇਹ ਪ੍ਰੋਬਲਮ ਆ ਕਿ ਕੀ ਅਸੀਂ ਐਡਜਸਟ ਕਰ ਸਕਦੇ ਹਾਂ ਕਿ ਨਹੀਂ। ਪੁਰਾਣੇ ਜ਼ਮਾਨੇ ਦੇ ਵਿੱਚ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਇਹ ਹਦਾਇਤ ਮਿਲਦੀ ਸੀ ਬਜ਼ੁਰਗਾਂ ਵੱਲੋਂ ਕਿ ਐਡਜਸਟ, ਲਾਈਫ ਦੇ ਵਿੱਚ ਐਡਜਸਟ ਤੇ ਕੰਪਰੋਮਾਈਜ਼ ਕਰਨਾ ਸਿੱਖੋ। ਬਿਨਾਂ ਕੰਪਰੋਮਾਈਜ਼ ਦੇ ਪਰਿਵਾਰ ਨਹੀਂ ਚੱਲਦਾ। ਓਕੇ, ਇਹ ਆਪਾਂ ਨੂੰ, ਮੈਨੂੰ ਵੀ ਮਿਲੀ ਹੋਈ ਆ, ਤੁਹਾਨੂੰ ਸਾਰਿਆਂ ਨੂੰ ਵੀ ਮਿਲੀ ਹੋਈ ਆ। ਆਪਣੇ ਬਜ਼ੁਰਗਾਂ ਨੇ ਆਪਣੇ 'ਚ ਕੁੱਟ ਕੇ ਭਰਤਾ। ਹੁਣ ਇੱਥੇ ਜਦੋਂ ਆਪਾਂ ਕਹਿੰਦੇ ਆ ਵੀ ਤੁਸੀਂ ਕੰਪਰੋਮਾਈਜ਼ ਕਰੋ, ਤੁਸੀਂ ਐਡਜਸਟ ਕਰੋ, ਇਹ ਬੱਚਿਆਂ ਦੀ, ਕਿਉਂਕਿ ਇੰਡੀਵਿਜੂਅਲਿਟੀ ਬਹੁਤ ਜ਼ਿਆਦਾ ਸਕੂਲਾਂ ਦੇ ਵਿੱਚ ਡਿਵੈਲਪ ਹੋਈ ਆ ਤੇ ਉਹਦੇ ਨਾਲ ਅਸੀਂ ਇਹਨਾਂ ਨੂੰ ਕਾਊਂਟਰ ਨਹੀਂ ਕੁਛ ਦਿੱਤਾ ਤੇ ਉਹਨਾਂ ਦੀ ਪਰਸਨੈਲਿਟੀ ਇਹ ਡਿਵੈਲਪ ਹੋ ਗਈ ਕਿ ਆਈ ਐਮ ਨਾਟ ਗੋਇੰਗ ਟੂ ਕੰਪਰੋਮਾਈਜ਼, ਦਿਸ ਇਜ਼ ਮਾਈ ਰੂਮ ਐਂਡ ਮਾਈ ਲਾਈਫ, ਰਾਈਟ। ਸੋ ਹੁਣ ਮੇਰਾ ਖਿਆਲ ਚ ਕਿ ਹਜੇ ਵੀ ਕੁਛ ਬੜਾ ਪ੍ਰੋਬਲਮ ਨਹੀਂ ਹੋਈ। ਮੇਰਾ ਖਿਆਲ ਚ ਆਪਾਂ ਨੂੰ ਬਜ਼ੁਰਗਾਂ ਨੂੰ ਵੀ ਇਸ ਚੀਜ਼ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਥੋੜਾ ਜਿਹਾ ਪਿਆਰ ਕਿਵੇਂ ਆਪਣੇ ਪੋਤੇ ਪੋਤੀਆਂ ਨਾਲ ਤੇ ਦੋਤੇ ਦੋਤੀਆਂ ਨਾਲ ਵਧਾ ਸਕਦੇ ਹੋ। ਮਿਸਾਲ ਦੇ ਤੌਰ ਤੇ ਇੱਕ ਚੀਜ਼ ਤਾਂ ਜਿਹੜੇ ਬਜ਼ੁਰਗ ਆ ਉਹ ਆਪਣੇ ਪੇਰੈਂਟਸ ਦੇ ਨਾਲ ਇੱਕ, ਜਿਵੇਂ ਮੇਰੇ ਦੋ ਪੋਤੀਆਂ ਤੇ ਇੱਕ ਦੋਤਾ, ਠੀਕ ਹੈ, ਮੈਂ ਇਹਨਾਂ ਸਾਰਿਆਂ ਨੂੰ ਪੁੱਛ ਲਿਆ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਅਸੀਂ ਕਿਹੜੀ ਚੀਜ਼ ਦੱਸੀਏ ਕਿਹੜੀ ਨਾ ਦੱਸੀਏ। ਇੱਕ ਤਾਂ ਮੈਂ ਕਿਹਾ ਵੀ ਮੇਰਾ ਕੋਈ ਕੰਮ ਨਹੀਂ ਡਿਸਿਪਲਿਨ ਕਰਨਾ, ਆਈ ਐਮ ਨਾਟ ਹੀਅਰ ਟੂ ਡਿਸਿਪਲਿਨ ਯੂਰ ਚਾਈਲਡ। ਤੁਸੀਂ ਡਿਸਿਪਲਿਨ ਕਰਨਾ, ਜੇ ਇਹਨਾਂ ਨੇ ਕੋਈ ਮਿਸਬਿਹੇਵ ਕੀਤਾ ਅਸੀਂ ਤੁਹਾਨੂੰ ਦੱਸਾਂਗੇ, ਤੁਸੀਂ ਇਹਨਾਂ ਨਾਲ ਪਿਆਰ ਨਾਲ ਡੀਲ ਕਰਿਓ। ਅਸੀਂ ਨਹੀਂ ਇਹਨਾਂ ਨੂੰ ਝੜਕਾ ਮਾਰਨੀਆਂ, ਅਸੀਂ ਨਹੀਂ ਕਹਿਣਾ ਤੁਸੀਂ ਆਹ ਕਰੋ ਤੁਸੀਂ ਆਹ ਨਾ ਕਰੋ। ਓਕੇ, ਨੰਬਰ ਇੱਕ ਤਾਂ ਇਹ ਚੀਜ਼ ਤੁਸੀਂ ਕਾਇਮ ਕਰ ਲਓ ਕਿ ਝਿੜਕਾਂ ਸਿਰਫ ਮਾਪਿਆਂ ਮਾਰੂਗਾ, ਗ੍ਰੈਂਡ ਪੇਰੈਂਟਸ ਨਹੀਂ ਮਾਰਨਗੇ। ਹੁਣ ਕੁਐਸਚਨ ਹੈਗਾ ਕਿ ਜੇ ਮੇਰੇ ਕੋਲੇ ਬੱਚਾ 4 ਘੰਟੇ ਵਾਸਤੇ ਉਹ ਛੱਡ ਕੇ ਜਾਂਦੇ ਆ ਵੀ ਤੁਸੀਂ ਡੈਡ ਵੀ ਤੁਸੀਂ ਖੇਲ ਲਓ ਇਹਨਾਂ ਨਾਲ, ਉਹ ਜਿਹੜੇ 4 ਘੰਟੇ ਆ ਉਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਮੈਨੂੰ ਇੱਕ ਬਣਾ ਕੇ ਦੇ ਕੇ ਜਾਓ ਖਰੜਾ। ਕਦੋਂ ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ, ਠੀਕ ਹੈ ਜੀ, ਕਿੰਨਾ ਮੈਂ ਇਹਨਾਂ ਨੂੰ ਟੈਲੀਵਿਜ਼ਨ ਦੇਖਣਾ ਤੇ ਇਹਦਾ ਟੈਲੀਵਿਜ਼ਨ ਇਹ ਕਿਹੜਾ ਦੇਖਦੇ ਆ ਸ਼ੋਅ। ਕੱਲ ਨੂੰ ਮੈਨੂੰ ਕਹਿ ਦੇਣ ਵੀ ਮੈਂ ਮੂਵੀ ਲਾਣੀ ਆ ਤੇ ਮੈਂ ਲਾ ਦਾਂ ਤੇ ਤੁਸੀਂ ਕਹੋ ਇਹ ਮੂਵੀ ਤਾਂ ਇਹਨੂੰ ਦੇਖਣ ਨਹੀਂ ਦੇਣੀ। ਹਾਂਜੀ, ਰਾਈਟ। ਤਾਂ ਮੈਨੂੰ ਤਾਂ ਹੁਣ ਪਤਾ ਨਹੀਂਗਾ ਕਿਉਂਕਿ ਕਿੰਨੇ ਸਾਲ ਹੋ ਗਏ ਜਦੋਂ ਤੁਸੀਂ ਨਿੱਕੇ ਨਿੱਕੇ ਸੀ। ਹਾਂਜੀ, ਉਹ ਮੈਨੂੰ ਇੱਕ ਪਰਚੀ ਦੇ ਜਾਂਦੇ ਆ। ਅੱਛਾ ਜੀ, ਵੀ ਅੱਜ ਇਹਨੂੰ ਕੋਈ ਆਈਸਕ੍ਰੀਮ ਨਹੀਂ ਮਿਲਣੀ, ਇਹਨੇ ਲਿਸਨ ਨਹੀਂ ਕੀਤਾ ਤੇ ਇਹਨੂੰ ਆਈਸਕ੍ਰੀਮ ਨਹੀਂ ਦੇਣੀ। ਠੀਕ ਹੈ, ਓਕੇ, ਉਹ ਪਰਚੀ ਆਪਣੇ ਨਹੀਂ ਬਣਾਦੇ। ਅੱਛਾ ਜੀ,
ਆਪਾਂ ਨੂੰ ਹਰ ਰੋਜ਼ ਇੱਕ ਪਰਚੀ ਬਣਾ ਕੇ ਗ੍ਰੈਂਡ ਪੇਰੈਂਟਸ ਨੂੰ ਦੇਣੀ ਚਾਹੀਦੀ ਆ। ਬੱਚਿਆਂ ਨੂੰ ਵੀ ਬਿਠਾਉਣਾ ਚਾਹੀਦਾ ਵੀ ਆਹ ਦੇਖੋ ਅਸੀਂ ਆ ਗ੍ਰੈਂਡ ਪੇਰੈਂਟਸ ਨੂੰ ਦੇ ਕੇ ਚੱਲੇ ਆ, ਇਹਨੇ ਤੁਹਾਨੂੰ ਇੰਨੇ ਵਜੇ 11 ਤੋਂ ਲੈ ਕੇ 12 ਵਜੇ ਤੁਸੀਂ ਆਪਣਾ ਇਹ ਸ਼ੋਅ ਦੇਖ ਸਕਦੇ ਹੋ। ਆਹ ਸ਼ੋਅ ਅਸੀਂ ਲਿਖਿਆ ਹੋਇਆ, ਇਸ ਤੋਂ ਇਲਾਵਾ ਤੁਸੀਂ ਕੋਈ ਨਹੀਂ ਇਹਨਾਂ ਨੂੰ ਗ੍ਰੈਂਡ ਪੇਰੈਂਟਸ ਨੂੰ ਤੰਗ ਕਰ ਸਕਦੇ। ਆਪਣੇ ਇਹੋ ਜਿਹੀਆਂ ਨੈਗੋਸ਼ੀਏਸ਼ਨਸ ਨਹੀਂ ਹੁੰਦੀਆਂ। ਫਿਰ ਉਹ ਜਿਹੜੇ ਬਜ਼ੁਰਗ ਆ ਉਹ ਜਦੋਂ ਦੇਖਦੇ ਆ ਵੀ ਬੱਚੇ ਤਾਂ ਜੰਪ ਕਰੀ ਜਾਂਦੇ ਆ, ਸੱਟ ਲਵਾ ਲੈਣਗੇ, ਉਹ ਫਿਰ ਕਹਿੰਦੇ ਆ ਵੀ ਹੁਣ ਅਸੀਂ ਕਰੀਏ ਕੀ। ਉਹ ਕੀ ਕਰਦੇ ਆ, ਜਿਹੜਾ ਕੋਈ ਸ਼ੋਅ ਜਿਹਾ ਆਂਦਾ ਬੱਚਿਆਂ ਦਾ, ਕਾਰਟੂਨ ਆ ਗਏ, ਕਾਰਟੂਨ ਲਾਤਾ, ਫਲਾਨਾ ਆ ਕੇ ਫਲਾਨਾ ਲਾਤਾ, ਐਟਲੀਸਟ ਉਹ ਥੋੜਾ ਜਿਹਾ ਉਹ ਸੁੱਖ ਦਾ ਸਾਹ ਲੈਂਦੇ ਆ। ਕਿਉਂਕਿ ਜਦੋਂ ਬਜ਼ੁਰਗ ਹੋ ਜਾਂਦਾ ਬੰਦਾ ਥੱਕ ਵੀ ਛੇਤੀ ਜਾਂਦਾ, ਬੱਚਿਆਂ 'ਚ ਤਾਂ એનર્ਜੀ ਬਹੁਤ ਹੁੰਦੀ ਹੈ। ਸੋ ਕਹਿਣ ਤੋਂ ਮੇਰਾ ਭਾਵ ਆ ਕਿ ਆਪਣੀ ਕੋਈ ਵੀ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਆਪਣੀ ਪਲਾਨਿੰਗ ਤਾਂ ਕੋਈ ਹੈ ਨਹੀਂ ਕਿ ਵੀ ਬਜ਼ੁਰਗਾਂ ਨੂੰ ਕਿਵੇਂ ਅਸੀਂ ਟ੍ਰੇਨ ਕਰਨਾ, ਤੇ ਨਾ ਹੀ ਮਤਲਬ ਕਿ ਬੱਚਿਆਂ ਦੀ ਕੋਈ ਪਲਾਨਿੰਗ ਆ ਵੀ ਉਹਨਾਂ ਨੇ ਬਜ਼ੁਰਗਾਂ ਨਾਲ ਕਦੋਂ ਗੱਲ ਕਰਨੀ ਆ, ਕਿਵੇਂ ਕਰਨੀ ਆ। ਹੁਣ ਜਿਹੜਾ ਇੰਡੀਆ ਦਾ ਸੁਭਾਅ, ਸਾਡਾ ਸੁਭਾਅ ਹੈਗਾ ਖੁੱਲਾ, ਅਸੀਂ ਖੁੱਲ ਕੇ ਗੱਲ ਕਰਨੀ ਆ। ਇੱਥੋਂ ਦੇ ਬੱਚੇ ਕਹਿੰਦੇ ਆ ਵੀ ਪ੍ਰਸਾਈਸਲੀ ਦੱਸੋ ਗ੍ਰੈਂਡਪਾ ਕੀ ਆ, ਡੋਂਟ ਗਿਵ ਮੀ ਸਟੋਰੀਜ਼। ਇੰਡੀਆ ਦੇ ਵਿੱਚ ਸਾਰਾ ਕੁਝ ਸਟੋਰੀਜ਼ ਨਾਲ ਦੱਸਿਆ ਜਾਂਦਾ ਸੀ। ਇੱਥੇ ਉਹ ਪ੍ਰਸਾਈਸ ਚੀਜ਼ਾਂ ਭਾਲਦੇ ਆ। ਇਹਦਾ ਮਤਲਬ ਸਾਨੂੰ ਦੋਨੋਂ ਚੀਜ਼ਾਂ ਨੂੰ ਬੱਚੇ ਨੂੰ ਪਹਿਲਾਂ ਦੱਸਣਾ ਪਊਗਾ ਵੀ ਤੇਰਾ ਜਿਹੜਾ ਗ੍ਰੈਂਡਫਾਦਰ ਆ ਉਹ ਥੋੜਾ ਜਿਹਾ ਐਂ ਕਰਕੇ ਸਰਕੂਲਰ ਬੋਲਦਾ, ਤੇ ਡੋਂਟ ਮਾਈਂਡ ਇਟ, ਯੂ ਜਸਟ ਹੈਵ ਟੂ ਪੇ ਅਟੈਂਸ਼ਨ ਐਂਡ ਯੂ ਹੈਵ ਟੂ ਟੇਕ ਆਊਟ ਸਮ ਲਰਨਿੰਗ ਨਗਟਸ ਆਊਟ ਆਫ ਹਿਸ ਵਿਜ਼ਡਮ। ਇਹ ਤੈਨੂੰ ਕਰਨਾ। ਪਰ ਕਿੰਨੇ ਕੁ ਮਾਪੇ ਆ ਜਿਹੜੇ ਤੁਹਾਡੇ ਸੰਪਰਕ ਚ ਆਏ ਜਿਨ੍ਹਾਂ ਨੇ ਕਿਹਾ ਵੀ ਲੁੱਕ, your grandpa ਜਾਂ your grandma may not speak English, ਉਹ ਇੰਗਲਿਸ਼ ਨਹੀਂ ਬੋਲਦੇ, ਪਰ ਇਹਦਾ ਮਤਲਬ ਇਹ ਨਹੀਂ ਗਾ ਉਹ ਡੰਮ ਆ। ਸੋ ਯੂ ਬੈਟਰ ਰਿਸਪੈਕਟ, ਕਿਉਂਕਿ ਉਹਨਾਂ ਨੇ ਆਪਣੀ 80 ਸਾਲ ਦੀ ਜ਼ਿੰਦਗੀ ਇਸ ਪਲੈਨਟ ਤੇ ਨਿਭਾਈ ਆ। ਉਹਨਾਂ ਨੇ ਜ਼ਿੰਦਗੀਆਂ ਕੀਤੀਆਂ, ਤੇ ਤੂੰ ਸਟੋਰੀਆਂ ਸੁਣ ਉਹਨਾਂ ਤੋਂ ਕਿ ਜਦੋਂ 1947 ਵੇਲੇ ਪਾਕਿਸਤਾਨ ਬਣਿਆ ਉਦੋਂ ਇਹਨਾਂ ਨੇ ਕਿੰਨੀ ਮੁਸ਼ਕਲ 'ਚ ਮੁੜ ਕੇ ਆ ਕੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਆ। ਲਰਨ ਫਰਮ ਇਟ। ਤੇ ਤੂੰ ਇੱਥੇ ਆਪਣੀ ਪੇਪਰ ਪੈਨਸਲ ਲੈ ਤੇ ਸਟੋਰੀ ਲਿਖ, ਤੇ ਸਟੋਰੀ ਲਿਖ ਕੇ ਤੇ ਦੱਸ ਗ੍ਰੈਂਡਪਾ ਨੂੰ ਵੀ ਗ੍ਰੈਂਡਪਾ ਤੁਸੀਂ ਮੈਨੂੰ ਆ ਦੱਸਿਆ ਸੀ ਤੇ ਮੈਂ ਇਹਨੂੰ ਡਾਕੂਮੈਂਟ ਕੀਤਾ। ਆਪਾਂ ਕਿੰਨਾ ਵਧੀਆ ਉਹਨਾਂ ਦਾ ਇਹ ਇੰਟਰਐਕਸ਼ਨ ਬਣਾ ਸਕਦੇ ਹਾਂ, ਪ੍ਰੋਵਾਈਡਡ ਜੇ ਅਸੀਂ ਇਹ ਮੰਨਦੇ ਹਾਂ ਕਿ ਸਾਡੇ ਬਜ਼ੁਰਗਾਂ ਕੋਲੇ ਇਹ ਸਿਆਣਪ ਆ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਕੁਝ ਦੇਣ ਦੀ, ਤੇ ਮੇਰੇ ਹਿਸਾਬ ਨਾਲ ਉਹਨਾਂ ਕੋਲੇ ਬਹੁਤ ਜ਼ਿਆਦਾ ਸਿਆਣਪ ਆ। ਦੱਸਣ ਦੀ ਲੋੜ ਆ। ਔਰ ਜਿਵੇਂ ਤੁਸੀਂ ਗੱਲ ਕਰਦੇ ਹੋ, ਅਸੀਂ ਬਹੁਤ ਵਾਰੀ ਆਨਲਾਈਨ ਕਲਾਸਾਂ ਦੇ ਵਿੱਚ ਮੈਂ ਬੱਚਿਆਂ ਨੂੰ ਪੁੱਛ ਲੈਣਾ ਹੁੰਦਾ ਕਿ ਤੁਸੀਂ ਆਪਣੀ ਮੌਮ ਨੂੰ ਜੀ ਕਹਿ ਕੇ ਬੁਲਾਉਂਦੇ ਹੋ? ਉਹ ਕਹਿੰਦੇ ਹਾਂਜੀ ਅਸੀਂ ਜੀ ਕਹਿ ਕੇ ਬੁਲਾਉਂਦੇ ਹੋ। ਤੁਸੀਂ ਆਪਦੇ ਡੈਡ ਨੂੰ ਜੀ ਕਹਿ ਕੇ ਬੁਲਾਉਂਦੇ ਹੋ? ਨਹੀਂ, ਡੈਡ ਨੂੰ ਅਸੀਂ ਜੀ ਨਹੀਂ ਕਹਿੰਦੇ। ਉਸ ਦਿਨ ਉਹ ਸੋਚਦੇ ਆ ਵੀ ਡੈਡ ਨੂੰ ਕਿਉਂ ਨਹੀਂ ਜੀ ਕਹਿੰਦੇ, ਡੈਡ ਨੂੰ ਕੱਲਾ ਡੈਡਾ। ਹਾਂ ਐਗਜ਼ੈਕਟਲੀ। ਉਹ ਡੈਡਾ ਵੀ ਬਹੁਤ ਖੁਸ਼ ਆ ਵੀ ਮੈਨੂੰ ਪਿਆਰ ਨਾਲ ਡੈਡਾ ਕਹਿ ਰਿਹਾ। ਹਾਂ ਐਗਜ਼ੈਕਟਲੀ। ਯਾ ਪਰ ਉਹਦੇ ਕਨਸੀਕੁਐਂਸਸ ਬਾਅਦ ਚ ਪਤਾ ਲੱਗਣਗੇ। ਹਾਂਜੀ। ਇੱਕ ਮਤਲਬ ਜੀ ਹੋਰ ਸਵਾਲ ਹੈ ਮੇਰੇ ਦਿਮਾਗ 'ਚ ਆਇਆ ਵੀ ਜਿਵੇਂ ਆਪਣੇ ਪੇਰੈਂਟਸ 80-75 ਸਾਲ ਦੇ ਸੀ, ਆਪਾਂ 50 ਸਾਲ ਦੇ ਸੀ, ਸਟਿਲ ਵੀ ਆਪਾਂ ਨੂੰ ਆਪਦੇ ਮਾਪਿਆਂ ਦਾ ਡਰ ਸੀ ਜੀ, ਮਤਲਬ ਵੀ ਭੈ ਸੀ। ਜਾਣੀ ਕਿ ਆਪਾਂ ਕਹਿੰਦੇ ਸੀ ਵੀ ਸਾਡੇ ਪੇਰੈਂਟਸ ਨੂੰ ਅਜੇ ਵੀ ਇਹ ਗੱਲ ਦਾ ਪਤਾ ਨਾ ਲੱਗ ਜੇ ਜਿੱਥੋਂ ਸਾਨੂੰ ਦੁਰਫਟੇ ਮੂੰਹ ਮਿਲੇ, ਹਨਾ ਵੀ ਇਹ ਕੀ ਗੱਲ ਹੈ। ਜਿਹੜੇ ਇੱਥੋਂ ਦੇ ਬੱਚੇ ਆ ਮਤਲਬ ਵੀ ਇੱਕ ਉਹ ਸੋਸਾਇਟੀ ਦਾ ਕਰਕੇ ਆ ਜਾਂ ਕਲਚਰ ਦਾ ਕਰਕੇ ਜਾਂ ਫਿਰ ਉਹੀ ਟੈਕਨੋਲੋਜੀ ਆ ਗਈ ਵਿੱਚ ਉਹਦਾ ਕਰਕੇ ਹੈ ਵੀ ਇੱਥੋਂ ਦੇ ਬੱਚੇ ਆ ਮਤਲਬ ਸਾਡੇ ਵਰਗੇ ਕਿਉਂ ਨਹੀਂ ਗਏ। ਜਿਵੇਂ ਅਸੀਂ ਵੀ 50 ਸਾਲ ਦੇ ਹੋ ਗਏ, 55 ਸਾਲ ਦੇ ਹੋ ਗਏ, ਅਜੇ ਵੀ ਅਸੀਂ ਆਪਦੇ ਪੇਰੈਂਟਸ ਦਾ ਡਰ ਮੰਨਦੇ ਹਾਂ, ਭੈ ਮੰਨਦੇ ਆ। ਉਹਨਾਂ ਦਾ ਕਿਹਾ ਮੋੜਨ ਦਾ ਕੀ ਸੀ, ਮਤਲਬ ਵੀ ਉਹਨਾਂ ਤੋਂ ਸਾਨੂੰ ਫਿਰ ਵੀ ਇੱਥੇ ਬੈਠਣ ਨੂੰ ਵੀ ਡਰ ਲੱਗਦਾ ਸੀ। ਇਹ ਕਿਹੜੀ ਚੀਜ਼ ਆ ਜਿਹੜੀ ਮੇਰੇ ਇੱਥੋਂ ਦੇ ਬੱਚਿਆਂ ਦੇ ਵਿੱਚ ਉਹ ਚੀਜ਼ ਮਤਲਬ ਵੀ ਪਾਈ ਨਹੀਂ ਜਾ ਸਕਦੀ, ਜਾਂ ਉਹ ਪੈ ਨਹੀਂ ਰਹੀ, ਜਾਂ ਉਹ ਅੰਡਰਸਟੈਂਡ ਨਹੀਂ ਕਰਦੇ? ਕਿੱਥੇ ਘਾਟ ਹੈ ਮਤਲਬ ਵੀ ਸਾਡੇ ਵਿੱਚ ਜਿਹੜੀ ਅਸੀਂ ਬੱਚਿਆਂ 'ਚ ਉਹ ਮਾਦਾ ਨਹੀਂ ਪੈਦਾ ਕਰ ਸਕੇ ਉਹਨਾਂ ਦੇ ਅੰਦਰ ਜਿਹੜਾ ਸਾਡੇ ਅੰਦਰ ਸੀ ਜੀ? ਉਹਦਾ ਇਹ ਹੈਗਾ ਕਿ ਜਦੋਂ ਆਪਾਂ ਆਪਣੇ ਸੱਭਿਆਚਾਰ ਨੂੰ ਦੇਖਦੇ ਹਾਂ ਤੇ ਆਪਣੇ ਸੱਭਿਆਚਾਰ 'ਚ ਜਿਹੜੀ ਰਿਸਪੈਕਟ ਆ ਨਾ ਉਹ ਡਿਫਰੈਂਟਲੀ ਡਿਫਾਈਨਡ, ਉਹਦੀ ਪਰਿਭਾਸ਼ਾ ਡਿਫਰੈਂਟ ਆ। ਪਰ ਰਿਸਪੈਕਟ ਦੀ ਆਪਣੇ ਟੀਚਰ ਦਾ ਨਾਂ ਨਹੀਂ ਸੀ ਲੈਂਦੇ, ਆਪਣੇ ਸਰ ਕਹਿੰਦੇ ਸੀ ਜਾਂ ਮੈਡਮ ਕਹਿੰਦੇ ਸੀ। ਆਪਾਂ ਇੱਥੇ ਤੁਸੀਂ ਟੀਚਰ ਦਾ ਨਾਂ ਲੈਣਾ, ਕੋਈ ਸਰ ਸੁਰ ਨਹੀਂ ਕਹਿਣਾ। ਓਕੇ, ਉੱਥੇ ਤੁਸੀਂ ਜੇ ਟੀਚਰ ਆਂਦਾ ਹੋਵੇ ਤੁਸੀਂ ਦਰਵਾਜ਼ਾ ਖੋਲ ਕੇ ਖੜ ਕੇ ਫੜਨਾ, ਤੇ ਤੁਸੀਂ ਇੱਥੇ ਤਾਂ ਕੋਈ ਵੀ ਦਰਵਾਜ਼ਾ ਨਹੀਂ ਫੜਦਾ ਟੀਚਰ ਵਾਸਤੇ। ਇਹਦਾ ਮਤਲਬ ਜਿਹੜੀ ਰਿਸਪੈਕਟ ਆ ਉਹ ਇਹਨਾਂ ਕੰਟਰੀਜ਼ ਦੇ ਵਿੱਚ ਡਿਫਰੈਂਟਲੀ ਡਿਫਾਈਨ ਕਰਤੀ ਇਹਨਾਂ ਨੇ। ਬਿਲਕੁਲ ਉਹੀ ਮੈਂ ਕਹਿ ਰਿਹਾ ਕਿ ਕਿੱਥੇ ਫਰਕ ਹੈਗਾ ਇਹ ਕਿ ਜਦੋਂ ਅਸੀਂ ਤਾਂ ਚਾਚਾ, ਤਾਇਆ, ਮਾਮਾ, ਫੁੱਫੜ, ਭੂਆ ਕਹਿੰਦੇ ਸੀ, ਇੱਥੇ ਜਵਾਕ ਨਾਂ ਲੈਂਦੇ ਆ, ਰਾਜ ਅੰਕਲ, ਬਲਦੇਵ ਅੰਕਲ, ਫਲਾਨੀ ਆਂਟੀ, ਨਾ ਪਹਿਲਾਂ ਲੈਣਗੇ ਫਿਰ ਬੋਲਦੇ, ਹਨਾ ਵੀ ਇਹ ਕੀ ਸਾਡਾ ਫਰਜ਼ ਨਹੀਂ ਬਣਦਾ? ਮਤਲਬ ਬੱਚਿਆਂ ਨੂੰ ਕਹਿੰਦੇ ਵੀ ਨਾਂ ਲੈ ਕੇ ਨਹੀਂ ਆਂਟੀ ਅੰਕਲ ਕਿਹਾ ਜਾਂਦਾ। ਮਤਲਬ ਕਿਤੇ ਨਾ ਕਿਤੇ ਗੈਪ ਜ਼ਰੂਰ ਹੈਗਾ ਕਿ ਜਿਹੜਾ ਸਾਡੇ ਵੇਲੇ ਅੱਜ ਤੋਂ 50-60 ਸਾਲ ਪਹਿਲਾਂ ਜਿਹੜੇ ਜਿਸ ਤਰੀਕੇ ਨਾਲ ਅਸੀਂ ਆਪਦੇ ਪੇਰੈਂਟਸ ਨੂੰ ਵਤੀਰਾ ਕਰਦੇ ਸੀ, ਇੱਥੋਂ ਦੇ ਬੱਚਿਆਂ ਦਾ ਵਤੀਰਾ ਕਿਉਂ ਵੱਖਰਾ ਹੈ? ਮੇਰਾ ਕੁਐਸਚਨ ਇਹ ਸੀ। ਸੋ
ਇਹਨੂੰ ਆਪਾਂ ਦੋ ਤਰੀਕੇ ਨਾਲ ਰਾਜ ਦੇਖ ਸਕਦੇ ਹਾਂ। ਇੱਕ ਤਾਂ ਇਹ ਹੈਗਾ ਕਿ ਕੀ ਆਪਾਂ ਰੂਬਰੂ ਜਿਸ ਹਿਸਾਬ ਨਾਲ ਆਪਾਂ ਪਰਵਰਿਸ਼ ਹੋਈ ਆ ਉਸ ਹਿਸਾਬ ਨਾਲ ਆਪਾਂ ਇੱਥੇ ਕੈਨੇਡਾ 'ਚ ਬੱਚੇ ਪਾਲ ਲਾਂਗੇ, ਨਹੀਂ ਉਸ ਤਰ੍ਹਾਂ ਨਹੀਂ ਹੋਣੀ। ਪਰ ਜਿਹੜਾ ਮੇਨ ਕੰਸਰਨ ਆ ਤੁਹਾਡੇ ਕੁਐਸਚਨ ਦੇ ਵਿੱਚ ਉਹ ਹੈਗਾ ਕਿ ਕੀ ਅਸੀਂ ਇੱਜ਼ਤ ਬਰਕਰਾਰ ਰੱਖ ਸਕਦੇ ਹਾਂ ਐਲਡਰਸ ਦੀ ਆਪਣੀ ਕਮਿਊਨਿਟੀ 'ਚ, ਨੰਬਰ 1, ਤੇ ਕੀ ਅਸੀਂ ਰਿਸਪੈਕਟ ਬਰਕਰਾਰ ਰੱਖ ਸਕਦੇ ਹਾਂ ਆਪਣੀ ਕਮਿਊਨਿਟੀ 'ਚ ਬੱਚਿਆਂ ਦੇ ਵਿੱਚ। ਇਹ ਜਿਹੜੀਆਂ ਦੋ ਕ੍ਰਿਟੀਕਲ ਜਿਹੜੇ ਫੈਕਟਰਸ ਆ ਇਹਨਾਂ ਦੇ ਉੱਤੇ ਆਪਣੀ ਕਮਿਊਨਿਟੀ ਦੇ ਵਿੱਚ ਕੰਮ ਨਹੀਂ ਹੋਇਆ ਤੇ ਨਾ ਹੀ ਕੋਈ ਆਪਾਂ ਨੇ ਕਾਨਫਰੰਸਿਸ ਜਾਂ ਵਰਕਸ਼ਾਪਸ ਕੀਤੀਆਂ ਕਿ ਆਪਣੀ ਕਮਿਊਨਿਟੀ ਦੇ ਵਿੱਚ ਰਿਸਪੈਕਟ ਤੇ ਇੱਜ਼ਤ ਦੀ ਨਵੀਂ ਪਰਿਭਾਸ਼ਾ ਕਿਹੋ ਜੀ ਹੋਵੇ ਜਿਹੜੇ ਆਪਣੇ ਸੱਭਿਆਚਾਰ ਨੂੰ, ਆਪਣੇ ਧਰਮ ਨੂੰ ਤੇ ਆਪਣੀ ਜਿਹੜੀ ਕੈਰੈਕਟਰ ਬਿਲਡਿੰਗ ਆ, ਜਿਹੜੀ ਇਨਸਾਨੀਅਤ ਆ, ਉਸ ਨੂੰ ਜਿਹੜੀ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਆ ਉਹਦੇ ਤੇ ਇਹ ਪੂਰੀ ਉਤਰੇ, ਉਹਦੇ 'ਚ ਆਪਣੀ ਘਾਟ ਰਹੇਗੀ। ਬਿਲਕੁਲ ਤੁਹਾਡਾ ਕਹਿਣ ਦਾ ਮਤਲਬ ਵੀ ਇਸ ਗੱਲ ਵੱਲ ਭਾਵੇਂ ਆਪਣੀ ਕਮਿਊਨਿਟੀ ਨੂੰ ਇੱਥੇ 100 ਸਾਲ ਹੋ ਚੱਲਿਆ ਵੈਨਕੂਵਰ ਦੇ ਇਲਾਕੇ 'ਚ, ਇੱਥੇ ਬਿਨੀਪੈਗ ਦੀ 60-70 ਸਾਲ ਪੁਰਾਣੀ ਕਮਿਊਨਿਟੀ ਹੈਗੀ। ਮੇਰਾ ਵੀ ਕਿਸੇ ਵੀ ਸੰਸਥਾ ਦਾ ਕਿਸੇ ਵੀ ਅਦਾਰੇ ਦਾ ਇਸ ਗੱਲ ਵੱਲ ਖਿਆਲ ਨਹੀਂ, ਕੋਈ ਕਾਨਫਰੰਸ ਕੀਤੀ ਜਾਵੇ ਜਾਂ ਕੋਈ ਇਸ ਤਰੀਕੇ ਦੀ ਮਤਲਬ ਕੋਈ ਸਭਾ ਬਣਾਈ ਜਾਵੇ ਜਿਹਦੇ ਨਾਲ ਮਤਲਬ ਬੱਚਿਆਂ ਨੂੰ ਸਾਨੂੰ ਇਹ ਦੱਸਿਆ ਜਾਵੇ ਕਿ ਮਤਲਬ ਵੀ ਸਾਡਾ ਜਿਹੜਾ ਪਿਛੋਕੜ ਹੈ, ਸਾਡਾ ਜਿਹੜਾ ਕਲਚਰ ਹੈ, ਜਿਹੜਾ ਸਾਡਾ ਸੱਭਿਆਚਾਰ ਹੈ, ਜਿਹੜਾ ਸਾਡਾ ਸਮਾਜ ਹੈ, ਉਹ ਇਸ ਵੈਸਟਰਨ ਸਮਾਜ ਨਾਲੋਂ ਟੋਟਲੀ ਵੱਖਰਾ ਹੈ। ਵੀ ਇਹਦੇ ਵਿੱਚ ਹੁਣ ਦੇਖਿਆ ਵੀ ਵੈਨਕੂਵਰ BC 'ਚ 100 ਸਾਲ ਤੋਂ ਉੱਤੇ ਦੇ ਬੰਦੇ ਆਏ ਵੀ ਹੈ। ਜਿਵੇਂ ਲੋਕ ਡਰਦੇ ਸੀ ਵੀ ਸਾਡੀ ਜੀ ਪੰਜਾਬੀ ਬੋਲੀ ਖਤਮ ਹੋ ਜੂਗੀ, ਸਾਡਾ ਤਾਂ ਮਤਲਬ ਜਿਹੜਾ ਧਰਮ ਹੀ ਖਤਮ ਹੋ ਜਾਊਗਾ, ਸਾਡਾ ਤਾਂ ਜੀ ਸੱਭਿਆਚਾਰ ਖਤਮ ਹੋ ਜਾਊਗਾ। ਪਰ ਇਹ ਗੱਲ ਨਹੀਂ, ਨਾ ਕੋਈ ਧਰਮ ਖਤਮ ਹੋਵੇ, ਨਾ ਬੋਲੀ ਖਤਮ ਹੋਵੇ, ਨਾ ਕੋਈ ਸੱਭਿਆਚਾਰ ਖਤਮ ਹੋਵੇ, ਪਰ ਹੈ ਕਿ ਉਸ ਨੂੰ ਪ੍ਰੋਪਰ ਤਰੀਕੇ ਨਾਲ ਪ੍ਰਚਾਰਿਆ ਨਹੀਂ ਜਾਂਦਾ। ਜੇ ਉਹਨੂੰ ਪ੍ਰੋਪਰ ਤਰੀਕੇ ਨਾਲ ਪ੍ਰਚਾਰਿਆ ਜਾਵੇ, ਇਹ ਦੱਸਿਆ ਜਾਵੇ, ਮਤਲਬ ਬੱਚਿਆਂ ਨੂੰ ਦੱਸਿਆ ਜਾਵੇ ਕਿ ਮਤਲਬ ਵੀ ਨਾਨਾ ਕੀ ਹੁੰਦਾ, ਦਾਦਾ ਕੀ ਹੁੰਦਾ, ਇਸੇ ਤਾਂ ਇੱਕੋ ਹੀ ਹੈ, ਜਾਂ ਮਤਲਬ ਵੀ ਅੰਕਲ ਹੈ, ਚਾਹੇ ਉਹ ਤਾਇਆ ਚਾਹੇ ਚਾਚਾ, ਮਤਲਬ ਉਹ ਰਿਸ਼ਤੇਦਾਰ ਨਹੀਂ ਪਤਾ। ਜੇ ਉਹ ਰਿਸ਼ਤੇਦਾਰ ਨਹੀਂ ਪਤਾ ਫਿਰ ਜਾ ਕਰਕੇ ਉਦੋਂ ਕਰਕੇ ਜਦੋਂ ਰਿਸ਼ਤਿਆਂ ਦਾ ਨਹੀਂ ਪਤਾ ਬੱਚੇ ਨੂੰ, ਤੇ ਉਹ ਫਿਰ ਰਿਸਪੈਕਟ ਵੀ ਉਹਦੇ ਵਿੱਚ ਅੰਦਰੋਂ ਉਸੇ ਤਰੀਕੇ ਨਾਲ ਮਰ ਜਾਂਦੀ ਹੈ। ਮਾਨ ਸਾਹਿਬ, ਇਸੇ ਗੱਲ ਦੇ ਲਈ ਆਪਾਂ ਚਲੋ ਇਹ ਨਹੀਂ ਕੋਈ ਆਪਾਂ ਮਸ਼ਹੂਰੀ ਕਰਕੇ ਕਹਿੰਦੇ ਆ, ਆਪਾਂ ਬਹੁਤ ਸਾਰੇ ਇਹੋ ਜਿਹੇ ਸੈਮੀਨਾਰ ਇਹਨਾਂ ਕਲਾਸਾਂ ਦੇ ਵਿੱਚ ਲਾਉਣੇ ਆ। ਮੋਟਾ ਸਾਹਿਬ ਨੂੰ ਪਤਾ ਹੈਗਾ, ਸਾਡੀ ਗੱਲਬਾਤ ਹੋਈ ਆ ਪੰਜਾਬੀ ਆਨਲਾਈਨ ਕਲਾਸਾਂ ਦੇ ਵਿੱਚ ਅੰਕਲ ਦੀ ਬਜਾਏ ਚਾਚੇ ਤਾਏ ਮਾਮੇ ਭੂਆ ਕੌਣ ਹੁੰਦੇ ਨੇ, ਔਰ ਕਿਉਂ ਮਾਮੇ ਨੂੰ 2 ਵਾਰ ਮਾਂ ਲੱਗਦੀ ਆ, ਕੀ ਮਾਮੇ ਦਾ ਰੁਤਬਾ, ਕੀ ਚਾਚੇ ਦਾ ਰੁਤਬਾ। ਸੋ ਉਹ ਸਭ ਕੁਝ ਅਸੀਂ ਕਲਾਸਾਂ ਦੇ ਵਿੱਚ ਸਿਖਾਉਣੇ ਆ, ਕਲਚਰਲ, ਮੋਰਲ, ਐਥਿਕਸ, ਸਭ ਕੁਝ A to Z। ਔਰ ਉਹ ਵੀ ਬੱਚਿਆਂ ਨੂੰ ਐਨੀਮੇਸ਼ਨ ਦੇ ਰੂਪ ਦੇ ਵਿੱਚ ਅਸੀਂ ਸਟੋਰੀਆਂ ਦੇ ਨਾਲ ਸਮਝਾਉਣੇ ਆ। ਜਿਹੜੇ ਸਾਡੇ ਸਟੂਡੈਂਟਸ ਨੇ ਉਹਨਾਂ ਨੂੰ ਪਤਾ, ਉਹਨਾਂ ਨੂੰ ਅਸੀਂ ਸਟੋਰੀਆਂ ਦਿਖਾਉਣੇ ਆ ਤੇ ਫਿਰ ਸਟੋਰੀ ਦੇ ਵਿੱਚੋਂ ਮੈਸੇਜ ਦੱਸਦੇ ਆ, ਆਹ ਗੱਲ ਦਾ ਆਹ ਮੈਸੇਜ ਆ। ਪ੍ਰੋਪਰ ਤਰੀਕਾ ਹੈ, ਪ੍ਰੋਪਰ ਤਰੀਕਾ, ਇਹ ਪ੍ਰੋਪਰ ਤਰੀਕਾ ਕਿ ਮਤਲਬ ਵੀ ਬੱਚੇ ਨੂੰ ਛੋਟੀ ਉਮਰ ਤੋਂ ਲੈ ਕੇ ਪਤਾ ਹੋਵੇ ਕਿ ਜਿਹੜਾ ਸਾਡਾ ਸੱਭਿਆਚਾਰ ਹੈ, ਸਾਡਾ ਮਤਲਬ ਕਲਚਰ ਹੈ, ਕੀ ਆ ਉਹ ਵੀ ਹੈ ਕੀ ਹੋ। ਬਿਲਕੁਲ ਜੀ। ਔਰ ਜਿਹੜੀ ਉਧਰਲੇ ਪਾਸੇ ਆਪਾਂ ਮੋਟਾ ਸਾਹਿਬ ਦਾ ਅੱਜ ਲਾਹਾ ਲਈਏ ਔਰ ਉਹਨਾਂ ਦੇ ਨਾਲ ਵੀ ਜਿਹੜੀ ਹੈਗੀ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਦੇ ਆ। ਇੱਕ ਛੋਟੀ ਜੀ ਸੋ ਸਟੂਡੀਓ ਦੇ ਵਿੱਚ ਰਾਜਮਾਨ ਸਾਹਿਬ ਤੇ ਬਲਦੇਵ ਮੁੱਟਾ ਜੀ ਸਾਡੇ ਨਾਲ ਹਾਜ਼ਰ ਨੇ। ਬੁੱਧਵਾਰ ਦਾ ਅੱਜ ਦਾ ਪ੍ਰੋਗਰਾਮ ਆ ਤੇ ਮੁੱਟਾ ਸਾਹਿਬ ਇੱਕ ਵਾਰ ਤੁਹਾਡਾ ਫਿਰ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਤੇ ਆਪਾਂ ਉਹ ਗੱਲ ਆਪਣੀ ਵਿੱਚ ਰਹਿ ਗਈ ਸੀਗੀ ਜੀ, ਉਹ ਪਲੀਜ਼ ਕੰਪਲੀਟ ਕਰ ਲਈਏ ਆਪਾਂ। ਬਜ਼ੁਰਗਾਂ ਵਾਲੀ ਗੱਲ ਦੇ ਉੱਤੇ ਫਿਰ ਆਪਣੇ ਵਿੱਚ ਹੋਰ ਗੱਲਾਂ ਛਿੜ ਪਈਆਂ। ਸੋ ਕੀ ਕਾਰਨ ਬਣ ਜਾਂਦਾ ਹੈਗਾ ਉੱਥੇ, ਕਿਉਂ ਉਹਨਾਂ ਨੂੰ ਭੁੱਖੇ ਰਹਿਣਾ ਪੈ ਰਿਹਾ ਹੈਗਾ? ਸੋ ਜਿਹੜੀ ਇਹਦੇ ਪਿਛੋਕੜ 'ਚ ਜਿਹੜੀ ਰਿਸਰਚ ਅਸੀਂ ਕੀਤੀ ਆ ਉਹਦੇ 'ਚ ਪ੍ਰਡੋਮੀਨੈਂਟਲੀ ਇਹ ਆ ਕਿ ਕਿਹੜੇ ਮੁੰਡੇ ਨੇ ਤੇ ਜਾਂ ਕਿਹੜੀ ਕੁੜੀ ਨੇ ਉਹਨਾਂ ਦੀ ਪੈਨਸ਼ਨ ਨੂੰ ਰੱਖਣਾ ਆਪਣੇ ਕੋਲੇ। ਤੇ ਇਹ ਇੱਕ ਕਾਰਨ, ਇਹ ਇੱਕ ਜਿਹੜੀ ਪੈਸਿਆਂ ਦੀ ਆ ਉਹ ਇੱਕ ਕਾਰਨ ਆ, ਜਿਹੜੀ ਉਹਨਾਂ ਦੀ ਪਿੱਛੇ ਜਾਇਦਾਦ ਆ ਉਹ ਦੂਜਾ ਕਾਰਨ ਆ। ਉਹ ਡਿਪੈਂਡ ਕਰਦਾ ਵੀ ਕਿਹੜੇ ਮੁੰਡੇ ਨੂੰ। ਕਈ ਵਾਰੀ ਬਜ਼ੁਰਗ ਇਹ ਸੋਚਦੇ ਆ ਵੀ ਤੁਸੀਂ 3 ਮੁੰਡੇ ਕੈਨੇਡਾ 'ਚ ਵੈਲ ਸੈਟਲਡ ਹੋ, ਇੱਕ ਮੁੰਡਾ ਉੱਥੇ ਪੰਜਾਬ 'ਚ ਰਹਿ ਗਿਆ, ਉਹ ਵਿਚਾਰਾ ਗਰੀਬ ਆ ਤੇ ਉਹਨੂੰ ਥੋੜੀ ਜਿਹੀ ਜ਼ਿਆਦਾ ਅਸੀਂ ਜ਼ਮੀਨ ਦੇ ਦਾਂਗੇ ਜਾਂ ਜਿਹੜੀ ਵੀ ਉਹਨਾਂ ਦੀ ਪ੍ਰਾਪਰਟੀ ਆ ਤੇ ਤੁਸੀਂ ਥੋੜੀ ਲੈ ਲਓ, ਤੇ ਉਹਦੇ ਪਿੱਛੇ ਬਹੁਤ ਜ਼ਿਆਦਾ ਘਰ 'ਚ ਕਲੇਸ਼ ਹੁੰਦਾ। ਤੇ ਉਹਦੇ ਕਰਕੇ ਇਹ ਇੱਕ ਪੈਨਸ਼ਨ ਦੀ ਪੈਸੇ, ਉਹਦੇ ਵਿੱਚ ਵੀ ਪੈਸਿਆਂ ਦਾ ਰੌਲਾ ਤੇ ਜ਼ਮੀਨ ਦਾ ਵੀ ਪੈਸਿਆਂ ਨਾਲ ਡਾਇਰੈਕਟ ਸੰਬੰਧ ਆ, ਉਹਦਾ ਵੀ ਉਹਦੇ 'ਚ ਰੌਲਾ। ਤੇ ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜੇ ਪਰਿਵਾਰ ਆ ਉਹ ਟੁੱਟਦੇ ਦੇਖੇ ਆ ਮੈਂ। ਤੇ ਉਹਦੇ ਵਿੱਚ ਉਹ ਫਿਰ ਕਹਿ ਦਿੰਦੇ ਚੰਗਾ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੇ ਜਾਓ ਭੱਜੋ ਇੱਥੋਂ। ਅੱਛਾ। ਤੇ ਉਹ ਫਿਰ ਉਹਨਾਂ ਨੂੰ ਘਰੋਂ ਕੱਢ ਦਿੰਦੇ ਆ। ਤੇ ਫਿਰ ਉਹ ਕਈ ਵਾਰੀ ਤਾਂ ਮਤਲਬ ਕਿ ਬਜ਼ੁਰਗ ਦੋਨੋਂ ਹਸਬੈਂਡ ਵਾਈਫ ਸਾਡੇ, ਉਹਨਾਂ ਨੂੰ ਪਤਾ ਵੀ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦਾ ਆਫਿਸ ਕਿੱਥੇ ਆ, ਬਿਲਕੁਲ ਮਾਲਟਨ ਗੁਰੂ ਘਰ ਦੇ ਬਿਲਕੁਲ ਨਾਲ ਵਾਲੇ ਪਲਾਜ਼ੇ 'ਚ ਆ, ਜਾਨੀ ਬਿਲਕੁਲ ਲੱਗ ਗਈ ਆ। ਬਿਲਕੁਲ ਉਹ ਪਹਿਲਾਂ ਗੁਰਦੁਆਰੇ ਬੈਠੇ ਰਹਿੰਦੇ, ਜਦੋਂ ਸਾਡਾ ਉਹ ਖੁੱਲ ਜਾਂਦਾ ਉੱਥੇ ਆ ਕੇ ਉਹ ਕਹਿ ਦਿੰਦੇ ਆ। ਤੇ ਫਿਰ ਸਾਨੂੰ ਮਹਾਰਾਜਾ ਪਲਾਜ਼ਾ, ਕੀ ਨਾਮ ਆ ਉਹ ਪਲਾਜ਼ਾ? ਹਾਂਜੀ, ਉਹ ਮਹਾਰਾਜਾ ਰਣਜੀਤ ਸਿੰਘ। ਹਾਂ, ਮਹਾਰਾਜਾ ਰਣਜੀਤ ਸਿੰਘ, ਠੀਕ ਹੈ ਜੀ। ਹਾਂਜੀ। ਸੋ ਉਹ ਉੱਥੇ ਜਦੋਂ ਹੁਣ ਆਪਾਂ ਇਹੋ ਜਿਹੀਆਂ ਚੀਜ਼ਾਂ ਦੇਖਦੇ ਹਾਂ ਕਿ ਇੱਕ ਆਪਾਂ ਹੁਣ
ਇੰਡੀਆ ਦੇ ਵਿੱਚ ਥੋੜਾ ਜਿਹਾ ਹਜੇ ਪਿੰਡਾਂ 'ਚ ਫੇਰ ਵੀ ਹੈਗਾ ਥੋੜਾ ਬਹੁਤਾ ਕਿ ਆਪਾਂ ਕਿਸੇ ਤਰੀਕੇ ਨਾਲ ਪੰਚਾਇਤ ਸੱਦ ਕੇ ਰਿਸ਼ਤੇਦਾਰ ਸੱਦ ਕੇ ਕੁਝ ਥੋੜਾ ਬਹੁਤਾ ਰਾਜੀਨਾਮਾ ਜਿਹਾ ਕਰਾ ਲੈਂਦੇ ਆ, ਲੇਕਿਨ ਇੱਥੇ ਉਹ ਕੰਮ ਵੀ ਹੈ ਨਹੀਂਗਾ। ਉਹ ਹੁਣ ਬਿਲਕੁਲ ਜਾਣੀ ਟੋਟਲੀ ਡਿਸਇੰਟੀਗ੍ਰੇਟ ਆ। ਸੋ ਮੈਜੋਰਿਟੀ ਆਫ ਜਿਹੜੇ ਸੀਨੀਅਰਸ ਆ ਇਹਨਾਂ ਦੀ ਪਰਿਵਾਰਾਂ ਨਾਲ ਕਿਸੇ ਰੀਜ਼ਨ ਕਰਕੇ ਨਹੀਂ ਬਣਦੀ, ਕਿਉਂਕਿ ਇਹਨਾਂ ਦੀ ਬਣਦੀ ਨਹੀਂ ਗੀ। ਇਸ ਕਰਕੇ ਫਿਰ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਹੋਰ ਦੇਖਣ ਵਾਲਾ ਵੀ ਹੈ ਨਹੀਂਗਾ। ਉਮਰ ਵੀ ਸਿਆਣੀ ਹੋ ਗਈ ਹੁਣ। 90 ਸਾਲ ਦਾ ਬਜ਼ੁਰਗ ਕਿਵੇਂ ਰੋਟੀ ਬਣਾਊਗਾ, ਕਿੱਥੋਂ ਉਹ ਆਟਾ ਦੀ ਬੋਰੀ ਚੱਕ ਕੇ ਲਿਆਊਗਾ, ਕਿਵੇਂ ਉਹ ਕਰੂਗਾ, ਰਾਈਟ। ਸੋ ਇਹ ਪੋਸੀਬਲ ਨਹੀਂਗਾ। ਸੋ ਆ ਜਿਹੜੀਆਂ ਕੈਨੇਡਾ ਦੀਆਂ ਇਹ ਜਿਹੜੀਆਂ ਯੂਨੀਕ ਕਿਸਮ ਦੀਆਂ ਪ੍ਰੋਬਲਮਸ ਆ ਬਜ਼ੁਰਗਾਂ ਦੀਆਂ, ਇਹ ਆਪਣੇ ਕੋਲੇ ਹੋਰ ਕੋਈ ਨਹੀਂਗਾ ਹੱਲ ਐਕਸੈਪਟ ਕਿ ਅਸੀਂ ਉਹਨਾਂ ਨੂੰ ਰੋਟੀ ਦਈਏ ਤੇ ਉਹਨਾਂ ਦੇ ਜਿਹੜੇ ਅਖੀਰਲੇ ਦਿਨ ਆ ਉਹ ਇਸ ਤਰੀਕੇ ਨਾਲ ਨਿਕਲਣ। ਇੱਕ ਗੱਲ ਮਹਾਰਾਜ ਭਾਗ ਲਾਵੇ ਇਸ ਸੋਚ ਨੂੰ। ਔਰ ਮੈਂ ਤੇ ਮੇਰਾ ਇੱਕ ਦੋਸਤ ਆ, ਉਹ ਇੰਡੀਆ ਮੂਵ ਹੋ ਗਿਆ ਗਾ। ਅਸੀਂ ਹਮੇਸ਼ਾ ਇਹ ਗੱਲ ਕਰਦੇ ਹੁੰਦੇ ਹਾਂ, ਜੇ ਅੱਜ ਮੈਂ ਰੇਡੀਓ ਦੇ ਉੱਤੇ ਗੱਲ ਇਹ ਬੋਲ ਦਿੱਤੀ ਤਾਂ ਮੈਨੂੰ ਲੱਗਦਾ ਸਾਡੇ ਦੀ ਵੀ ਜ਼ਿੰਮੇਵਾਰੀ ਹੋਰ ਵੱਧ ਜੂਗੀ ਔਰ ਕੋਸ਼ਿਸ਼ ਵੱਧ ਜੂਗੀ। ਇੱਕ ਬਹੁਤ ਹੀ ਬਿਹਾਈਂਡ ਦਾ ਸੀਨ, ਬਹੁਤ ਹੀ ਪਿੱਛੇ ਇੱਕ ਸਾਡੀ ਸੋਚ ਦੇ ਵਿੱਚ ਇੱਕ ਇਹ ਪਲੈਨਿੰਗ ਆ। ਮੋਟਾ ਸਾਹਿਬ ਤੁਹਾਡੇ ਵੱਲੋਂ ਵੀ ਤੁਸੀਂ ਸਾਨੂੰ ਸਲਾਹ ਦਿਓ ਵੀ ਇਹ ਕਿਵੇਂ ਪੋਸੀਬਲ ਹੋ ਸਕਦੀ ਆ। ਪ੍ਰੋਗਰਾਮ ਤੋਂ ਬਾਅਦ ਵੀ ਆਪਾਂ ਗੱਲਬਾਤ ਕਰਾਂਗੇ। ਅਸੀਂ ਉਹਦੇ ਨਾਲ ਸੋਚਦੇ ਸੀ ਉੱਥੋਂ ਦੇ ਇੱਕ 2-3 ਸਾਡੇ ਦੋਸਤ ਹੈਗੇ ਨੇ ਜਿਹੜੇ ਡਾਕਟਰ ਨੇ, ਵੱਡੇ ਵੱਡੇ ਲੈਵਲਾਂ ਤੇ ਨੇ, ਔਰ ਉਹ ਵੀ ਸਾਡੇ ਨਾਲ ਉਹਨਾਂ ਨੇ ਹਾਂ ਸਾਨੂੰ ਕੀਤੀ ਆ ਕਿ ਅਸੀਂ ਵੀ ਤੁਹਾਡੇ ਨਾਲ ਹੈਲਪ ਕਰਾਂਗੇ। ਜਿੰਨੇ ਵੀ ਇਹ ਇਕੱਲੇ ਕੈਨੇਡਾ ਲਈ ਨਹੀਂ, ਜਿੰਨੇ ਵੀ ਦੁਨੀਆ ਭਰ ਦੇ ਵਿੱਚ ਬਜ਼ੁਰਗ ਨੇ ਜਿਨ੍ਹਾਂ ਨੂੰ ਉਹਨਾਂ ਦੇ ਬੱਚੇ ਇਹਨਾਂ ਬਾਹਰਲੇ ਦੇਸ਼ਾਂ ਦੇ ਕਲਚਰ ਦੇ ਮੁਤਾਬਕ ਘਰੋਂ ਕੱਢ ਦਿੰਦੇ ਨੇ, ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਇੰਡੀਆ ਦੇ ਵਿੱਚ ਇੱਕ ਐਸੀ ਪੋਜੀਸ਼ਨ, ਐਸੀ ਇੱਕ ਬਿਲਡਿੰਗ, ਐਸੀ ਇੱਕ ਸੰਸਥਾ ਜਿੱਥੇ ਸਭ ਪਾਰਕ ਹੋਵੇ, ਜਿੱਥੇ ਉਹਨਾਂ ਨੂੰ ਸਬਜ਼ੀ ਪਾਣੀ ਘਰ ਦਾ ਬੀਜਾ ਹੋਵੇ, ਉਹਨਾਂ ਦਾ ਟਾਈਮ ਪਾਸ ਹੋਵੇ, ਇੱਕ ਤਰੀਕੇ ਦੀ ਸੱਥ ਬਣਾਈਏ ਜਿੱਥੇ ਤਰ੍ਹਾਂ ਦੇ ਏਰੀਆਜ਼ ਤੋਂ ਬਜ਼ੁਰਗ ਆ ਕੇ ਰਹਿ ਸਕਣ। ਇੱਕ ਪਤਾ ਨਹੀਂ ਉਸ ਗੱਲ ਨੂੰ ਬੂਰ ਕਦੋਂ ਲੱਗੂਗਾ, 2 ਸਾਲਾਂ ਨੂੰ ਲੱਗੂਗਾ, 5 ਸਾਲਾਂ ਨੂੰ ਲੱਗੂਗਾ, ਪਰ ਇੱਕ ਬਿਹਾਈਂਡ ਦਾ ਸੀਨ ਸਾਡੇ ਕੋਲ ਇੱਕ ਇਹ ਸੋਚ ਜ਼ਰੂਰ ਹੈਗੀ ਆ ਵੀ ਕਦੇ ਨਾ ਕਦੇ ਇਹ ਕੰਮ ਜ਼ਰੂਰ ਕਰਨਾਗਾ। ਸੋ ਜਿਵੇਂ ਤੁਸੀਂ ਦੱਸਦੇ ਹੋ ਔਰ ਤੁਹਾਨੂੰ ਬਹੁਤ ਸਾਰੇ ਇੱਥੇ ਇਹੋ ਜਿਹੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਤੇ ਮੈਨੂੰ ਲੱਗਦਾ ਅਸੀਂ ਉਹ ਗੱਲ ਸਹੀ ਸੋਚ ਰਹੇ ਹਾਂ ਕਿ ਬਹੁਤ ਸਾਰੇ ਬਜ਼ੁਰਗ ਤੰਗ ਹੋਣਗੇ। ਬਿਲਕੁਲ, ਬਹੁਤ ਜ਼ਿਆਦਾ ਮਤਲਬ ਕਿ ਇਹ ਮੁਸ਼ਕਲਾਂ ਆ ਰਹੀਆਂ ਜਿਹਦੇ ਵਿੱਚ ਕਿ ਪਰਿਵਾਰ ਟੁੱਟ ਰਹੇ ਆ ਔਰ ਬਜ਼ੁਰਗਾਂ ਨੂੰ ਬੇਸਮੈਂਟਾਂ ਦੇ ਵਿੱਚ ਰੁਲਣਾ ਪੈ ਰਿਹਾ। ਸੋ ਇੱਕ ਗੱਲ ਹੋਰ ਹੈ, ਜਿਵੇਂ ਤੁਹਾਨੂੰ ਦੱਸਿਆ ਵੀ ਮਤਲਬ 2 ਬੱਚੇ ਇੱਥੇ ਹੈ ਕਿ ਇੰਡੀਆ 'ਚ ਹੈ, ਉਹ ਪ੍ਰਾਪਰਟੀ ਉੱਥੋਂ ਵਾਲੇ ਨੂੰ ਜ਼ਿਆਦਾ ਦੇਣੇ ਚਾਹੁੰਦੇ, ਇੱਥੋਂ ਘੱਟ ਦੇਣਾ ਚਾਹੁੰਦੇ ਆ। ਰੌਲਾ ਹੈ ਉਹਨਾਂ ਨੇ ਘਰੋਂ ਕੱਢਤਾ, ਉਹ ਬੇਸਮੈਂਟ ਚਲੇ ਗਏ। ਪਰ ਮੈਂ ਕਦੇ ਸੋਚਦਾ ਨਾ ਵੀ ਜਦੋਂ ਉਹਨਾਂ ਕੋਲ ਪਿੱਛੇ ਇੱਕ ਬੱਚਾ ਵੀ ਹੈਗਾ, ਉਹਨੇ ਸੇਵਾ ਕਰਨ ਨੂੰ, ਪਿੱਛੇ ਪ੍ਰਾਪਰਟੀ ਵੀ ਹੈਗੀ, ਤੇ ਉਹਨਾਂ ਦੀ ਕੀ ਮਜਬੂਰੀ ਆ ਇੱਥੇ ਰਹਿਣ ਦੀ, ਉਹ ਕਿਉਂ ਨਹੀਂ ਵਾਪਸ ਚਲੇ ਜਾਂਦੇ? ਆਪਣਾ ਫੈਸਲਾ ਸਹੀ ਕਰ ਸਕਣ ਜਾਂ ਨਾ ਕਰ ਸਕਣ, ਆਪਣੀ ਸੋਚ ਦੇ ਆਪ ਮਾਲਕ ਬਣਨ, ਉਹ ਡਿਪੈਂਡੈਂਟ ਕਿਉਂ ਬਣਦੇ ਬੱਚਿਆਂ ਦੇ? ਜੀ, ਇਹਦੇ ਨਾਲ ਇੱਕ ਹੋਰ ਵੀ ਚੀਜ਼ ਜੁੜੀ ਹੋਈ ਆ ਜਿਹੜੀ ਇਹ ਤੁਸੀਂ ਮਤਲਬ ਕਿ ਬਹੁਤ ਵਿਸ਼ਾ ਛੇੜਿਆ ਜਿਹੜਾ ਕਿ ਬੜਾ ਮਤਲਬ ਕਿ ਸੈਂਸਿਟਿਵ ਆ। ਹਾਂਜੀ, ਹਾਂ। ਹੁਣ ਕਈ ਵਾਰੀ ਅਸੀਂ ਇਹ ਦੇਖਿਆ ਕਿ ਜਿਹੜੇ ਬਜ਼ੁਰਗ ਆ, ਮੀਆਂ ਬੀਬੀ ਆ, ਉਹ ਆਪਣੇ ਕਿਸੇ ਅਪਾਰਟਮੈਂਟ 'ਚ ਰਹਿ ਰਹੇ ਆ, ਉਹਨਾਂ ਨੂੰ ਪੈਨਸ਼ਨ ਆਉਂਦੀ ਆ, ਉਹਨੂੰ ਵੀ ਆਉਂਦੀ ਆ, ਦੋਨਾਂ ਨੂੰ ਆਉਂਦੀ ਆ। ਕਾਫੀ ਸਾਲ ਹੋ ਗਏ, 20-30 ਸਾਲ ਹੋ ਗਏ ਇੱਥੇ ਕੈਨੇਡਾ 'ਚ ਆਇਆਂ ਨੂੰ, ਪਰ ਉਹਨਾਂ ਦੀ ਇੰਡੀਆ ਦੇ ਵਿੱਚ ਚੰਗੀ ਜ਼ਮੀਨ ਆ, ਚੰਗਾ ਉਹ ਰਹਿ ਸਕਦੇ ਆ। ਇੱਥੇ ਵਿਚਾਰੇ ਉਹ ਗੱਡੀ ਨਹੀਂ ਉਹਨਾਂ ਨੂੰ ਮਤਲਬ ਕਿ ਚਲਾਉਣੀ ਆਉਂਦੀ, ਤੇ ਉਹ ਵਿਚਾਰੇ ਖਾਸ ਕਰਕੇ ਵਿੰਟਰ ਦੇ ਵਿੱਚ ਉਹ ਇੱਕ ਕਿਸਮ ਦੇ ਅਪਾਰਟਮੈਂਟ ਜੋਗੀ ਰਹਿ ਜਾਂਦੇ ਆ। ਇੱਥੇ ਜਿਵੇਂ ਇੱਕ ਤਰ੍ਹਾਂ ਦੀ ਨਰਕ ਦੀ ਜ਼ਿੰਦਗੀ, ਜੇਲ੍ਹ ਵਾਲੀ ਜ਼ਿੰਦਗੀ ਹੋਈ। ਹਾਂ, ਤੇ ਉੱਥੇ ਇੰਡੀਆ 'ਚ ਵਧੀਆ ਜ਼ਿੰਦਗੀ ਜਿਉ ਸਕਦੇ ਹੋ। ਹਾਂ, ਪਰ ਹੁਣ ਕੁਐਸਚਨ ਇਹ ਹੈਗਾ ਕਿ ਉਹ ਕਿਉਂ ਨਹੀਂ ਛੱਡ ਕੇ ਜਾਂਦੇ? ਹਾਂ, ਮੇਰਾ ਜਿੱਥੇ ਤੱਕ ਖਿਆਲ ਹੈਗਾ ਕਿ ਬਹੁਤ ਸਾਰੀਆਂ ਇਹਦੇ 'ਚ ਚੀਜ਼ਾਂ ਹੈਗੀਆਂ। ਇੱਕ ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਕੈਨੇਡਾ ਦੇ ਵਿੱਚ ਜੇ ਤੁਸੀਂ ਇੱਥੇ ਮੇਰੇ ਖਿਆਲ 'ਚ ਮੋਰ ਦੈਨ 6 ਮੰਥਸ ਤੁਸੀਂ ਚਲੇ ਜਾਓ ਤੇ ਤੁਹਾਡੀ ਪੈਨਸ਼ਨ ਬੰਦ ਹੋ ਜਾਂਦੀ ਹੈ, ਜਦ ਤੱਕ ਤੁਸੀਂ ਵਾਪਸ ਨਹੀਂ ਆਉਂਦੇ। ਮੇਰਾ ਜਿੱਥੇ ਤੱਕ ਖਿਆਲ ਆ ਕਿ ਕੈਨੇਡਾ ਦੇ ਵਿੱਚ ਜੇ ਕਿਸੇ ਬਜ਼ੁਰਗ ਨੂੰ $1200-1300 ਪੈਨਸ਼ਨ ਆਉਂਦੀ ਹੈ ਮਹੀਨੇ ਦੀ, ਤੇ ਉਨੀ ਕੀ ਉਹਦੀ ਵਾਈਫ ਨੂੰ ਆਉਂਦੀ ਆ, ਤਾਂ ਮੇਰਾ ਜਿੱਥੇ ਤੱਕ ਖਿਆਲ ਆ ਉਹ ਇਸ ਪੈਸਿਆਂ ਦੇ ਚੱਕਰ ਦੇ ਵਿੱਚ ਪੈ ਜਾਂਦੇ ਆ ਤੇ ਉਹ ਇਸ ਚੀਜ਼ ਨੂੰ ਛੱਡ ਨਹੀਂ ਪਾਉਂਦੇ। ਮੇਰੀ ਜਿੱਥੋਂ ਤੱਕ ਹੈਗੀ ਆ, ਪੈਨਸ਼ਨ ਦਾ ਲਾਲਚ ਹੋ ਜਾਂਦਾ, ਪੈਨਸ਼ਨ ਦਾ ਲਾਲਚ ਹੋ ਜਾਂਦਾ। ਹਾਲਾਂਕਿ ਅਗਰ ਉਹਨਾਂ ਨੂੰ ਇਹ ਪੈਸੇ ਨਾ ਵੀ ਮਿਲਣ,
ਉਹਨਾਂ ਦੇ ਕੋਲੇ ਇਨਫ ਪੈਸੇ ਹੈਗੇ ਆ ਕਿ ਉਹ ਉਮਰ ਭਰ ਵੀ ਖਰਚੀ ਜਾਣ ਤਾਂ ਵੀ ਨਹੀਂ ਉਹਨਾਂ ਦੀ ਜਾਇਦਾਦ ਮਿਲਦੀ। ਉਹਨਾਂ ਨੂੰ ਮਾਮਲਾ ਹੀ ਇੰਨਾ ਆ ਜਾਂਦਾ ਤੇ ਉਹਨਾਂ ਦੇ ਹੋਰ ਕਈ ਕੁਛ ਹੈਗਾ। ਤੇ ਪਿੰਡ ਦੇ ਵਿੱਚ ਬਥੇਰੇ ਆਪਣੇ ਉਹਨਾਂ ਨੂੰ ਮਿਲ ਸਕਦੇ ਆ, ਜਿਹੜੀ ਉਹਨਾਂ ਦੀ ਰੋਟੀ ਬਣਾ ਸਕਦੇ ਆ, ਵਧੀਆ ਉਹ ਰਹਿ ਸਕਦੇ ਆ, ਹੈ ਨਾ। ਉਹਨਾਂ ਨੂੰ ਜਾਣ ਦੀ ਵੀ ਕਿਤੇ ਲੋੜ ਨਹੀਂ, ਆਪਣਾ ਉਹ ਬਿੱਲ ਦਿੱਤਾ ਤੇ ਉਹਨੂੰ ਕਿਹਾ ਯਾਰ ਆ ਲੈ ਪੈਸੇ ਤੇ ਜਾ ਕੇ ਤੇ ਫਲਾਣੀ ਜਗ੍ਹਾ ਜਮ੍ਹਾਂ ਕਰਾਇਆ। ਤੇ ਇਹੋ ਜਿਹੇ ਬਥੇਰੇ ਉੱਥੇ ਮੁੰਡੇ ਮਿਲ ਸਕਦੇ ਆ ਜਿਹੜੇ ਤੁਹਾਡਾ ਇਹ ਕੰਮ ਕਰਾ ਦੇਣਗੇ। ਬਿਲਕੁਲ। ਪਰ ਫਿਰ ਵੀ ਉਹ ਨਹੀਂ ਜਾਂਦੇ, ਸੋ ਇਹ ਬੜੀਆਂ ਕੰਪਲੈਕਸ ਕਿਸਮ ਦੀਆਂ ਆਪਣੀ ਕਮਿਊਨਿਟੀ ਦੇ ਵਿੱਚ ਇਹ ਪ੍ਰੋਬਲਮਸ ਹੈਗੀਆਂ, ਜਿਹੜੀਆਂ ਕਿ ਉਹਨਾਂ ਨੂੰ ਇੱਕ ਕਿਸਮ ਦੀ ਨਰਕ ਵਾਲੀ ਜ਼ਿੰਦਗੀ ਇੱਥੇ ਆਈਸੋਲੇਸ਼ਨ 'ਚ, ਲੋਨਲੀਨੈਸ 'ਚ, ਫਿਰ ਉਹਨਾਂ ਨੂੰ ਡਿਪਰੈਸ਼ਨ ਹੁੰਦਾ, ਹੋਰ ਬਥੇਰੀਆਂ ਇਹੋ ਜਿਹੀਆਂ ਬਿਮਾਰੀਆਂ ਲੱਗਦੀਆਂ। ਪਰ ਐਟ ਦੀ ਐਂਡ ਆਫ ਦਾ ਡੇ ਉਹ ਵਧੀਆ ਜ਼ਿੰਦਗੀ ਜਿਉਣ ਵਾਸਤੇ ਜਾਣੀ ਯਤਨਸ਼ੀਲ ਨਹੀਂ ਹੁੰਦੇ। ਮਤਲਬ ਉਹਨਾਂ ਨੂੰ ਉਹ ਲਾਲਚ ਹੈ ਜਾਂ ਜਿਹੜਾ ਇੱਥੋਂ ਦਾ ਯਤਨ ਨਹੀਂ ਕਰਦੇ ਜਾਂ ਮਤਲਬ ਵੀ ਉਹ ਇਹਨਾਂ ਡਿਸਾਈਡ ਨਹੀਂ, ਸਖਤ ਫੈਸਲਾ ਨਹੀਂ ਲੈ ਸਕਦੇ ਕਿ ਕੈਨੇਡਾ ਨੂੰ ਤੇ ਆ ਕੇ ਆਪਦੀ ਲਾਈਫ ਉੱਥੇ ਜਿਹੜੇ ਬੱਚੇ ਹੈਗੇ ਇੰਡੀਆ 'ਚ ਰਹਿੰਦੇ, ਉਹ ਭਤੀ ਆ ਜਾਂ ਪੋਤਾ ਵੀ ਉਹਨਾਂ ਕੋਲੇ ਜਾ ਕੇ ਵਧੀਆ ਆਪਦੀ ਲਾਈਫ ਗੁਜ਼ਾਰਨ, ਇੱਥੇ ਧੱਕੇ ਖਾਣ ਨਾਲੋਂ, ਹਨਾ। ਮਤਲਬ ਇਹ ਸਾਰੀਆਂ ਗੱਲਾਂ ਦੇ ਨਾਲ ਮੋਟਾ ਸਾਹਿਬ ਇੱਕ ਜ਼ਰੂਰ ਮੈਂ ਤੁਹਾਡੇ ਤੋਂ ਬੜਾ ਕੀਮਤੀ ਗੱਲ ਆ, ਆਪਾਂ ਸਾਰੀਆਂ ਗੱਲਾਂ ਵੀ ਕਰ ਲਈਆਂ, ਸਭ ਕੁਝ ਹੋ ਗਿਆ, ਬਹੁਤ ਸਾਰੇ ਸਾਡੇ ਸਰੋਤੇ ਇਸ ਗੱਲ ਨੂੰ ਸਮਝਣਗੇ ਵੀ, ਤੇ ਪਰ ਉਹ ਕੰਟੈਕਟ ਕਿੱਥੇ ਕਰਨ, ਕਿਹਨੂੰ ਕਰਨ, ਕਿਹੜੇ ਨੰਬਰ ਤੇ ਕਰਨ? ਹਾਂਜੀ, ਸੋ ਵਿਨੀਪੈਗ ਦੇ ਵਿੱਚ ਜੇ ਤਾਂ ਉਹਨਾਂ ਨੇ ਮੇਰੇ ਨਾਲ ਕੰਟੈਕਟ ਕਰਨਾ ਤਾਂ ਮੈਂ ਆਪਣਾ ਸੈੱਲਫੋਨ ਦੇ ਦਿੰਦਾ 4169953920। ਠੀਕ ਹੈ ਜੀ। ਤੇ ਮੈਂ ਬੇਨਤੀ ਇਹ ਕਰਨਾ ਚਾਹਨਾ ਕਿ ਜੇ ਮੈਂ ਫੋਨ ਨਹੀਂ ਚੱਕਦਾ ਇਹਦਾ ਮਤਲਬ ਮੈਂ ਕਾਉਂਸਲਿੰਗ ਕਰ ਰਿਹਾ, ਤੇ ਫਿਰ ਮੈਂ ਕਾਉਂਸਲਿੰਗ ਦੌਰਾਨ ਫੋਨ ਨਹੀਂ ਚੱਕੂੰਗਾ। ਤੁਸੀਂ ਪਲੀਜ਼ ਆਪਣੀ ਟੈਕਸਟ ਕਰ ਦਿਓ ਜਾਂ ਵੌਇਸਮੇਲ ਤੇ ਮੈਸੇਜ ਛੱਡ ਦਿਓ, ਰਾਈਟ। ਸੋ ਇੱਕ ਤਾਂ ਇਹ ਆ। ਇੱਥੇ ਜਿਹੜਾ ਆਪਣਾ ਹੈਗਾ ਫੋਨ ਨੰਬਰ, ਉਹ ਆਪਣਾ ਰਣਦੀਪ ਆਪਣੀ ਬੇਟੀ ਆ ਜਿਹਨੇ ਇਹ ਸਾਰੀ ਜ਼ਿੰਮੇਵਾਰੀ ਚੱਕੀ ਹੋਈ ਆ ਵੀ ਅਸੀਂ ਇਹ ਕੰਮ ਕਰਨਾ, ਤੇ ਉਹਦਾ ਮੈਂ ਤੁਹਾਨੂੰ ਨੰਬਰ ਦੇ ਦਿੰਨਾ, ਸੈੱਲ ਨੰਬਰ, ਤੇ ਉਹਦੇ ਤੋਂ ਮੈਂ ਪਰਮਿਸ਼ਨ ਲਿੱਤੀ ਹੋਈ ਆ। ਤੇ ਉਹਨੇ ਮੈਨੂੰ ਕਿਹਾ ਸੀਗਾ, ਉਹ ਹੈਗਾ 204541 0246। ਇਹ ਰਣਦੀਪ ਦਾ ਨੰਬਰ ਆ। ਤੁਸੀਂ ਪਲੀਜ਼ ਇਹਨਾਂ ਨੂੰ ਵੀ ਕਾਲ ਕਰ ਲਓ ਅਗਰ ਤੁਹਾਨੂੰ ਕੋਈ ਐਮਰਜੈਂਸੀ ਹੋਈ, ਕੋਈ ਖਾਸ ਤੁਸੀਂ ਸਲਾਹ ਮਸ਼ਵਰਾ ਲੈਣਾ, ਤੁਸੀਂ ਆਫ ਦੀ ਰੈਕਡ ਵੀ ਗੱਲ ਕਰਨੀ ਆ, ਤੁਸੀਂ ਸਾਨੂੰ ਗੱਲ ਕਰ ਸਕਦੇ ਹੋ, ਅਸੀਂ ਤੁਹਾਨੂੰ ਗਾਈਡ ਕਰ ਸਕਦੇ ਆ ਵੀ ਨੈਕਸਟ ਸਟੈਪ ਤੁਹਾਡੇ ਆ ਹੋਣਗੇ ਤਾਂ ਤੁਹਾਡਾ ਬਚਾਅ ਹੋ ਸਕਦਾ, ਰਾਈਟ। ਸੋ ਕਈ ਵਾਰੀ ਹੁੰਦੀ ਆ ਵੀ ਸਲਾਹ ਕੰਮ ਕਰ ਜਾਂਦੀ ਆ ਬਚਾਏ ਵਾਸਤੇ ਕਿ ਆਪਾਂ ਕੋਈ ਗਲਤ ਡਿਸੀਜਨ ਲੈ ਲਈਏ, ਫਿਰ ਕੈਨੇਡਾ ਦੀ ਉਹ ਜਿਹੜੇ ਦਾ ਪੇਚ ਆ ਉਹਨਾਂ ਦੇ ਉਹ ਕਾਨੂੰਨੀ ਆਪਾਂ ਜਕੜੇ ਜਾਈਏ ਤੇ ਫਿਰ ਵਕੀਲ ਕਰਦੇ ਫਿਰਾਂਗੇ। ਸੋ ਦੋਸਤੋ, ਨੰਬਰ ਤੁਹਾਨੂੰ ਜੇ ਮਿਸ ਕਰ ਗਏ ਤਾਂ ਮੈਂ ਵੀ ਦੇ ਦੂੰਗਾ, ਔਰ ਤੁਸੀਂ ਮੇਰੇ ਤੋਂ ਨੰਬਰ ਲੈ ਸਕਦੇ ਹੋ। ਰਣਦੀਪ ਸਿੱਧੂ ਜੀ ਦਾ ਨੰਬਰ 204541 ਭੈਣ ਨਾਲ ਕਾਫੀ ਵਾਰੀ ਗੱਲ ਹੋਈ ਹੈ ਮੇਰੇ ਨਾਲ ਫੋਨ ਤੇ, ਔਰ ਉਹਨਾਂ ਦੇ ਥਰੂ ਆਪਾਂ ਚਲੋ ਇਕੱਠੇ ਹੋਏ ਆ। 204541 ਨੰਬਰ ਰਣਦੀਪ ਸਿੱਧੂ ਜੀ ਦਾ, ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਮੋਟਾ ਸਾਹਿਬ, ਤੁਹਾਡੀ ਇਸ ਆਰਗੇਨਾਈਜੇਸ਼ਨ ਦੇ ਵਿੱਚ ਮੈਨੂੰ ਰਣਦੀਪ ਜੀ ਦੱਸਦੇ ਸੀਗੇ ਕਿ ਬਹੁਤ ਸਾਰੇ ਸਰਕਾਰੀ ਅਧਿਕਾਰੀ, ਜਿਵੇਂ ਕਿ ਪੁਲਿਸ ਦੇ ਵਿੱਚ, ਜਿਵੇਂ ਕਿ ਹੋਰ ਜਿਹੜੀਆਂ ਸਰਵਿਸਿਜ਼ ਦੇ ਵਿੱਚ ਕੈਨੇਡਾ ਨੂੰ ਸਰਵ ਕਰਦੇ ਨੇ, ਉਹ ਵੀ ਸ਼ਾਮਲ ਨੇ, ਵਲੰਟੀਅਰੀ ਸਰਵਿਸ ਕਰਦੇ ਨੇ। ਹਾਂ, ਉਹ ਵਲੰਟੀਅਰ ਸਰਵਿਸ ਕਰਦੇ ਨੇ, ਜਿਵੇਂ ਲਾਇਰਸ ਹੈਗੇ ਆ, ਚਾਰਟਰਡ ਅਕਾਊਂਟੈਂਟਸ ਹੈਗੇ ਆ, ਸੋਸ਼ਲ ਵਰਕਰਸ ਹੈਗੇ ਆ, ਡਾਕਟਰ ਹੈਗਾ ਸਾਡੇ ਕੋਲੇ ਜਿਹੜਾ ਤੁਹਾਡੇ ਵਿਨੀਪੈਗ 'ਚ ਡਾਕਟਰ ਹੈਗੇ ਆ, ਨਰਸਿਸ ਹੈਗੀਆਂ ਸਾਡੀਆਂ, ਸਾਈਕੋਥੈਰੇਪਿਸਟ ਹੈਗੇ ਆ ਜਿਹੜੇ ਮਤਲਬ ਕਿ ਅਸੈਸਮੈਂਟਸ ਕਰਦੇ ਆ ਵੀ ਕੋਈ ਬੰਦਾ ਡਿਪਰੈਸ਼ਨ ਹੋ ਗਿਆ ਕਿ ਨਹੀਂ ਹੋ ਗਿਆ, ਉਹਨਾਂ ਦੇ ਕੋਲੇ ਅਥਾਰਟੀ ਹੁੰਦੀ ਆ। ਇਸ ਤਰ੍ਹਾਂ ਬਹੁਤ ਸਾਰੇ ਜਾਨੀ ਪ੍ਰੋਫੈਸ਼ਨਲਸ ਆ, ਸਾਡੀ ਪੂਰੀ ਟੀਮ ਹੀ ਪ੍ਰੋਫੈਸ਼ਨਲ ਆ। ਸੀ ਉਹ ਕੋਈ ਕੰਮ ਨਹੀਂ ਕਰਦੇ ਜਿਹਦੇ 'ਚ ਕਿ ਕੈਨੇਡਾ ਦੀ ਜਾਨੀ ਹੈਲਥ ਪ੍ਰੋਫੈਸ਼ਨਲ ਦੀ ਡਿਗਰੀ ਜਾਂ ਡੈਜ਼ਿਗਨੇਸ਼ਨ ਨਾ ਹੋਵੇ। ਜਿਵੇਂ ਤੁਸੀਂ ਜਦੋਂ ਗੱਲ ਹੈਲਥ ਦੀ ਆ ਜੇ, ਤੇ ਹੈਲਥ ਦਾ ਤੁਹਾਨੂੰ ਪਤਾ ਹੀ ਹੈ ਕੈਨੇਡਾ ਦੇ ਵਿੱਚ ਕਿੰਨਾ ਕੁ ਨਾਮ ਬਣਿਆ ਹੋਇਆ ਹੈਗਾ। ਹੈਲਥ ਸਾਡਾ ਸਿਸਟਮ ਟੌਪ ਦਾ ਹੁੰਦਾ ਸੀਗਾ, ਤੇ ਅੱਜ ਦੇਖੋ ਕੈਨੇਡਾ ਦੀ ਹੈਲਥ ਦਾ ਸਿਸਟਮ, ਜਦੋਂ ਆਪਾਂ ਕੋਈ ਨਿੱਕੇ ਤੋਂ ਨਿੱਕਾ ਟੈਸਟ ਕਰਾਉਣਾ ਤੇ ਸਾਨੂੰ ਕਈ ਮਹੀਨੇ ਵੇਟ ਕਰਨੀ ਪੈਂਦੀ ਆ, ਤੇ ਤੁਹਾਡੀਆਂ ਹੈਲਥ ਸਰਵਿਸਿਜ਼ ਕਿਵੇਂ ਆ? ਵੇਟ ਕਰਨੀ ਪੈਂਦੀ ਹੈ ਕੁਝ ਮਹੀਨੇ ਤੁਹਾਨੂੰ ਕਾਲ ਕਰਨ ਤੋਂ ਬਾਅਦ? ਬਿਲਕੁਲ। ਕਿੰਨਾ ਕੁ ਵੇਟ? ਨਹੀਂ, ਜਿਹੜੀ ਐਡਿਕਸ਼ਨ ਦੀ ਸਰਵਿਸਿਜ਼ ਆ, ਮੈਂਟਲ ਹੈਲਥ ਐਡਿਕਸ਼ਨ ਦੀ ਓਨਟਾਰੀਓ 'ਚ ਅਗਰ ਤੁਸੀਂ ਜਾਓਗੇ ਤਾਂ ਤੁਸੀਂ ਕਹਿੰਦੇ ਹੋ ਵੀ ਸਾਨੂੰ ਐਡਿਕਸ਼ਨ ਦੀ ਸਰਵਿਸਿਜ਼ ਆ, ਉਹ ਰਾਈਟ ਵੇ ਹੁੰਦਾ। ਠੀਕ ਹੈ ਜੀ। ਐਡਿਕਸ਼ਨ ਦੀ, ਕਿਉਂਕਿ ਐਡਿਕਸ਼ਨ 'ਚ ਤੁਸੀਂ ਵੇਟ ਨਹੀਂ ਕਰ ਸਕਦੇ, ਕੱਲ ਨੂੰ ਕਿਸੇ ਨੇ ਫੈਂਟਨਲ ਲੈ ਲਈ ਮਰ ਜਾਊਗਾ ਓਵਰਡੋਜ਼ ਨਾਲ, ਰਾਈਟ। ਸੋ ਦੇयर इज ਨਥਿੰਗ। ਹਾਂ, ਜਦੋਂ ਤੁਸੀਂ ਮੈਂਟਲ ਹੈਲਥ ਦੀ ਸਰਵਿਸਿਜ਼ ਕਰਦੇ ਹੋ ਤੇ ਅਗਲਾ ਕਹਿੰਦਾ ਵੀ ਸਾਡਾ ਬੱਚੇ ਨੇ 3 ਦਿਨ ਹੋ ਗਏ, ਉਹ ਬੇਸਮੈਂਟ 'ਚੋਂ ਬਾਹਰ ਹੀ ਨਹੀਂ ਆਇਆ, ਉਹ ਰੋਈ ਜਾਂਦਾ, ਉਹ ਰੋਟੀ ਵੀ ਨਹੀਂ ਖਾਂਦਾ, ਫਿਰ ਅਸੀਂ ਕਹਿੰਦੇ ਹਾਂ ਵੀ ਤੁਸੀਂ ਸਾਡੇ ਕੋਲੇ ਨਹੀਂ ਆਉਣਾ, ਸਾਨੂੰ ਆਲਰੇਡੀ ਪਤਾ ਲੱਗ ਗਿਆ ਕਿ ਸੀਵੀਅਰਲੀ ਡਿਪਰੈਸਡ ਆ, ਸੁਸਾਈਡਲ ਆ, ਤੁਸੀਂ ਆਹ ਨੰਬਰ ਤੇ ਫੋਨ ਕਰਕੇ ਕਹਿ ਦਿਓ ਵੀ ਅਸੀਂ ਪੰਜਾਬੀ ਕਮਿਊਨਿਟੀ ਆ, ਤੇ ਫਿਰ ਸਾਡਾ ਸਟਾਫ ਉਹ
ਪੁਲਿਸ ਅਫਸਰਸ ਦੇ ਨਾਲ ਆਊਗਾ, ਉਹਨੂੰ ਲਾਉਣਗੇ, ਅਸੀਂ ਚੱਕ ਕੇ ਉਹਨੂੰ ਹਸਪੀਟਲ ਲੈ ਜਾਣਾ। ਫਿਰ ਵੇਟ ਨਾ ਕਰੋ, ਫਿਰ ਸਿੱਧਾ ਹਸਪੀਟਲ ਜਾਓ। ਠੀਕ ਹੈ ਜੀ, ਰਾਈਟ। ਅੱਛਾ, ਦੂਸਰੇ ਪਾਸੇ ਇਹ ਆ ਕਿ ਕਈ ਵਾਰੀ ਸਾਨੂੰ ਕਹਿੰਦੇ ਆ ਕਿ ਸਾਡਾ ਬੱਚਾ ਮਤਲਬ ਕਿ ਡਿਪਰੈਸਡ ਆ, ਲੇਕਿਨ ਉਹ ਕਹਿੰਦਾ ਅਸੀਂ ਕਾਉਂਸਲਿੰਗ ਨਹੀਂ ਲੈਣੀ। ਇਹ ਆਮ ਹੁੰਦਾ ਮੈਂਟਲ ਹੈਲਥ ਦੇ ਵਿੱਚ। ਇਹ ਆਮ ਤੌਰ ਤੇ ਆ ਕਿ ਜਿਹੜੇ ਬੰਦੇ ਨੂੰ ਪਰੇਸ਼ਾਨੀ ਆ ਦਿਮਾਗੀ ਤੌਰ ਤੇ, ਉਹਨੇ ਕਹਿਣਾ ਮੈਨੂੰ ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਪ੍ਰੋਬਲਮ ਆ, ਤੁਸੀਂ ਜਾ ਕੇ ਕਾਉਂਸਲਿੰਗ ਕਰੋ, ਮੈਂ ਬਿਲਕੁਲ ਪਰਫੈਕਟ ਆ। ਰਾਈਟ। ਉਦੋਂ ਕੀ ਕਰਨਾ? ਉਦੋਂ ਕਰਨਾ ਇਹ ਆ ਕਿ ਜਿਹੜੇ ਮਾਪੇ ਆ ਜਾਂ ਜਿਹੜਾ ਪੂਰਾ ਪਰਿਵਾਰ ਆ, ਅਸੀਂ ਉਹਨਾਂ ਨਾਲ ਕੰਮ ਕਰਦੇ ਹਾਂ ਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਦੱਸੋ ਵੀ ਇਹ ਕੀ ਕਰਦਾ, ਤੁਸੀਂ ਕੀ ਕਹਿੰਦੇ ਹੋ, ਤੇ ਅਸੀਂ ਫਿਰ ਉਹਨਾਂ ਨੂੰ ਦੱਸਦੇ ਹਾਂ ਆਹ ਚੀਜ਼ਾਂ ਤੁਸੀਂ ਨਹੀਂ ਬੋਲ ਸਕਦੇ ਹੋ, ਆਹ ਚੀਜ਼ਾਂ ਨਹੀਂ ਬੋਲ ਸਕਦੇ। ਫਿਰ ਇੱਕ ਟਾਈਮ ਆਉਂਦਾ ਜਦੋਂ ਉਹ ਕਹਿੰਦਾ ਵੀ ਮੈਂ ਬਹੁਤ ਪਰੇਸ਼ਾਨ ਆ ਤੇ ਵੀ ਮੈਂ ਹਨ, ਤੇ ਉਦੋਂ ਅਸੀਂ ਘਰ ਜਾ ਕੇ ਵਿਜ਼ਿਟ ਕਰ ਲੈਂਦੇ ਹਾਂ। ਅੱਛਾ ਜੀ, ਰਾਈਟ। ਸੋ ਸਾਡੀਆਂ ਜਿਹੜੀਆਂ ਸੇਵਾਵਾਂ ਕਰਨ ਦਾ ਤਰੀਕਾ ਉਹ ਬਿਲਕੁਲ ਇੱਕ ਕਿਸਮ ਦਾ ਪੰਜਾਬੀ ਸੱਭਿਅਤਾ ਨਾਲ ਮੇਲ ਖਾਂਦਾ। ਮਿਸਾਲ ਦੇ ਤੌਰ ਤੇ ਕੋਈ ਗੋਰਾ ਤੁਹਾਡੇ ਘਰ ਜਾ ਕੇ ਤੁਹਾਨੂੰ ਮੈਂਟਲ ਹੈਲਥ ਦੀ ਸਰਵਿਸ ਨਹੀਂ ਦਿੰਦਾ, ਕਿਉਂਕਿ ਇਹਨਾਂ ਦੇ ਉਹ ਕਲਚਰ ਹੀ ਹੈ ਨਹੀਂਗਾ। ਇਹ ਕਹਿੰਦੇ ਵੀ ਤੁਸੀਂ ਸਾਡੇ ਕੋਲੇ ਆਓ, ਅਸੀਂ ਕਹਿੰਦੇ ਆ ਸਾਡਾ ਬੰਦਾ ਤਾਂ ਆਉਂਦਾ ਨਹੀਂਗਾ, ਅਸੀਂ ਹੁਣ ਕੀ ਕਰੀਏ, ਇਹਦਾ ਮਤਲਬ ਕਿ ਹੋਰ ਜ਼ਿਆਦਾ ਬਿਮਾਰ ਹੋ ਜੂ। ਅਸੀਂ ਆਪ ਆਪਣੇ ਸਟਾਫ ਨੂੰ 2 ਸਟਾਫ ਨੂੰ ਭੇਜ ਦਿੰਦੇ ਆ ਉਹਦੇ ਘਰ, ਠੀਕ ਹੈ, ਤੇ ਉਹਦੇ ਨਾਲ ਬੈਠ ਕੇ ਅਸੀਂ ਕਹਿੰਦੇ ਆ ਵੀ ਚੱਲ ਚਾਹ ਬਣਾ, ਤੇ ਆਪਾਂ ਚਾਹ ਤੇ ਬੈਠ ਕੇ ਗੱਪਸ਼ਪ ਮਾਰਦੇ ਆ। ਅਸੀਂ ਤੇਰਾ ਹਾਲ ਚਾਲ ਪੁੱਛਦੇ ਆ ਵੀ ਕਿਵੇਂ ਆ। ਜੇ ਕੋਈ ਬਜ਼ੁਰਗ ਹੋਵੇ, ਸੀਵੀਅਰਲੀ ਡਿਪਰੈਸਡ ਹੋਵੇ, ਅਸੀਂ ਉਹਦੇ ਨਾਲ ਪਿੰਡਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਵੀ ਦੱਸ ਵੀ ਕਦੋਂ ਆਏ ਸੀਗੇ ਤੁਸੀਂ, ਕਿਸ ਤਰ੍ਹਾਂ ਦੀ ਜਵਾਨੀ ਰਹੀ, ਕਿਹੜੇ ਗਾਣੇ ਸੁਣਦੇ ਹੁੰਦੇ ਸੀ, ਉਹਦਾ ਜਾਣੀ ਅਸੀਂ ਮਨ ਡਾਇਵਰਟ ਕਰਨ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ। ਸੋ ਕੁਐਸਚਨ ਹੈਗਾ ਕਿ ਕੀ ਆਪਾਂ ਕੈਨੇਡਾ ਦੀ ਲਾਜ਼ ਨੂੰ ਵੀ ਧਿਆਨ 'ਚ ਰੱਖਣਾ, ਕਿਉਂਕਿ ਤੁਹਾਨੂੰ ਉਸ ਲਾਜ਼ ਦੇ ਵਿੱਚੋਂ ਇਹ ਤੁਹਾਨੂੰ ਬਾਹਰ ਨਹੀਂ ਜਾਣ ਦਿੰਦੇ। ਐਟ ਦਾ ਸੇਮ ਟਾਈਮ ਤੁਸੀਂ ਪ੍ਰੋਫੈਸ਼ਨਲ ਵੀ ਰਹਿਣਾ, ਐਟ ਦਾ ਸੇਮ ਟਾਈਮ ਤੁਸੀਂ ਅਗਲੇ ਦੇ ਦੁੱਖ ਦਰਦ ਨੂੰ ਵੀ ਪਹਿਚਾਨਣਾ। ਹੁਣ ਉਹ ਕੀ ਕਰੇ ਵਿਚਾਰੇ ਮਾਪੇ ਜਿਨ੍ਹਾਂ ਦਾ 19 ਸਾਲ ਦਾ ਮੁੰਡਾ ਬੇਸਮੈਂਟ 'ਚ ਹੋ ਗਿਆ ਤੇ ਹਫ਼ਤਾ ਭਰ ਹੋ ਗਿਆ ਉਹ ਬਾਹਰ ਹੀ ਨਹੀਂ ਆ ਰਿਹਾ, ਉਹ ਵਿਚਾਰੇ ਤੜਫਦੇ ਤਾਂ ਹੋਣਗੇ ਨਾ। ਤੇ ਅਸੀਂ ਉਹਨਾਂ ਨੂੰ ਕਹੀਏ ਸੌਰੀ ਇਹ ਤਾਂ ਸਾਡਾ ਪਲਾਨਿੰਗ ਨਹੀਂ ਗੀ, ਤੇ ਅਸੀਂ ਤਾਂ ਫਿਰ ਉਹਨਾਂ ਨੂੰ ਕਹਿਣਾ ਵੀ ਓਕੇ ਐਂ ਕਰਦੇ ਆ, ਅਸੀਂ ਆਨੇ ਆ ਤੁਹਾਡੇ ਘਰ, ਠੀਕ ਹੈ, ਆਪਾਂ ਬੈਠ ਕੇ ਗੱਲ ਕਰਦੇ ਆ। ਉਹਨਾਂ ਨੂੰ ਵੀ ਥੋੜਾ ਜਿਹਾ ਹੌਸਲਾ ਮਿਲ ਜਾਂਦਾ। ਇਹ ਕਿੰਨੀ ਕੁ ਪ੍ਰੋਬਲਮ ਵਧੀ ਹੈ ਜੀ ਆਪਣੀ ਕਮਿਊਨਿਟੀ 'ਚ? ਇਹ ਮੈਂਟਲ ਹੈਲਥ ਦੀ, ਮੈਂਟਲ ਹੈਲਥ ਦੀ ਬਹੁਤ ਆ। ਕੋਵਿਡ ਦੇ ਬਾਅਦ ਬਹੁਤ ਵੱਧ ਗਈ। ਕੋਵਿਡ ਦੇ ਡਿਊਰਿੰਗ ਵੀ ਕੋਵਿਡ ਬਹੁਤ ਸੀਗੀ ਤੇ ਕੋਵਿਡ ਤੋਂ ਬਾਅਦ ਵੀ ਬਹੁਤ ਹੋ ਗਈ। ਉਹਦਾ ਇਹ ਰਿਜ਼ਲਟ ਹੋ ਗਿਆ ਕਿ 2 ਪ੍ਰੋਬਲਮਾਂ ਆਪਣੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਆ, ਇੱਕ ਡਿਪਰੈਸ਼ਨ ਦੀ ਤੇ ਇੱਕ ਸੋਸ਼ਲ ਐਂਗਜ਼ਾਇਟੀ ਦੀ। ਸੋਸ਼ਲ ਐਂਗਜ਼ਾਇਟੀ ਦਾ ਬੱਚਿਆਂ ਦੇ ਵਿੱਚ ਬਹੁਤ ਰੁਝਾਨ ਆ ਕਿ ਅਸੀਂ ਹੁਣ ਬੱਚੇ 8 ਸਾਲ ਤੋਂ ਟਰੀਟ ਕਰਨ ਲੱਗ ਗਏ। ਲੀਗਲੀ ਅਸੀਂ 16 ਸਾਲ ਪਲੱਸ ਦੇ ਬੱਚੇ ਟਰੀਟ ਕਰਦੇ ਆ। ਸੋ 8 ਸਾਲ ਦੇ ਬੱਚੇ ਕੀ ਕਰਦੇ ਆ ਕਿ ਉਹ ਕਹਿੰਦੇ ਅਸੀਂ ਸਕੂਲ ਨਹੀਂ ਜਾਣਾ, ਕਿਉਂਕਿ ਸਾਨੂੰ ਸਕੂਲ 'ਚ ਜਾ ਕੇ ਡਰ ਲੱਗਦਾ, ਸਾਡਾ ਦਿਲ ਤੇਜ਼ ਕੰਬਦਾ, ਸਾਡੇ ਹੱਥ ਕੰਬਣ ਲੱਗ ਜਾਂਦੇ ਆ ਬਈ ਅਸੀਂ ਨਹੀਂ ਜਾਣਾ, ਕਿਉਂਕਿ 2 ਸਾਲ ਕੋਵਿਡ ਦੇ ਘਰੇ ਬੈਠੇ ਰਹੇ। ਹੁਣ ਜਦੋਂ ਸਕੂਲ 'ਚ ਜਾਂਦੇ ਆ ਤਾਂ ਉਹਨਾਂ ਨੂੰ ਗੱਲਾਂ ਕਰਨੀਆਂ ਪੈਂਦੀਆਂ, ਉਹਨਾਂ ਦਾ ਜੀ ਨਹੀਂ ਕਰਦਾ ਕਿਉਂਕਿ ਉਹ ਤਾਂ ਬੈਠੇ ਸਾਰੇ ਆਨਲਾਈਨ ਸੀ, ਆਨਲਾਈਨ ਬੋਲਦੇ ਘੱਟ ਸੀਗੇ ਤੇ ਕੁਝ ਕੁਦਰਤੀ ਤੌਰ ਤੇ ਮਾਪਿਆਂ ਨੂੰ ਕਹਿ ਦਿੰਦੇ ਸੀ ਵੀ ਅਸੀਂ ਤਾਂ ਹੋਮਵਰਕ ਕਰ ਰਹੇ ਆ, ਤੇ ਉਹ ਲੱਗੇ ਹੁੰਦੇ ਸੀ ਚੈਟ ਕਰਨ ਕਿਸੇ ਨਾਲ, ਤੇ ਉਹਦੇ ਨਾਲ ਜਿਹੜੀ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਆ ਉਹ ਬਹੁਤ ਜ਼ਿਆਦਾ ਵੱਧ ਗਈਆਂ। ਤੇ ਕੁਝ ਪੇਰੈਂਟਸ ਨੂੰ ਡਾਇਗਨੋਸ ਕਰਨਾ ਨਹੀਂ ਆਉਂਦਾ ਤੇ ਕੁਝ ਪੇਰੈਂਟਸ ਨੂੰ ਡੀਲ ਕਰਨਾ ਨਹੀਂ ਆਉਂਦਾ, ਤੇ ਇਸ ਕਰਕੇ ਜਿਹੜੀਆਂ ਕੰਪਲਿਕੇਸ਼ਨਸ ਹੁੰਦੀਆਂ ਐਜ਼ ਅ ਰਿਜ਼ਲਟ ਆਫ ਮੈਂਟਲ ਇਲਨੈਸ ਉਹ ਬਹੁਤ ਜ਼ਿਆਦਾ ਆ। ਤੇ ਆਮ ਤੌਰ ਤੇ ਸਾਨੂੰ ਇਹ ਸਿਖਾਇਆ ਜਾਂਦਾ ਜਦੋਂ ਅਸੀਂ ਆਪਣੀ ਡਿਗਰੀਆਂ ਲੈਂਦੇ ਆ ਕਿ ਜਦੋਂ ਮੈਂਟਲ ਹੈਲਥ ਹੋ ਜਾਂਦੀ ਆ ਬਹੁਤ ਜ਼ਿਆਦਾ ਚਾਂਸ ਵੱਧ ਜਾਂਦੇ ਆ, 70% ਚਾਂਸ ਵੱਧ ਜਾਂਦੇ ਆ ਕਿ ਉਹ ਬੰਦਾ ਕਿਤੇ ਨਾ ਕਿਤੇ ਕੋਈ ਡਰੱਗ ਜਾਂ ਉਹ ਸ਼ਰਾਬ ਦਾ ਸੇਵਨ ਜ਼ਰੂਰ ਕਰੂਗਾ, ਕਿਉਂਕਿ ਉਹਦਾ ਜਿਹੜਾ ਮਤਲਬ ਕਿ ਮੈਂਟਲ ਦੀ ਇਲਨੈਸ ਦੀ ਸਿੰਪਟਮਸ ਆ ਉਹਨੂੰ ਦਬਾਉਣ ਵਾਸਤੇ ਉਹ ਨਸ਼ਿਆਂ ਦੀ ਸੇਵਨ ਕਰਦਾ। ਤੇ ਹੁਣ 2 ਪ੍ਰੋਬਲਮਾਂ ਇਕੱਠੀਆਂ ਹੋ ਗਈਆਂ, ਇੱਕ ਨਸ਼ੇ, ਇੱਕ ਡਿਪਰੈਸ਼ਨ, ਮਾਨਸਿਕ ਪਰੇਸ਼ਾਨੀ। ਸੋ ਬਿਲਕੁਲ ਦੋਸਤੋ, ਤੁਸੀਂ ਜਿਹੜੀ ਗੱਲਬਾਤ ਸੁਣ ਰਹੇ ਹੋ ਔਰ ਇਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਲਦੇਵ ਮੁੱਟਾ ਜੀ ਆਏ ਹੋਏ ਨੇ। ਬਹੁਤ ਸਾਰੇ ਤੁਹਾਡੇ ਮੈਸੇਜ ਆ ਰਹੇ ਨੇ, ਕਹਿੰਦੇ ਬਾਈ ਜੀ ਮੈਂ ਕੰਮ ਤੇ ਅੱਜ ਦੇ ਪ੍ਰੋਗਰਾਮ ਦੀ ਰਿਕਾਰਡਿੰਗ ਜ਼ਰੂਰ ਭੇਜ ਦਿਓ। ਔਰ ਰਿਕਾਰਡਿੰਗ ਬਿਲਕੁਲ ਜੀ ਸਾਡੇ ਤੁਸੀਂ ਰੇਡੀਓ ਧਮਾਲ ਦੇ ਫੇਸਬੁੱਕ ਪੇਜ ਦੇ ਉੱਪਰ ਤੇ ਇੰਸਟਾਗ੍ਰਾਮ ਪੇਜ ਦੇ ਉੱਪਰ ਇਹ ਰਿਕਾਰਡਿੰਗ ਕੱਲ ਤੱਕ ਅਪਲੋਡ ਹੋ ਜਾਵੇਗੀ ਔਰ ਤੁਸੀਂ ਉੱਥੇ ਸਾਰੀ ਦੀ ਸਾਰੀ ਰਿਕਾਰਡਿੰਗ ਸੁਣ ਸਕੋਗੇ। ਨਾਲ ਅਸੀਂ ਬਲਦੇਵ ਮੁੱਟਾ ਸਾਹਿਬ ਦੀ ਫੋਟੋ ਵੀ ਲਾਵਾਂਗੇ, ਤੁਸੀਂ ਇਹਨਾਂ ਨੂੰ ਦੇਖ ਵੀ ਸਕੋਗੇ। ਔਰ ਇਹ ਸਾਰਾ ਪ੍ਰੋਗਰਾਮ ਆ ਜਿਹੜਾ ਤੁਸੀਂ ਕੱਲ ਨੂੰ ਸਾਡੇ ਫੇਸਬੁੱਕ ਪੇਜ ਦੇ ਉੱਪਰ ਜਾਂ ਇੰਸਟਾਗ੍ਰਾਮ ਪੇਜ ਦੇ ਉੱਪਰ ਜਾਂ YouTube ਚੈਨਲ ਦੇ ਉੱਪਰ ਸਾਡੇ ਜਾ ਕੇ ਸੁਣ ਸਕੋਗੇ ਤੇ ਅੱਗੇ ਵੀ ਭੇਜ ਸਕੋਗੇ। ਸੋ ਕਿਸੇ ਨਾ ਕਿਸੇ ਦਾ ਫਾਇਦਾ ਹੋ ਜਾਊਗਾ। ਸੋ ਇਹਨਾਂ ਦੀਆਂ ਸਰਵਿਸਿਜ਼ ਹੁਣ ਵਿਨੀਪੈਗ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ। ਇੱਕ ਖਾਸ ਗੱਲ ਤੁਹਾਨੂੰ ਦੱਸ ਦੇਵਾਂ, ਇਹਨਾਂ ਨੇ ਤੁਹਾਡੇ ਤੋਂ ਕਿਸੇ ਵੀ ਸਰਵਿਸ ਦੇ ਪੈਸੇ ਨਹੀਂ ਲੈਣਗੇ। ਸਾਰੀ ਜਿਹੜੀ ਇਹਨਾਂ ਦੀ ਫੰਡਿੰਗ ਆ ਉਹ ਸਰਕਾਰ ਵੱਲੋਂ ਹੁੰਦੀ ਆ। ਸੋ ਸਰਕਾਰ ਨੂੰ ਇਹ ਦਿਖਾਉਂਦੇ ਨੇ ਕਿ ਅਸੀਂ ਕਮਿਊਨਿਟੀ ਦੇ ਵਿੱਚ ਕਿਵੇਂ ਕੰਮ ਕਰ ਰਹੇ ਹਾਂ, ਕਿਵੇਂ ਲੋਕਾਂ ਨੂੰ ਮੈਂਟਲ ਹੈਲਥ ਤੋਂ ਬਚਾਉਣੇ ਆ, ਕਿਵੇਂ ਡਾਈਵੋਰਸਾਂ ਤੋਂ ਬਚਾਉਣੇ ਆ,
ਕਿਵੇਂ ਸੁਸਾਈਡ ਤੋਂ ਬਚਾਉਣੇ ਆ। ਸੋ ਬੜਾ ਕੁਝ ਸਰਕਾਰ ਨੂੰ ਦੱਸਦੇ ਨੇ ਤੇ ਸਰਕਾਰ ਫਿਰ ਇਹਨਾਂ ਨੂੰ ਫੰਡਿੰਗ ਦਿੰਦੀ ਆ, ਤੁਸੀਂ ਕੁਝ ਨਹੀਂ ਦੇਣਾ। ਸੋ ਤੁਸੀਂ ਇਕੱਲੀ ਕਾਲ ਕਰਨੀ ਆ 204-541-0246 ਨੰਬਰ 204-541-0246 ਨੰਬਰ ਦੇ ਉੱਪਰ ਤੁਸੀਂ ਵਿਨੀਪੈਗ ਦੇ ਵਿੱਚ ਰਣਦੀਪ ਸਿੱਧੂ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਕਿਸੇ ਵੀ ਵਕਤ ਚਾਹੀਦਾ ਹੋਵੇ ਤੇ ਮੇਰੇ ਤੋਂ ਲੈ ਸਕਦੇ ਹੋ। ਬਲਦੇਵ ਮੁੱਟਾ ਸਾਹਿਬ ਦਾ ਨੰਬਰ ਵੀ ਤੁਸੀਂ ਲੈ ਸਕਦੇ ਹੋ। ਸਾਡੇ ਲਈ ਇਹ ਬੜੀ ਪ੍ਰਾਊਡ ਦੀ ਗੱਲ ਆ, ਬਲਦੇਵ ਮੁੱਟਾ ਸਾਹਿਬ ਸਾਡੇ ਵਿਨੀਪੈਗ ਦੇ ਵਸਨੀਕ ਰਹੇ ਨੇ ਔਰ 1968 ਦੇ ਵਿੱਚ ਦੱਸਦੇ ਸੀ ਜੀ 1968 ਦੇ ਵਿੱਚ ਤੁਹਾਡੇ ਬ੍ਰਦਰ ਜਾਰਜ ਮੁੱਟਾ ਜੀ ਸਾਡੇ ਬੜੇ ਪੱਕੇ ਲਿਸਨਰ ਨੇ ਜੀ ਔਰ ਹਮੇਸ਼ਾ ਸਾਡਾ ਰੇਡੀਓ ਸੁਣਦੇ ਆ ਜਦੋਂ ਦਾ ਰੇਡੀਓ ਸ਼ੁਰੂ ਹੋਇਆਗਾ। ਸੋ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਔਰ ਤੁਹਾਡਾ ਬੜਾ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਸਾਡੇ ਵਿਨੀਪੈਗ ਸ਼ਹਿਰ ਦੇ ਵਿੱਚ ਇਹ ਬ੍ਰਾਂਚ ਓਪਨ ਕਰਨ ਦੀ ਜਿਹੜੀ ਸ਼ੁਰੂਆਤ ਕੀਤੀ ਆ। ਇਸ ਦਾ ਕੋਈ ਫਿਜ਼ੀਕਲੀ ਐਡਰੈਸ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ? ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ। ਠੀਕ ਹੈ ਜੀ। ਜਦੋਂ ਸਾਨੂੰ ਜਿਹੜੀ ਮੈਨੀਟੋਬਾ ਹੈਲਥ ਸਰਵਿਸਿਜ਼ ਤੋਂ ਫੰਡਿੰਗ ਮਿਲੀ ਮੈਂਟਲ ਹੈਲਥ ਤੇ ਐਡਿਕਸ਼ਨਸ ਨੂੰ ਕਰਨ ਵਾਸਤੇ ਤੇ ਉਦੋਂ ਨਾਲ ਫਿਰ ਉਹ ਫੰਡਿੰਗ ਵੀ ਦਿੰਦੇ ਆ ਵੀ ਤੁਸੀਂ ਕੋਈ ਬਿਲਡਿੰਗ ਰੱਖੋ ਜਿੱਥੇ ਬੰਦੇ ਆ ਸਕੇ ਤੇ ਤੁਸੀਂ ਟ੍ਰੀਟ ਕਰ ਸਕੋ। ਅਗਲੇ ਹਫਤੇ ਬਹੁਤ ਸਾਰੇ ਰੇਡੀਓ ਸਟੇਸ਼ਨ ਦੇ ਉੱਪਰ ਅਸੀਂ ਜਾ ਕੇ ਆਪਣਾ ਪੰਜਾਬੀ ਸਿੱਖਣ ਦੀਆਂ ਕਲਾਸਾਂ ਕਲਚਰਲ ਸਿੱਖਣ ਦੀਆਂ ਕਲਾਸਾਂ ਦੇ ਉੱਪਰ ਲੋਕਾਂ ਨੂੰ ਜਾਗਰੂਕ ਕਰਨ ਜਾ ਰਹੇ ਹਾਂ ਔਰ ਤੁਸੀਂ ਵੀ ਉੱਥੇ ਹੋਵੋਗੇ ਤੇ ਆਪਾਂ ਕੋਸ਼ਿਸ਼ ਕਰਾਂਗੇ ਇੱਕ ਦੋ ਟੀਵੀ ਚੈਨਲ ਜਾਂ ਰੇਡੀਓ ਦੇ ਉੱਪਰ ਆਪਾਂ ਇਕੱਠੇ ਚੱਲੀਏ ਤੇ ਗੱਲਬਾਤ ਕਰੀਏ। ਬੜਾ ਚੰਗਾ ਲੱਗਿਆ ਤੁਹਾਡੇ ਨਾਲ ਤੁਹਾਡੇ ਵਿਚਾਰ ਸੁਣ ਕੇ ਔਰ ਇੱਕ ਆਪਣੇ ਆਪ ਨੂੰ ਹੌਸਲਾ ਵੀ ਹੋਇਆ। ਇੱਕ ਫਿਕਰਮੰਦ ਅਸੀਂ ਵੀ ਰਹਿੰਦੇ ਹਾਂ ਹਮੇਸ਼ਾ ਕਿ ਕੈਨੇਡਾ ਦਾ ਜੋ ਕਲਚਰ ਆ ਇਹ ਸਾਨੂੰ ਕਿਵੇਂ ਅੰਦਰੋਂ ਅੰਦਰੀ ਖਾ ਰਿਹਾਗਾ। ਦੇਖੋ ਸਾਡੇ ਨਾਲ ਇਹ ਨਹੀਂ ਕਈ ਵਾਰ ਸਾਡੇ ਕਲਚਰ ਦੇ ਵਿੱਚ ਕਈ ਗੱਲਾਂ ਫਿੱਟ ਹੁੰਦੀਆਂ ਪਰ ਅਸੀਂ ਆਪਣੇ ਆਪ ਨੂੰ ਵੱਡਾ ਦਰਸਾਉਂਦੇ ਹੋਏ ਆਪਣੇ ਆਪ ਨੂੰ ਵੱਡਾ ਦਿਖਾਉਂਦੇ ਹੋਏ ਨਹੀਂ ਅੱਜ ਕੱਲ੍ਹ ਤੇ ਐਂ ਚੱਲਦਾ ਐ ਨਹੀਂ ਚੱਲਦਾ। ਇਹਦੇ ਬਹੁਤ ਕਨਸੀਕੁਐਂਸਿਸ ਆ ਜਿਹੜੇ ਉਹ ਵੱਡੀ ਉਮਰ ਦੇ ਵਿੱਚ ਪਤਾ ਲੱਗਦੇ ਨੇ। ਸੋ ਜਿਵੇਂ ਮੁੱਟਾ ਸਾਹਿਬ ਨੇ ਦੱਸਿਆ ਬੱਚਿਆਂ ਨੂੰ ਕਈ ਵਾਰ ਝਿੜਕਣਾ ਵੀ ਜ਼ਰੂਰੀ ਆ, ਬੱਚਿਆਂ ਨੂੰ ਨਾ ਕਹਿਣੀ ਵੀ ਬੜੀ ਜ਼ਰੂਰੀ ਆ ਤੇ ਬੜੀ ਵੱਡੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਇਹਨਾਂ ਤੋਂ ਡਾਇਰੈਕਟਲੀ ਇਸ ਐਤਵਾਰ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ 2 ਵਜੇ ਤੋਂ ਲੈ ਕੇ 4 ਵਜੇ ਤੱਕ ਸਿੱਖ ਸੁਸਾਇਟੀ ਆਫ ਮੈਨੀਟੋਬਾ ਗੁਰੂ ਘਰ ਦੇ ਵਿੱਚ ਸਿੱਧੀਆਂ ਸੁਣ ਸਕੋਗੇ। ਸੋ ਤੁਸੀਂ 2 ਵਜੇ ਪਹੁੰਚਣਾਗਾ ਤੇ 4 ਵਜੇ ਤੱਕ ਇਹਨਾਂ ਦੀ ਸੈਮੀਨਾਰ ਇੱਕ ਕਲਾਸ ਇੱਕ ਨੌਲੇਜੇਬਲ ਕਲਾਸ ਜਿਹੜੀ ਤੁਸੀਂ ਜੁਆਇਨ ਕਰੋ। ਸੋ ਸਾਰੀ ਸੰਗਤ ਨੂੰ ਬੇਨਤੀ ਆ ਸੋ ਗੁਰੂ ਘਰ ਦੇ ਵਿੱਚ ਜ਼ਰੂਰ ਪਹੁੰਚੋ। ਇੱਕ ਗੁਰੂ ਘਰ ਦੂਸਰਾ ਗੁਰੂ ਘਰ ਆ ਜਿਹੜਾ ਮੇਰੇ ਖਿਆਲ ਕਿੰਗ ਐਡਵਰਡ ਦੇ ਉੱਤੇ ਤੁਸੀਂ ਦੱਸ ਦਿਓ। ਹਾਂਜੀ ਉਹ ਤਾਂ ਮੈਂ ਕਲਗੀਧਰ ਗੁਰੂ ਘਰ ਦੇ ਵਿੱਚ ਆ ਮੇਰੇ ਖਿਆਲ ਔਰ ਸੋ ਉਸ ਦਾ ਸਮਾਂ ਕੀ ਆ? ਕਲਗੀਧਰ ਜਿਹੜਾ ਹੈਗਾ ਉਹ ਹੈਗਾ 10:30 ਤੋਂ 11:30 ਵਜੇ ਸਵੇਰੇ 10:30 ਵਜੇ ਤੋਂ ਲੈ ਕੇ 11:30 1 ਘੰਟਾ ਐਤਵਾਰ ਦਾ ਦਿਨ ਹੋਵੇਗਾ। ਸੋ ਕਲਗੀਧਰ ਗੁਰੂ ਘਰ ਵੀ ਤੁਸੀਂ ਹਾਜ਼ਰੀ ਲਵਾ ਸਕਦੇ ਹੋ। ਤੁਹਾਡੀਆਂ ਗੱਲਾਂ ਇੰਨੀਆਂ ਦਿਲਚਸਪ ਤੇ ਕੰਮ ਆਉਣ ਵਾਲੀਆਂ ਨੇ ਮੈਨੂੰ ਲੱਗਦਾ ਸਾਡੇ ਸਰੋਤਿਆਂ ਨੇ ਇੱਧਰ ਵੀ ਆਉਣਾ ਤੇ ਉੱਧਰ ਵੀ ਜਾਣਾ ਮਗਰ ਹੀ ਤੁਹਾਡੇ ਗੱਡੀ ਲਾ ਲੈਣੀ ਆ। ਸੋ ਇਹ ਵੀ ਦੋਨੇ ਕੰਮ ਤੁਸੀਂ ਕਰ ਸਕਦੇ ਹੋ ਦੋਸਤੋ। ਸੋ ਦਿਓ ਆ ਗਿਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਸਾਡੇ ਨਾਲ ਸਰੋਤੇ ਜੁੜੇ ਸੀ 92.7 FM ਨੂੰ ਟਿਊਨ ਇਨ ਕੀਤਾ ਸੀ ਤੇ ਅਸੀਂ ਮੁੱਟਾ ਸਾਹਿਬ ਨੂੰ ਅੱਧਾ ਘੰਟਾ ਕਹਿ ਕੇ ਤੇ ਅੱਜ 2 ਘੰਟੇ ਲਵਾਏ ਨੇ। ਇਹਨਾਂ ਦੀ 2:30 ਵਜੇ ਕਿਤੇ ਹੋਰ ਅਪਾਇੰਟਮੈਂਟ ਸੀ ਤੇ ਪਰ ਥੈਂਕ ਯੂ ਤੁਹਾਡਾ ਤੁਸੀਂ ਸਮਾਂ ਕੱਢਿਆ ਔਰ ਸੋਚਿਆ ਕਿ ਰੇਡੀਓ ਧਮਾਲ ਦੇ ਸਰੋਤਿਆਂ ਨੂੰ ਜਾਗਰਤ ਕੀਤਾ ਜਾਵੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਅੱਜ 2 ਘੰਟੇ ਟਿਊਨ ਇਨ ਕਰਕੇ ਰੱਖਿਆ ਤੇ ਸੁਣਿਆ। ਤੇ ਰੇਡੀਓ ਧਮਾਲ ਦੇ ਫੇਸਬੁੱਕ ਪੇਜ ਇੰਸਟਾਗ੍ਰਾਮ ਪੇਜ ਦੇ ਉੱਪਰ ਅੱਜ ਦੇ ਪ੍ਰੋਗਰਾਮ ਦੀ ਰਿਕਾਰਡਿੰਗ ਤੁਹਾਨੂੰ ਲੱਭ ਜਾਵੇਗੀ। YouTube ਦੀ ਰਿਕਾਰਡਿੰਗ ਲੱਭ ਜਾਵੇਗੀ। YouTube ਚੈਨਲ ਦੇ ਉੱਪਰ ਰੇਡੀਓ ਧਮਾਲ ਦੇ ਉੱਪਰ ਤੁਹਾਨੂੰ ਮਿਲ ਜਾਵੇਗੀ। ਜ਼ਰੂਰ ਜਾ ਕੇ ਸਾਡੇ ਇਹਨਾਂ 2 ਸੋਸ਼ਲ ਮੀਡੀਆ ਦੇ ਪੇਜਾਂ ਨੂੰ ਲਾਈਕ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ। ਰਾਜਮਾਨ ਸਾਹਿਬ ਤੁਹਾਡਾ ਧੰਨਵਾਦ ਅੱਜ ਦਾ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸੋ ਤੁਹਾਡੇ ਤੋਂ ਆਗਿਆ ਲੈਂਦੇ ਆ। ਸੋ